ਕੁਲਤਾਰ ਸੰਧਵਾ ਹੋ ਸਕਦੇ ਨੇ ਸਪੀਕਰ। ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ। ਪਹਿਲਾਂ ਕੈਬਨਿਟ ਦੇ ਲਈ ਚੱਲ ਰਿਹਾ ਸੀ ਕੁਲਤਾਰ ਸੰਧਵਾ ਦਾ ਨਾਮ। ਪੰਜਾਬ ਦੇ ਨਵੇਂ ਮੰਤਰੀ ਭਲਕੇ ਚੁੱਕਣਗੇ ਸਹੁੰ। ਸਵੇਰੇ 11 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ। ਕਰੀਬ 12 ਮੰਤਰੀ ਲੈ ਸਕਦੇ ਨੇ ਹਲਫ। ਸੰਦੀਪ ਪਾਠਕ ਤੇ ਰਾਘਵ ਚੱਡਾ ਨੂੰ ਰਾਜ ਸਭਾ ਭੇਜ ਸਕਦੀ ਹੈ ਆਮ ਆਦਮੀ ਪਾਰਟੀ। ਕ੍ਰਿਕਟਰ ਹਰਭਜਨ ਸਿੰਘ ਦੇ ਨਾਮ ਤੇ ਵੀ ਹੋ ਰਹੀ ਚਰਚਾ। 21 ਮਾਰਚ ਤੱਕ ਹੈ ਨਾਮਜ਼ਦਗੀਆਂ ਦੀ ਤਾਰੀਖ। ਹਰਿਆਣਾ ਦੀ ਮੰਗ ਤੋਂ ਬਾਅਦ ਫਿਰ ਭਖਿਆ ਐਸਵਾਈਐਲ ਦਾ ਮਸਲਾ। ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਚੁੱਪ ਤੋੜਨ ਦੀ ਕੀਤੀ ਅਪੀਲ। ਕਿਹਾ ਪੰਜਾਬ ਦੇ ਪਾਣੀਆਂ ਤੇ ਜਵਾਬ ਦੇਣ ਮੁੱਖ ਮੰਤਰੀ। नहीं थमिया महाराजा रणजीत सिंह तस्वीर का मसला। साबका सीएम कैप्टन की वीडियो पोस्ट करके बीजेपी आगू बोले गलती सुधार लैन भगवंत मान। सीएम मोच लगा लैन शेरे पंजाब की तस्वीर। मान सरकार ने नरमे के खराबे के मुआवजे लिए जारी की रकम। आम आदमी पार्टी के विधायक बोले मानसा जिले के लिए 1 अरब का मुआवजा किया जारी। आप सरकार ऐलान नहीं अमल करती। संयुक्त किसान मोर्चे ने 25 मार्च के ट्रैक्टर मार्च ਨੂੰ ਲੈ ਕੇ ਬਣਾਈ ਰਣਨੀਤੀ। ਗੁਰਦੁਆਰਾ ਅੰਬ ਸਾਹਿਬ ਤੋਂ ਗਵਰਨਰ ਹਾਊਸ ਤੱਕ ਹੋਵੇਗਾ ਟਰੈਕਟਰ ਮਾਰਚ। ਮੋਹਾਲੀ ਦੇ ਵਿੱਚ ਹੋਈ ਮੋਰਚੇ ਦੀ ਬੈਠਕ 'ਚ ਫੈਸਲਾ। ਹੋਲੀ ਦੇ ਰੰਗਾਂ ਦੇ ਵਿੱਚ ਡੁੱਬਿਆ ਦੇਸ਼। ਜੰਮ ਕੇ ਉੱਡਿਆ ਗੁਲਾਲ। ਨੱਚ ਗਾ ਕੇ ਮਨਾਇਆ ਗਿਆ ਹੋਲੀ ਦਾ ਤਿਉਹਾਰ। ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦੀਆਂ ਰੌਣਕਾਂ। वहीरा कट के पहुंची संगत। हजारां श्रद्धालु हो रहे नतमस्तक। सत श्री अकाल। न्यूज़ 18 पंजाब हरियाणा हिमाचल देख रहे हो। गौरव शुक्ला मैं हां तुहाडे नाल ते शुरुआत ਅਸੀਂ ਕਰਨ ਜਾ ਰਹੇ ਹਾਂ ਭਲਕੇ यानी कि शनिवार ਦਾ ਦਿਨ कैबिनेट ਦੇ ਵੱਲੋਂ ਸਹੁੰ ਚੁੱਕੀ ਜਾਣੀ ਹੈ। ਪਰ ਉਸ ਤੋਂ ਪਹਿਲਾਂ ਜਿਹੜੇ ਨਾਮ ਫਾਈਨਲ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਸਮੇਂ न्यूज़ 18 ਦੇ ਕੋਲ ਅਹਿਮ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕੁਲਤਾਰ ਸੰਧਵਾ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ। ਕੁਲਤਾਰ ਸੰਧਵਾ ਦਾ ਨਾਮ ਸਪੀਕਰ ਦੇ ਲਈ ਤਕਰੀਬਨ ਤੈਅ ਹੋ ਚੁੱਕਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ। ਕੋਟਕਪੁਰਾ ਤੋਂ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਨੇ ਔਰ ਪਹਿਲਾਂ ਕੈਬਨਿਟ ਮੰਤਰੀ ਦੇ ਲਈ ਖੂਬ ਨਾਮ ਚੱਲ ਰਿਹਾ ਸੀ ਕਿਉਂਕਿ ਜਿਹੜੇ 10 ਦੁਬਾਰਾ ਪਹੁੰਚੇ ਨੇ ਵਿਧਾਨ ਸਭਾ ਵਿਧਾਇਕ ਉਹਨਾਂ ਦੇ ਵਿੱਚ ਇੱਕ ਨਾਮ ਕੁਲਤਾਰ ਸੰਧਵਾ ਦਾ ਵੀ ਹੈ। ਕੁਲਤਾਰ ਸੰਧਵਾ ਕੋਟਕਪੁਰਾ ਤੋਂ ਆਉਂਦੇ ਨੇ ਤੇ ਦੂਜਾ ਇਹ ਵੀ ਹੈ ਕਿ ਇੱਕ ਪੰਥਕ ਚਿਹਰੇ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੈ। ਸੀਨੀਅਰ ਆਗੂਆਂ ਦੇ ਤੌਰ ਤੇ ਕੁਲਤਾਰ ਸੰਧਵਾ ਦਾ ਜ਼ਿਕਰ ਹੁੰਦਾ ਹੈ ਤੇ ਕੁਲਤਾਰ ਸੰਧਵਾ ਨੂੰ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਸਪੀਕਰ ਦੀ। ਇਹ ਵੱਡੀ ਖਬਰ ਹੈ ਇਸ ਸਮੇਂ ਦੀ ਜੋ ਤੁਹਾਨੂੰ ਦੱਸ ਰਹੇ ਹਾਂ ਅਸੀਂ ਨਿਊਜ਼ 18 ਦੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਕਿ ਕੁਲਤਾਰ ਸੰਧਵਾ ਸਪੀਕਰ ਹੋ ਸਕਦੇ ਨੇ। ਕੋਟਕਪੁਰਾ ਤੋਂ ਵਿਧਾਇਕ ਨੇ ਕੁਲਤਾਰ ਸੰਧਵਾ ਤੇ ਉਹਨਾਂ ਨੂੰ ਸਪੀਕਰ ਦੀ ਭੂਮਿਕਾ ਦੇ ਵਿੱਚ ਉਤਾਰਿਆ ਜਾ ਸਕਦਾ ਆਮ ਆਦਮੀ ਪਾਰਟੀ ਦੇ ਵੱਲੋਂ। ਤਾਂ ਭਲਕੇ ਕੈਬਨਿਟ ਦੀ ਸਹੁੰ ਚੁੱਕ ਸਮਾਗਮ ਦਾ ਪ੍ਰੋਗਰਾਮ ਹੈ ਚੰਡੀਗੜ੍ਹ ਦੇ ਵਿੱਚ ਰਾਜ ਭਵਨ ਦੇ ਵਿੱਚ। ਤਾਂ ਮੰਤਰੀ ਨੂੰ ਲੈ ਕੇ ਮੰਤਰੀ ਦੇ ਅਹੁਦੇ ਨੂੰ ਲੈ ਕੇ ਇਸ ਸਮੇਂ ਜ਼ਰੂਰ ਕਿਆਸਰਾਈਆਂ ਹਰ ਕੋਈ ਆਪਣੇ ਪੱਧਰ ਦੇ ਉੱਤੇ ਲਗਾ ਰਿਹਾ ਹੈ ਕਿਉਂਕਿ 10 ਤਾਂ ਵਿਧਾਇਕਾਂ ਦਾ ਜ਼ਿਕਰ ਹੋ ਰਿਹਾ ਹੈ। 10 ਵਿਧਾਇਕਾਂ ਦਾ ਜ਼ਿਕਰ ਹੋ ਰਿਹਾ ਕਿ ਜਿਨ੍ਹਾਂ ਦੇ ਵੱਲੋਂ ਦੁਬਾਰਾ ਜਿੱਤ ਹਾਸਲ ਕੀਤੀ ਗਈ ਹੈ ਤੇ ਦੂਜੇ ਪਾਸੇ ਉਹ ਵਿਧਾਇਕ ਵੀ ਨੇ ਜਿਨ੍ਹਾਂ ਨੇ ਵੱਡੇ ਸਿਆਸੀ ਧੁਰੰਧਰਾਂ ਨੂੰ ਹਰਾਇਆ ਹੈ। ਤਾਂ ਕੈਬਨਿਟ 'ਚ ਥਾਂ ਕਿਸ ਨੂੰ ਮਿਲੇਗੀ ਵੱਡਾ ਸਵਾਲ ਹੈ। ਪਰ ਇਸ ਸਭ ਦੇ ਵਿਚਾਲੇ ਕੁਲਤਾਰ ਸੰਧਵਾ ਦਾ ਜ਼ਿਕਰ ਜ਼ਰੂਰ ਹੋ ਰਿਹਾ। ਰੁੱਖ ਕਰਦੇ ਹਾਂ ਸਿੱਧਾ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ ਵਿਨੇਸ਼ ਕਟਾਰੀਆ। ਵਿਨੇਸ਼ ਜਾਣਨਾ ਚਾਹਾਂਗੇ ਕੀ ਕੁਝ ਜਾਣਕਾਰੀ ਕੁਲਤਾਰ ਸੰਧਵਾ ਦੇ ਨਾਮ ਨੂੰ ਲੈ ਕੇ ਸਪੀਕਰ ਬਣਾਇਆ ਜਾ ਰਿਹਾ ਉਹਨਾਂ ਨੂੰ। ਗੌਰਵ ਕੁਲਤਾਰ ਸਿੰਘ ਸੰਧਵਾ ਦਾ ਜਿੱਥੋਂ ਤੱਕ ਸੀਨੀਅਰਿਟੀ ਦੀ ਗੱਲ ਕਰੀਏ ਤਾਂ ਸੀਨੀਅਰ ਆਮ ਆਦਮੀ ਪਾਰਟੀ ਦੇ ਨੇਤਾ ਹੈ। ਦੂਜੀ ਵਾਰ ਵਿਧਾਇਕ ਚੁਣ ਕੇ ਆਇਆ ਕੋਟਕਪੂਰਾ ਤੋਂ ਤੇ ਕਿਆਸਰਾਈਆਂ ਲੱਗ ਰਹੀਆਂ ਸੀਗੀਆਂ ਕਿ ਉਹ ਕੈਬਨਿਟ ਦਾ ਚਿਹਰਾ ਹੋ ਸਕਦੇ ਹੈ ਕਿਉਂਕਿ ਸੀਨੀਅਰ ਹੈ ਗਿਆਨੀ ਜਲ ਸਿੰਘ ਦੇ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਤੇ ਇਸ ਤੋਂ ਇਲਾਵਾ ਇਹਨਾਂ ਦਾ ਐਗਰੀਕਲਚਰ ਵਿੱਚ ਵੀ ਬਹੁਤ ਜ਼ਿਆਦਾ ਦਿਲਚਸਪੀ ਹੈ ਤੇ ਨਾਮ ਚੱਲ ਰਿਹਾ ਸੀਗਾ ਕਿ ਉਹ ਕੈਬਨਿਟ ਦਾ ਹਿੱਸਾ ਹੋ ਸਕਦੇ ਹੈ। ਪਰ ਸ਼ਾਇਦ ਉਹਨਾਂ ਦੀ ਸੀਨੀਅਰਿਟੀ ਨੂੰ ਦੇਖਦੇ ਹੋਏ ਪਾਰਟੀ ਦੇ ਸੂਤਰ ਜਿਹੜੀ ਜਾਣਕਾਰੀ ਦੇ ਰਿਹਾ ਉਹ ਇਹ ਦੇ ਰਿਹਾ ਕਿ ਉਹਨਾਂ ਦਾ ਨਾਮ ਹੈ ਜਿਹੜਾ ਸਪੀਕਰ ਲਈ ਫਾਈਨਲ ਹੋ ਚੁੱਕਿਆ ਹੈ ਤੇ ਇਸ ਪਾਰਟੀ ਦੇ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਸਾਨੂੰ ਪੁਸ਼ਟੀ ਕੀਤੀ ਹੈ ਇਸ ਬਾਰੇ ਔਰ ਉਹਨਾਂ ਨੇ ਕਿਹਾ ਕਿ ਉਸ ਤੇ ਹੁਣ ਆਫੀਸ਼ੀਅਲੀ ਮੋਹਰ ਕਦੇ ਵੀ ਲੱਗ ਸਕਦੀ ਹੈ ਕਿਉਂਕਿ ਜਿਹੜਾ ਸਪੀਕਰ ਦੀ ਚੋਣ ਹੈ ਉਹ ਸੋਮਵਾਰ ਨੂੰ ਹੋਣੀ ਹੈ ਜਦੋਂ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਏਗੀ ਤੇ ਉਦੋਂ ਸਪੀਕਰ ਦੀ ਚੋਣ ਹੋਣੀ ਹੈ ਤੇ ਇਸ ਕਰਕੇ ਪਾਰਟੀ ਨੇ ਕੱਲ ਕੈਬਨਿਟ ਦਾ ਐਕਸਪੈਂਸ਼ਨ ਹੈ ਉਸ ਤੋਂ ਪਹਿਲਾਂ ਸਪੀਕਰ ਦੇ ਨਾਮ ਤੇ ਵੀ ਸਹਿਮਤੀ ਬਣਾ ਲਈ ਹੈ ਤੇ ਤਾਂ ਕਿ ਅੱਗੇ ਜਿਹੜਾ ਕੈਬਨਿਟ ਦਾ ਵਿਸਤਾਰ ਹੋ ਸਕੇ ਤੇ ਫਿਰ ਸਪੀਕਰ ਦੀ ਚੋਣ ਅੱਗੇ ਹੋ ਸਕਦੇ। ਜੀ ਗੌਰਵ।
ਠੀਕ ਹੈ, ਕੁਲਤਾਰ ਸੰਧਵਾ ਦੀ ਸਟੇਟਮੈਂਟ ਹੁਣ ਤੱਕ ਇਸ ਮੁੱਦੇ ਦੇ ਉੱਤੇ, ਕਿਉਂਕਿ ਲਾਜ਼ਮੀ ਤੌਰ ਤੇ ਕੈਬਨਿਟ ਵਾਲਾ ਰੈਂਕ ਹਰ ਕੋਈ ਚਾਹੁੰਦਾ ਹੋਏਗਾ ਤੇ ਇਸ ਵਿਚਾਲੇ ਕੁਲਤਾਰ ਸੰਧਵਾ ਵੀ ਉਸ ਰੇਸ ਦੇ ਵਿੱਚ ਹੋਣਗੇ, ਕਿਉਂਕਿ ਇਸ ਤੋਂ ਪਹਿਲਾਂ ਸਰਬਜੀਤ ਕੌਰ ਮਾਣੂਕੇ ਦਾ ਵਿਨੇਸ਼ ਬਹੁਤ ਜ਼ਿਕਰ ਹੋਇਆ ਸੀ ਤੇ ਇਹ ਵੀ ਜਾਣਕਾਰੀ ਆਈ ਕਿ ਮਾਣੂਕੇ ਨੇ ਮਨਾ ਕਰ ਦਿੱਤਾ ਕਿ ਨਹੀਂ, ਮੈਂ ਨਹੀਂ ਸਪੀਕਰ ਨਹੀਂ ਬਣਨਾ ਚਾਹੁੰਦੀ ਜਾਂ ਕੈਬਨਿਟ ਦਾ ਰੈਂਕ ਚਾਹੁੰਦੀ। ਇਸ ਤਰੀਕੇ ਦੀਆਂ ਜਾਣਕਾਰੀਆਂ, ਹਾਲਾਂਕਿ ਸਪਸ਼ਟ ਤੌਰ ਦੇ ਉੱਤੇ ਤਾਂ ਕਿਸੇ ਵੱਲੋਂ ਕੁਝ ਨਹੀਂ ਕਿਹਾ ਗਿਆ। ਗੁਰੂ ਕੁਲਤਾਰ ਸੰਧਵਾ ਨਾਲ ਹੁਣ ਤੋਂ ਕੁਝ ਮਿੰਟ ਪਹਿਲਾਂ ਇਹ ਖਬਰ ਆਈ ਹੈ, ਅਸੀਂ ਕੁਲਤਾਰ ਸੰਧਵਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਹਜੇ ਤੱਕ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਹੈ। ਅੱਜ ਸਵੇਰੇ ਜ਼ਰੂਰ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਉਦੋਂ ਉਹਨਾਂ ਦਾ ਇਹੀ ਕਹਿਣਾ ਸੀਗਾ, ਜਿਸ ਤਰ੍ਹਾਂ ਇੱਕ ਸਪਸ਼ਟ ਲਾਈਨ ਹੁੰਦੀ ਹੈ ਹਰੇਕ ਪੋਲੀਟੀਸ਼ੀਅਨ ਦੀ ਕਿ ਪਾਰਟੀ ਜੋ ਵੀ ਜ਼ਿੰਮੇਵਾਰੀ ਲਾਏਗੀ ਅਸੀਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ। ਪਰ ਹੁਣ ਜਿਹੜੀ ਖਬਰ ਆਈ ਹੈ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਹੋਣਗੇ, ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਹਾਂ, ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਸਰਬਜੀਤ ਕੌਰ ਮਾਣੂਕੇ ਦੀ, ਸਰਬਜੀਤ ਕੌਰ ਮਾਣੂਕੇ ਇੱਕ ਸਟਰੋਂਗ ਲੀਡਰ ਹੈ, 2 ਵਾਰੀ ਜਿੱਤ ਕੇ ਆਏ ਆ, ਮਹਿਲਾ ਵੀ ਹੈ ਤੇ ਦਲਿਤ ਫੈਕਟਰ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ, ਇਸ ਲਈ ਉਦੋਂ ਉਹਨਾਂ ਦਾ ਨਾਮ ਚੱਲ ਰਿਹਾ ਸੀਗਾ। ਪਰ ਫਿਲਹਾਲ ਦੀ ਲੇਟੈਸਟ ਡਿਵੈਲਪਮੈਂਟ ਇਹੀ ਹੈ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਦੀ ਰੇਸ ਵਿੱਚ ਸਭ ਤੋਂ ਅੱਗੇ ਹੋ ਚੁੱਕੇ ਨੇ, ਜਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਨਾਮ ਹੈ ਅਧਿਕਾਰਿਕ ਤੌਰ ਤੇ ਘੋਸ਼ਣਾ ਹੋਣੀ ਬਾਕੀ ਹੈ। ਜੀ ਗੌਰਵ। ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਪੂਰੀ ਗੱਲਬਾਤ ਦੇ ਲਈ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਸਪੀਕਰ ਕੌਣ ਹੋਵੇਗਾ, ਕਿਉਂਕਿ ਸਪੀਕਰ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ। ਵਿਧਾਨ ਸਭਾ ਦਾ ਸਪੀਕਰ ਜੋ ਮੁਖੀ ਹੋਏਗਾ ਉਹ ਕੌਣ ਬਣਾਇਆ ਜਾਂਦਾ। ਆਮ ਆਦਮੀ ਪਾਰਟੀ ਦੇ ਵੱਲੋਂ 92 ਵਿਧਾਇਕ ਚੁਣ ਕੇ ਆਏ ਨੇ, ਚੁਣੌਤੀ ਬਹੁਤ ਸਾਰੀਆਂ ਨੇ ਇਸ ਸਮੇਂ, ਔਰ ਇਸ ਸਭ ਦੇ ਵਿਚਾਲੇ ਸਭ ਤੋਂ ਪਹਿਲੀ ਚੁਣੌਤੀ ਹੈ ਕਿ ਕੈਬਨਿਟ ਫਾਈਨਲ ਕੀਤੀ ਜਾਵੇ, ਕਿਉਂਕਿ ਜਿਹੜੇ ਵਿਧਾਇਕ ਦੂਜੀ ਵਾਰ ਚੁਣ ਕੇ ਆਏ ਨੇ ਤਕਰੀਬਨ ਸਾਰੇ ਰੇਸ ਦੇ ਵਿੱਚ ਨਜ਼ਰ ਆਉਂਦੇ ਨੇ, ਤੇ ਦੂਜਾ ਜਿਹੜੇ ਵੱਡੇ ਆਗੂਆਂ ਦੇ ਵੱਲੋਂ ਜਿੱਤ ਹਾਸਲ ਕਰਕੇ ਪਹੁੰਚੇ ਨੇ ਉਹਨਾਂ ਦੇ ਵਿੱਚ ਵੀ ਕਈਆਂ ਦਾ ਨਾਮ ਜ਼ਰੂਰ ਸ਼ਾਮਲ ਹੈ। ਉਹ ਵੀ ਚਾਹੁੰਦੇ ਹੋਣਗੇ ਕਿ ਕੈਬਨਿਟ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇ। ਕੁਲਤਾਰ ਸੰਧਵਾ ਦਾ ਨਾਮ ਕਿਹਾ ਜਾ ਰਿਹਾ ਕਿ ਤਕਰੀਬਨ ਫਾਈਨਲ ਹੋ ਚੁੱਕਿਆ, ਬਸ ਰਸਮੀ ਤੌਰ ਤੇ ਐਲਾਨ ਹੀ ਹੁਣ ਬਾਕੀ ਹੈ। ਅੱਗੇ ਵਧਦੇ ਹਾਂ ਤੇ ਕੱਲ ਹੁਣ ਭਗਵੰਤ ਮਾਨ ਦੀ ਕੈਬਨਿਟ ਵੀ ਫਾਈਨਲ ਹੋਣ ਜਾ ਰਹੀ ਹੈ। ਸ਼ਨੀਵਾਰ ਨੂੰ ਸਹੁੰ ਚੁੱਕ ਸਮਾਗਮ ਸਵੇਰੇ 11 ਵਜੇ ਹੋਏਗਾ ਚੰਡੀਗੜ੍ਹ ਦੇ ਵਿੱਚ ਰਾਜ ਭਵਨ ਦੇ ਵਿੱਚ। ਤਾਂ ਸਰਕਾਰ ਦੇ ਮੰਤਰੀ ਸਹੁੰ ਚੁੱਕਣਗੇ, ਔਰ ਇਹ ਵੀ ਜਾਣਕਾਰੀ ਹੈ ਕਿ ਕਰੀਬ 12 ਵਿਧਾਇਕ ਮੰਤਰੀ ਦੀ ਰੇਸ ਦੇ ਵਿੱਚ ਨੇ, ਔਰ 10 ਤੋਂ 11 ਮੰਤਰੀਆਂ ਦੇ ਵੱਲੋਂ ਸਹੁੰ ਚੁੱਕੀ ਜਾ ਸਕਦੀ ਹੈ ਕਿ ਪੂਰੀ ਕੈਬਨਿਟ ਸ਼ਾਇਦ ਨਾ ਉਤਾਰੀ ਜਾਵੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ, ਯਾਨੀ ਕਿ ਕੁਝ ਕੈਬਨਿਟ ਦੇ ਰੈਂਕ ਖਾਲੀ ਸ਼ਾਇਦ ਛੱਡ ਦਿੱਤੇ ਜਾਣ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 5 ਤੋਂ 7 ਰੈਂਕ ਸ਼ਾਇਦ ਖਾਲੀ ਛੱਡ ਦਿੱਤੇ ਜਾਣ। ਤਾਂ ਜਿਹੜੇ ਸੰਭਾਵੀ ਨਾਮ ਨੇ ਉਹਨਾਂ ਦੇ ਵਿੱਚ ਹਰਪਾਲ ਚੀਮਾ ਦਾ ਨਾਮ ਹੈ, ਅਮਨ ਅਰੋੜਾ ਦਾ ਨਾਮ ਹੈ, ਜਿਨ੍ਹਾਂ ਦਾ ਤਕਰੀਬਨ ਤੈਅ ਲੱਗ ਰਿਹਾ ਹੈ ਕਿ ਉਹ ਬਣਨਗੇ ਹੀ ਮੰਤਰੀ। ਉਸ ਤੋਂ ਬਾਅਦ ਸਰਬਜੀਤ ਕੌਰ ਮਾਣੂਕੇ ਵੀ ਇਸ ਰੇਸ ਦੇ ਵਿੱਚ ਹੈਗੇ ਨੇ, ਔਰ ਗੁਰਮੀਤ ਖੁੱਡੀਆਂ, ਜੀਵਨਜੋਤ ਕੌਰ ਦਾ ਨਾਮ ਵੀ ਅੱਗੇ, ਅਨਮੋਲ ਗਗਨ ਮਾਨ ਵੀ ਮੰਤਰੀ ਦੀ ਰੇਸ ਦੇ ਵਿੱਚ ਦੱਸੇ ਜਾ ਰਹੇ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸਹੁੰ ਚੁੱਕਣ ਤੋਂ ਬਾਅਦ 12:30 ਵਜੇ ਦੁਪਹਿਰ ਨੂੰ ਸ਼ਨੀਵਾਰ ਨੂੰ ਕੱਲ ਨੂੰ ਸਕੱਤਰੇਤ ਦੇ ਵਿੱਚ ਕੈਬਨਿਟ ਦੀ ਪਹਿਲੀ ਬੈਠਕ ਵੀ ਹੋਏਗੀ। ਉਸ ਬੈਠਕ ਦੇ ਉੱਤੇ ਵੀ ਲਾਜ਼ਮੀ ਤੌਰ ਤੇ ਨਜ਼ਰ ਹੋਣੀ ਹੈ, ਕਿਉਂਕਿ ਉਸ ਬੈਠਕ ਦੇ ਵਿੱਚ ਲਿੱਤੇ ਗਏ ਫੈਸਲੇ ਦੇ ਉੱਤੇ ਪੂਰੇ ਪੰਜਾਬ ਦੀ ਨਜ਼ਰ ਲਾਜ਼ਮੀ ਤੌਰ ਤੇ ਹੋਏਗੀ। ਤੇ ਜਿਹੜੇ ਮੰਤਰੀ ਬਣ ਸਕਦੇ ਨੇ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਹਾਲਾਂਕਿ ਸ਼ਨੀਵਾਰ ਨੂੰ ਪਿਕਚਰ ਕਲੀਅਰ ਹੋ ਸਕੇਗੀ ਕਿ ਆਖਿਰ ਕਿਸ ਦੇ ਝੋਲੀ ਦੇ ਵਿੱਚ ਕੈਬਨਿਟ ਵਾਲਾ ਰੈਂਕ ਪਾਰਟੀ ਦੇ ਵੱਲੋਂ ਪਾਇਆ ਜਾਂਦਾ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਰਾਜ ਸਭਾ ਦਾ ਜ਼ਿਕਰ ਹੋਵੇਗਾ। ਰਾਜ ਸਭਾ ਚੋਣਾਂ ਦੇ ਲਈ ਵੀ ਆਮ ਆਦਮੀ ਪਾਰਟੀ ਨੇ ਤਿਆਰੀ ਕੀਤੀ ਹੈ, ਕਿਉਂਕਿ 92 ਸੀਟਾਂ ਆਈਆਂ ਵਿਧਾਨ ਸਭਾ ਦੇ ਵਿੱਚ। ਇਸ ਦਾ ਸਿੱਧਾ ਮਤਲਬ ਹੈ ਕਿ 4 ਸੀਟਾਂ ਤਾਂ ਡਾਇਰੈਕਟਲੀ ਆਮ ਆਦਮੀ ਪਾਰਟੀ ਦੇ ਕੋਲ ਰਾਜ ਸਭਾ ਵਾਲੀਆਂ ਵੀ ਪਹੁੰਚ ਗਈਆਂ। ਰਾਜ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਸਮੇਂ 3 ਨਾਮ ਸਿੱਧੇ ਤੌਰ ਦੇ ਉੱਤੇ ਸਾਹਮਣੇ ਆ ਰਹੇ ਨੇ। ਪਹਿਲਾ ਨਾਮ ਹੈ ਰਾਘਵ ਚੱਡਾ ਦਾ, ਇੱਕ ਨਾਮ ਹੈ ਸੰਦੀਪ ਪਾਠਕ ਦਾ, ਔਰ ਹਰਭਜਨ ਸਿੰਘ ਦਾ ਨਾਮ ਵੀ ਖੂਬ ਚਰਚਾ ਦੇ ਵਿੱਚ ਹੈ। ਰਾਘਵ ਚੱਡਾ ਕੋ ਇੰਚਾਰਜ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ, ਔਰ ਬਹੁਤ ਜ਼ਬਰਦਸਤ ਐਕਟਿਵ ਨਜ਼ਰ ਆਏ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਦੌਰਾਨ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਸੰਦੀਪ ਪਾਠਕ ਦੀ, IITN ਨੇ, ਔਰ ਸੰਦੀਪ ਪਾਠਕ ਨੇ ਪਰਦੇ ਦੇ ਪਿੱਛੇ ਰਹਿੰਦੇ ਹੋਏ ਪੰਜਾਬ ਦੇ ਵਿੱਚ ਜੋ ਜਾਣਕਾਰੀ ਹੈ ਕਿ ਪੰਜਾਬ ਦੇ ਵਿੱਚ ਸੰਦੀਪ ਪਾਠਕ ਨੇ ਪਾਰਟੀ ਦੀ ਰਣਨੀਤੀ ਬਣਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਤਾਂ ਰਾਜ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੀ ਤਿਆਰੀ ਦੇ ਵਿੱਚ ਜਿਹੜੇ ਨਾਮ ਨੇ ਉਹਨਾਂ 'ਚ ਇੱਕ ਸੰਦੀਪ ਪਾਠਕ ਦਾ ਹੈ, ਇੱਕ ਰਾਘਵ ਚੱਡਾ ਦਾ ਹੈ ਤੇ ਇੱਕ ਨਾਮ ਹਰਭਜਨ ਸਿੰਘ ਦਾ ਵੀ ਹੈ। ਖੈਰ ਸੰਦੀਪ ਪਾਠਕ ਤੇ ਰਾਘਵ ਚੱਡਾ ਦੋਵਾਂ ਨੂੰ ਰਾਜ ਸਭਾ ਆਮ ਆਦਮੀ ਪਾਰਟੀ ਦੇ ਵੱਲੋਂ ਭੇਜਿਆ ਜਾ ਸਕਦਾ। ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਦੇ ਲਈ ਕੰਮ ਕਰ ਚੁੱਕੇ ਨੇ ਪਾਠਕ। ਕ੍ਰਿਕਟਰ ਹਰਭਜਨ ਸਿੰਘ ਦਾ ਨਾਮ ਵੀ ਖੂਬ ਚਰਚਾ ਦੇ ਵਿੱਚ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਯਾਨੀ 21 ਮਾਰਚ ਤੱਕ ਨਾਮਜ਼ਦਗੀਆਂ ਦੀ ਆਖਰੀ ਤਰੀਕ ਹੈ। ਪੰਜਾਬ ਦੇ ਵਿੱਚੋਂ ਰਾਜ ਸਭਾ ਦੀਆਂ 5 ਸੀਟਾਂ ਖਾਲੀ ਹੋਈਆਂ ਨੇ। ਤਾਂ ਹੁਣ ਕਿਸ ਦੇ ਖਾਤੇ ਦੇ ਵਿੱਚ ਜਾਂਦੀ ਹੈ ਰਾਜ ਸਭਾ ਵਾਲੀ ਸੀਟ, ਉਹ ਉਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਲਾਜ਼ਮੀ ਤੌਰ ਦੇ ਉੱਤੇ ਬਣੀਆਂ ਹੋਈਆਂ ਨੇ। ਪਰ ਇਸ ਸਭ ਦੇ ਵਿਚਾਲੇ ਅਸੀਂ ਅੱਗੇ ਵਧਦੇ ਹਾਂ ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ, ਕਿਉਂਕਿ ਰਾਜ ਸਭਾ ਦੀ ਸੋਮਵਾਰ ਤੱਕ ਜਿਹੜੀ ਆਖਰੀ ਤਰੀਕ ਹੈ।
ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਅਮਨ ਅਰੋੜਾ ਦੀ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਵੱਲੋਂ ਪੈਨਸ਼ਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਵਿਧਾਇਕਾਂ ਦੀ ਪੈਨਸ਼ਨ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਲਦ ਕੋਈ ਵੱਡਾ ਫੈਸਲਾ ਲਵੇਗੀ। ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਦੇਣ ਦੀ ਮੰਗ ਉੱਠ ਰਹੀ ਹੈ ਔਰ ਇਲੈਕਸ਼ਨ ਦੇ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਦਾ ਬਹੁਤ ਜ਼ਿਕਰ ਕੀਤਾ ਸੀ ਕਿ ਕੋਈ ਵਿਧਾਇਕ 5-5 ਪੈਨਸ਼ਨਾਂ ਕਿਵੇਂ ਲੈ ਸਕਦਾ ਹੈ। ਤਾਂ ਹੁਣ ਅਮਨ ਅਰੋੜਾ ਕਹਿ ਰਹੇ ਨੇ ਕਿ ਛੇਤੀ ਮਾਨ ਸਰਕਾਰ ਇਸ ਦੇ ਉੱਤੇ ਕੋਈ ਫੈਸਲਾ ਲਏਗੀ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਸਖਤੀ ਜ਼ਰੂਰ ਵਰਤੀ ਜਾਏਗੀ। ਹੁਣ ਦਫ਼ਤਰਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਸੀ। ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕੰਮ ਕਰਵਾਉਣ ਦੇ ਲਈ ਪੈਸੇ ਨਾ ਦਿਓ। ਇਹ ਮੰਗ ਹੈ ਜਿਹੜੀ ਇਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੱਕੀ ਸੀ ਕਿ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਚਲੋ ਵੱਡੇ ਬਾਦਲ ਸਾਹਿਬ ਬੜੇ ਸਾਡੇ ਸਤਿਕਾਰਯੋਗ ਨੇ, ਉਮਰ ਦਰਾਜ਼ ਨੇ, ਬੜਾ ਸਤਿਕਾਰ ਕਰਦੇ ਉਹਨਾਂ ਦਾ। ਦੇਰ ਆਏ ਦਰੁਸਤ ਆਏ, ਉਹਨਾਂ ਦਾ ਬਿਆਨ ਕੱਲ ਮੈਨੂੰ ਵੀ ਸੁਣਨ ਨੂੰ ਮਿਲਿਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਪੈਨਸ਼ਨਾਂ ਦਾ ਮਸਲੇ ਤੇ ਚਾਹੇ ਹੋਰ ਮਸਲੇ ਨੇ, ਕੱਲੇ ਪੰਜਾਬ ਦੇ ਪੈਸੇ ਜਿਹੜਾ ਕਿ ਪੰਜਾਬ ਦੇ 3 ਕਰੋੜ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨਾਲ ਖਜ਼ਾਨੇ ਚ ਆਉਂਦੇ ਨੇ, ਉਹਦੇ ਉੱਪਰ ਕੱਲੇ ਪੈਸੇ ਦੇ ਉੱਪਰ ਪਹਿਰਾ ਦੇਣ ਦਾ ਕੰਮ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਉਹ ਕਰੂਗੀ। ਇਹਦੇ ਬਾਰੇ ਵੀ ਇਹਨਾਂ ਐਕਸ ਵਿਧਾਇਕਾਂ ਦੀਆਂ ਪੈਨਸ਼ਨਾਂ ਬਾਰੇ ਵੀ ਬੜੀ ਜਲਦੀ ਹੀ ਤੁਹਾਨੂੰ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਮਾਨ ਸਾਹਿਬ ਵੱਲੋਂ ਸੁਣਨ ਨੂੰ ਮਿਲੇਗਾ। ਲੋਕਾਂ ਦਾ ਸਰਕਾਰ ਦੇ ਉੱਪਰ, ਸਰਕਾਰੀ ਸਿਸਟਮ ਦੇ ਉੱਪਰ, ਤੰਤਰ ਦੇ ਉੱਪਰ ਔਰ ਲੀਡਰਾਂ ਦੇ ਉੱਪਰ ਵਿਸ਼ਵਾਸ ਨਹੀਂ ਰਿਹਾ ਹੈਗਾ। ਕਿਰਪਾ ਕਰਕੇ ਤੁਸੀਂ ਵਿਸ਼ਵਾਸ ਕਰਨਾ ਪੰਜਾਬ ਸ਼ੁਰੂ ਕਰੇ। ਜੇ ਆਪਦਾ ਸਹੀ ਕੰਮ ਹੈ ਜਿਹੜਾ ਉਹ ਲੈ ਕੇ ਸਰਕਾਰੀ ਦਫ਼ਤਰ ਦੇ ਵਿੱਚ ਜਾਓ। ਚਵੰਨੀ ਦੇਣ ਦੀ ਲੋੜ ਨਹੀਂ ਹੈਗੀ, ਗਲਤ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹ ਹੋਣਾ ਨਹੀਂ ਹੈਗਾ। ਸਹੀ ਕੰਮ ਵਾਸਤੇ ਜੇ ਕੋਈ ਚਵੰਨੀ ਮੰਗ ਲੇ ਤੁਹਾਡੇ ਤੋਂ ਪੂਰੇ ਪੰਜਾਬ ਤੋਂ, ਤੇ ਉਹ ਜਿਹੜਾ WhatsApp ਨੰਬਰ 23 ਤਰੀਕ ਨੂੰ ਜਾਰੀ ਹੋਣਾ ਉਹਦੇ ਉੱਪਰ ਜਾਂ ਆਪਦੇ ਹਲਕੇ ਦੇ ਨੁਮਾਇੰਦੇ ਦੇ ਕੋਲੇ ਤੁਸੀਂ ਲੈ ਕੇ ਜਾਓ। ਬਿਨਾਂ ਪੈਸਿਆਂ ਤੋਂ, ਬਿਨਾਂ ਖੱਜਲ ਖੁਆਰੀ ਤੋਂ ਪੰਜਾਬ ਦੇ ਹਰੇਕ ਦਫ਼ਤਰ ਦੇ ਵਿੱਚ ਹਰੇਕ ਵਿਅਕਤੀ ਦਾ, ਛੋਟੇ ਦਾ, ਵੱਡੇ ਦਾ ਕੰਮ ਹੈ ਜਿਹੜਾ ਹੋਊਗਾ, ਗਾਰੰਟੀ ਕਰਦੇ ਆ। ਤੇ ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਕੈਬਨਿਟ ਨੂੰ ਲੈ ਕੇ ਨਾਮ ਆਏ ਨੇ ਕੁਝ ਸਾਹਮਣੇ ਔਰ ਭਰੋਸੇਯੋਗ ਸੂਤਰਾਂ ਤੋਂ ਇਸ ਸਮੇਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਮਾਨ ਦੀ ਕੈਬਨਿਟ ਦੇ ਜਿਹੜੇ ਕੁਝ ਮੰਤਰੀ ਨੇ ਜੋ ਸੰਭਾਵੀ ਨਾਮ ਨੇ ਉਹ ਤੁਹਾਨੂੰ ਦੱਸ ਰਹੇ ਹਾਂ। ਡਾਕਟਰ ਬਲਜੀਤ ਕੌਰ ਦੇ ਨਾਮ ਦੇ ਉੱਤੇ ਤਕਰੀਬਨ ਮੋਹਰ ਲੱਗੀ ਹੈ। ਹਰਪਾਲ ਚੀਮਾ ਵੀ ਕੈਬਨਿਟ ਦਾ ਹਿੱਸਾ ਹੋਣਗੇ। ਮੀਤ ਹੇਰ ਤੇ ਹਰਜੋਤ ਬੈਂਸ ਵੀ ਕੈਬਨਿਟ ਦਾ ਹਿੱਸਾ ਹੋਣਗੇ। ਇਸ ਦੇ ਨਾਲ ਹੀ ਹਰਭਜਨ ਸਿੰਘ, ਡਾਕਟਰ ਵਿਜੇ ਸਿੰਗਲਾ ਵੀ ਮੰਤਰੀ ਬਣਾਏ ਜਾ ਰਹੇ ਨੇ। ਵੱਡੀ ਖਬਰ ਹੈ ਇਸ ਸਮੇਂ ਕੈਬਨਿਟ ਦੇ ਨਾਮ ਤੁਹਾਨੂੰ ਦੱਸ ਰਹੇ ਹਾਂ ਕੌਣ-ਕੌਣ ਮੰਤਰੀ ਬਣ ਰਿਹਾ ਹੈ। ਤਾਂ ਕੌਣ-ਕੌਣ ਮੰਤਰੀ ਬਣ ਰਿਹਾ ਉਹਨਾਂ ਦੇ ਵਿੱਚੋਂ ਤੁਹਾਨੂੰ ਨਾਮ ਦੱਸ ਰਹੇ ਹਾਂ। ਡਾਕਟਰ ਬਲਜੀਤ ਕੌਰ ਮਲੋੜ ਤੋਂ ਜਿੱਤ ਕੇ ਆਏ ਨੇ। ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਰਹੇ, ਵੱਡਾ ਦਲਿਤ ਚਿਹਰਾ ਆਮ ਆਦਮੀ ਪਾਰਟੀ ਦਾ, ਦਿੜਬਾ ਤੋਂ ਜਿੱਤ ਕੇ ਆਏ ਨੇ ਇੱਕ ਵਾਰ ਫਿਰ ਤੋਂ ਔਰ ਹਰਪਾਲ ਚੀਮਾ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ। ਮਾਨ ਦੇ ਕੈਬਨਿਟ ਮੰਤਰੀਆਂ ਦੇ ਨਾਮ ਸਾਹਮਣੇ ਆ ਚੁੱਕੇ ਨੇ। ਮੀਤ ਹੇਰ ਦੁਬਾਰਾ ਵਿਧਾਇਕ ਚੁਣ ਕੇ ਆਏ ਨੇ ਬਰਨਾਲਾ ਤੋਂ। ਇੱਕ ਵਾਰ ਮੌਕਾ ਇਸ ਵਾਰ ਉਹਨਾਂ ਨੂੰ ਦਿੱਤਾ ਜਾਏਗਾ ਕੈਬਨਿਟ ਦੇ ਰੈਂਕ ਦਾ। ਹਰਜੋਤ ਬੈਂਸ ਅਨੰਦਪੁਰ ਸਾਹਿਬ ਤੋਂ ਨੌਜਵਾਨ ਚਿਹਰਾ ਆਮ ਆਦਮੀ ਪਾਰਟੀ ਦਾ, ਅਨੰਦਪੁਰ ਸਾਹਿਬ ਤੋਂ ਚੋਣ ਜਿੱਤ ਕੇ ਪਹੁੰਚੇ ਨੇ, ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਰਿਹਾ ਹੈ। ਹਰਭਜਨ ਸਿੰਘ ਈਟੀਓ ਇਹ ਜੰਡਿਆਲਾ ਗੁਰੂ ਤੋਂ ਚੋਣ ਜਿੱਤ ਕੇ ਆਏ ਨੇ। ਡਾਕਟਰ ਵਿਜੇ ਸਿੰਗਲਾ ਮਾਨਸਾ ਤੋਂ ਸਿੱਧੂ ਮੂਸੇਵਾਲਾ ਦੇ ਖਿਲਾਫ ਚੋਣ ਜਿੱਤ ਕੇ ਆਏ ਨੇ, ਇਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਰਿਹਾ ਹੈ। ਰੁਕ ਕਰਦੇ ਹਾਂ ਇਸ ਸਮੇਂ ਦੀ ਵੱਡੀ ਖਬਰ। ਸਾਡੇ ਸਹਿਯੋਗੀ ਜੁੜ ਰਹੇ ਨੇ ਵਿਨੇਸ਼ ਕਟਾਰੀਆ। ਵਿਨੇਸ਼, ਕੀ ਕੁਝ ਜਾਣਕਾਰੀ? ਗੌਰਵ, ਜਿਹੜੇ ਕੱਲ ਪੰਜਾਬ ਕੈਬਨਿਟ ਦੀ ਸ਼ਪਥ ਹੋਣ ਵਾਲੀ ਸੀ, ਭਗਵੰਤ ਮਾਨ ਕੈਬਨਿਟ ਦੀ ਜਿਹੜੀ ਸ਼ਪਥ ਹੋਣ ਵਾਲੀ ਆ, ਉਹਦੇ ਵਿੱਚ 10 ਮੰਤਰੀਆਂ ਦੇ ਕਨਫਰਮ ਨਾਮ ਨਿਊਜ਼ 18 ਪੰਜਾਬ ਕੋਲ ਪਹੁੰਚ ਚੁੱਕੇ ਹੈ, ਜਿਹੜੇ ਕਿ ਸਾਡੇ ਦਰਸ਼ਕ ਸਾਡੀ ਟੀਵੀ ਸਕਰੀਨ ਤੇ ਦੇਖ ਸਕਦੇ ਹੈ। ਹਰਪਾਲ ਸਿੰਘ ਚੀਮਾ ਜਿਹੜੇ ਕਿ ਲੀਡਰ ਆਫ ਆਪੋਜੀਸ਼ਨ ਰਹੇ ਹੈ ਤੇ ਦਿੜਬਾ ਤੋਂ ਇਸ ਵਾਰ ਜਿੱਤ ਕੇ ਆਏ ਹੈ। ਨਿਊਜ਼ 18 ਪੰਜਾਬ ਨੇ ਪਹਿਲਾਂ ਦੱਸਿਆ ਸੀਗਾ ਕਿ ਉਹਨਾਂ ਦਾ ਨਾਮ ਜਿਹੜਾ ਕਲੀਅਰ ਹੈ, ਉਹ ਕੈਬਨਿਟ ਮੰਤਰੀ ਹੋਣਗੇ। ਡਾਕਟਰ ਬਲਜੀਤ ਕੌਰ ਜਿਹੜੇ ਕਿ ਮਲੋੜ ਤੋਂ ਜਿੱਤ ਕੇ ਆਏ ਹੈ, ਡਾਕਟਰ ਹੈ, ਆਈ ਸਰਜਨ ਹੈ ਤੇ ਅੱਛੇ ਮਾਰਜਨ ਨਾਲੋਂ ਜਿੱਤ ਕੇ ਆਏ ਸੀਗੇ, ਉਹਨਾਂ ਦਾ ਨਾਮ ਹੈ। ਹਰਭਜਨ ਸਿੰਘ ਈਟੀਓ ਉਹਨਾਂ ਦਾ ਨਾਮ ਹੈ ਜਿਹੜਾ ਕੈਬਨਿਟ ਵਿੱਚ ਸ਼ਾਮਿਲ ਹੋ ਰਿਹਾ। ਡਾਕਟਰ ਵਿਜੇ ਸਿੰਗਲਾ, ਇਹ ਵੀ ਨਿਊਜ਼ 18 ਪੰਜਾਬ ਵੱਲੋਂ ਦੱਸਿਆ ਜਾ ਰਿਹਾ ਸੀਗਾ ਕਿ ਡਾਕਟਰ ਵਿਜੇ ਸਿੰਗਲਾ ਜਿਹੜੇ ਕਿ ਸਿੱਧੂ ਮੂਸੇਵਾਲਾ ਨੂੰ 63,000 ਦੇ ਵੱਧ ਵੋਟਾਂ ਦੇ ਮਾਰਜਨ ਤੋਂ ਹਰਾ ਕੇ ਵਿਧਾਨ ਸਭਾ 'ਚ ਪਹੁੰਚੇ ਹੈ। ਤੇ ਇਸ ਤੋਂ ਇਲਾਵਾ ਗੁਰਮੀਤ ਸਿੰਘ ਮੀਤ ਹੇਰ, ਇਹ ਵੀ ਨਿਊਜ਼ 18 ਪੰਜਾਬ ਤੇ ਜਿਹੜੀ ਖਬਰ ਚੱਲ ਰਹੀ ਸੀ, ਆਪਾਂ ਸਪਸ਼ਟ ਤੌਰ ਤੇ ਦੱਸ ਰਹੇ ਸੀ, ਬਰਨਾਲਾ ਤੋਂ ਲਗਾਤਾਰ ਦੂਸਰੀ ਵਾਰ ਵਿਧਾਇਕ ਬਣੇ ਹੈ। ਇਹਨਾਂ ਦਾ ਨਾਮ ਵੀ ਪ੍ਰਮੁਖਤਾ ਨਾਲ ਚੱਲ ਰਿਹਾ ਸੀਗਾ, ਯੂਥ ਫੇਸ ਹੈ। ਤੇ ਇਸ ਤੋਂ ਇਲਾਵਾ ਹਰਜੋਤ ਸਿੰਘ ਬੈਂਸ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਜਿੱਤ ਕੇ ਆਏ ਹੈ ਤੇ ਦਿੱਲੀ ਕੈਂਪ ਦੇ ਵੀ ਬਹੁਤ ਕਰੀਬੀ ਹੈ ਤੇ ਭਗਵੰਤ ਮਾਨ ਨਾਲ ਵੀ ਬਹੁਤ ਅੱਛੀ ਟਿਊਨਿੰਗ ਹੈ ਤੇ ਇਹਨਾਂ ਦਾ ਨਾਮ ਵੀ ਨਿਊਜ਼ 18 ਪੰਜਾਬ ਵੱਲੋਂ ਲਗਾਤਾਰ ਦੱਸਿਆ ਜਾ ਰਿਹਾ ਸੀਗਾ। ਇਹ ਕੈਬਨਿਟ ਦੇ ਵਿੱਚ ਸ਼ਾਮਿਲ ਹੋਣਗੇ, ਕਨਫਰਮ ਨਾਮ ਹੈ ਜਿਹੜੇ ਨਿਊਜ਼ 18 ਪੰਜਾਬ ਦੀ ਟੀਵੀ ਸਕਰੀਨ ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਲਾਲ ਚੰਦ ਕਟਾਰੂ ਚੱਕ, ਉਹਨਾਂ ਦਾ ਨਾਮ ਹੈ। ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦਾ ਨਾਮ ਹੈ ਤੇ ਲਾਲਜੀਤ ਸਿੰਘ ਭੁੱਲਰ ਤੇ ਇੱਕ ਨਾਮ ਹੈ ਗੌਰਵ ਬ੍ਰਹਮ ਸ਼ੰਕਰ ਜਿੰਪਾ,
ਇਹ ਵੀ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣਗੇ। ਯਾਨੀ ਕੱਲ ਜਿਹੜੇ 10 ਕੈਬਨਿਟ ਮੰਤਰੀ ਆ ਉਹ ਸ਼ਪਥ ਲੈਣ ਜਾ ਰਹੇ ਆ। 10 ਦੇ 10 ਨਾਮ ਨਿਊਜ਼ 18 ਪੰਜਾਬ ਦੀ ਟੀਵੀ ਸਕਰੀਨ ਤੇ ਚੱਲ ਰਹੇ ਆ, ਕਨਫਰਮ ਨਾਮ ਹੈ। ਇਹਨਾਂ ਵਿੱਚ ਕੋਈ ਸੁਪਨਾ ਇਹ 10 ਦੇ 10 ਜਿਹੜੇ ਮੰਤਰੀ ਆ ਕੱਲ 11 ਵਜੇ ਪੰਜਾਬ ਰਾਜ ਭਵਨ ਵਿਖੇ ਸ਼ਪਥ ਲੈਣਗੇ। ਜੀ ਗੌਰਵ, ਠੀਕ ਹੈ, ਮੇਰੇ ਨਾਲ ਰਹੋ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਪੰਜਾਬ ਦੇ ਵਿੱਚ ਕੈਬਨਿਟ ਦੇ ਮੰਤਰੀ ਜਿਹੜੇ ਸ਼ਪਥ ਲੈਣਗੇ ਇੱਕ ਇੱਕ ਕਰਕੇ ਤੁਹਾਨੂੰ ਨਾਮ ਦੱਸਦੇ ਹਾਂ ਔਰ ਐਕਸਕਲੂਸਿਵ ਜਾਣਕਾਰੀ ਸਭ ਤੋਂ ਪਹਿਲਾਂ ਦੱਸ ਰਿਹਾ ਹਾਂ। ਇਸ ਤੋਂ ਬਾਅਦ ਜਿੱਥੇ ਤੁਸੀਂ ਦੇਖੋਗੇ ਨਿਊਜ਼ 18 ਤੇ ਸਭ ਤੋਂ ਪਹਿਲਾਂ ਇਹ ਅਹਿਮ ਜਾਣਕਾਰੀ ਹੈ ਔਰ 10 ਮੰਤਰੀ ਕੱਲ 11 ਵਜੇ ਸਹੁੰ ਚੁੱਕਣਗੇ। ਔਰ ਖਾਸ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕਿਆਸਰਾਈਆਂ ਹੁਣ ਤੱਕ ਲੱਗ ਰਹੀਆਂ ਸੀ, ਬਹੁਤ ਸਾਰੇ ਜ਼ਿਕਰ ਕਰ ਰਹੇ ਸੀ ਕਿ ਇਹ ਸਪੀਕਰ ਹੋਏਗਾ, ਇਹ ਡਿਪਟੀ ਸਪੀਕਰ ਹੋਏਗਾ, ਇਹ ਉਪ ਮੁੱਖ ਮੰਤਰੀ ਹੋਏਗਾ ਤੇ ਖੁਦ ਦਾਅਵੇ ਬਹੁਤ ਸਾਰੇ ਹੋ ਰਹੇ ਸੀ ਕਿ ਕੈਬਨਿਟ ਦੇ ਰੈਂਕ ਕਿਹੜੇ-ਕਿਹੜੇ ਕਿਸ ਨੂੰ ਮਿਲਣਗੇ। ਪਰ ਆਮ ਆਦਮੀ ਪਾਰਟੀ ਨੇ ਬਿਲਕੁਲ ਵੱਖਰਾ ਕੁਝ ਕੀਤਾ ਇਸ ਸਮੇਂ, ਕਿਉਂਕਿ ਜਿਹੜੇ ਦੁਬਾਰਾ ਵਿਧਾਇਕ ਚੁਣ ਕੇ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਹਰਪਾਲ ਚੀਮਾ ਦਾ ਨਾਮ ਹੈ ਤੇ ਇੱਕ ਮੀਤ ਹੇੜ ਦਾ ਨਾਮ ਹੈ ਬਰਨਾਲਾ ਦਾ। ਬਾਕੀ ਸਾਰੇ 8 ਜਿਹੜੇ ਨਾਮ ਨੇ ਉਹ ਸਾਰੇ ਪਹਿਲੀ ਵਾਰ ਜਿਹੜੇ ਵਿਧਾਇਕ ਚੁਣ ਕੇ ਆਏ ਨੇ ਉਹਨਾਂ ਨੂੰ ਹੀ ਮੰਤਰੀ ਬਣਾਇਆ ਜਾ ਰਿਹਾ ਹੈ। ਦੁਬਾਰਾ ਮੈਂ ਨਾਮ ਲੈ ਰਿਹਾ ਇੱਕ ਇੱਕ ਕਰਕੇ, ਅਸੀਂ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਵੀ ਦਿਖਾ ਰਹੇ ਹਾਂ ਕਿ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਮੰਤਰੀ ਬਣ ਰਹੇ ਨੇ ਕਿ ਨਹੀਂ। ਜ਼ਰਾ ਗੌਰ ਨਾਲ ਤੁਸੀਂ ਵੀ ਦੇਖਿਓ। ਹਰਪਾਲ ਚੀਮਾ ਦਿੜਬਾ ਤੋਂ ਵਿਧਾਇਕ, ਇੱਕ ਵਾਰ ਫਿਰ ਤੋਂ ਮੰਤਰੀ, ਇੱਕ ਵਾਰ ਫਿਰ ਤੋਂ ਕੈਬਨਿਟ ਰੈਂਕ ਉਹਨਾਂ ਨੂੰ ਇੱਕ ਤਰੀਕੇ ਨਾਲ ਮਿਲਣ ਜਾ ਰਿਹਾ ਕਿਉਂਕਿ ਵਿਰੋਧੀ ਧਿਰ ਦੇ ਆਗੂ ਉਹ ਪਹਿਲਾਂ ਰਹੇ ਸੀ। ਹਰਪਾਲ ਸਿੰਘ ਚੀਮਾ ਦਿੜਬਾ ਤੋਂ ਵਿਧਾਇਕ ਮੰਤਰੀ ਬਣਨ ਜਾ ਰਹੇ ਨੇ। ਡਾਕਟਰ ਬਲਜੀਤ ਕੌਰ ਮਲੋਟ ਤੋਂ ਵਿਧਾਇਕ ਮੰਤਰੀ ਬਣਨ ਜਾ ਰਹੇ ਨੇ। ਹਰਭਜਨ ਸਿੰਘ ਈਟੀਓ ਜੰਡਿਆਲਾ ਤੋਂ ਵਿਧਾਇਕ ਮੰਤਰੀ ਬਣਨ ਜਾ ਰਹੇ ਨੇ। ਡਾਕਟਰ ਵਿਜੇ ਸਿੰਗਲਾ ਮਾਨਸਾ ਤੋਂ ਵਿਧਾਇਕ ਮੰਤਰੀ ਬਣਨ ਜਾ ਰਹੇ ਨੇ। ਗੁਰਮੀਤ ਸਿੰਘ ਮੀਥੇਰ ਬਰਨਾਲਾ ਤੋਂ ਵਿਧਾਇਕ ਮੰਤਰੀ ਬਣਨ ਜਾ ਰਹੇ ਨੇ। ਹਰਜੋਤ ਬੈਂਸ ਅਨੰਦਪੁਰ ਸਾਹਿਬ ਤੋਂ ਵਿਧਾਇਕ ਮੰਤਰੀ ਬਣਨ ਜਾ ਰਹੇ ਨੇ। ਹਰਜੋਤ ਬੈਂਸ ਨੂੰ ਜੇ ਕਾਲ ਨਹੀਂ ਗਈ ਹੁਣ ਤੱਕ ਸ਼ਾਇਦ ਪਹੁੰਚ ਗਈ ਹੋਏਗੀ ਪਾਰਟੀ ਦੀ, ਪਰ ਉਮੀਦ ਹੈ ਕਿ ਨਿਊਜ਼ 18 ਪੰਜਾਬ ਦੇ ਜ਼ਰੀਏ ਵੀ ਤੁਹਾਡੇ ਤੱਕ ਅਸੀਂ ਜਾਣਕਾਰੀ ਪਹੁੰਚਾ ਰਹੇ ਹਾਂ। ਜਿਹੜੇ ਸ਼ਾਇਦ ਬਹੁਤ ਸਾਰੇ ਵਿਧਾਇਕ ਨੇ ਉਹਨਾਂ ਨੂੰ ਮੰਤਰੀ ਬਣਨ ਦੀ ਖੁਸ਼ਖਬਰੀ ਸਾਡੇ ਜ਼ਰੀਏ ਨਿਊਜ਼ 18 ਦੇ ਜ਼ਰੀਏ ਹੀ ਮਿਲ ਰਹੀ ਹੋਵੇ ਤਾਂ ਲਾਲਚੰਦ ਕਟਾਰੂ ਚੱਕ ਮੰਤਰੀ ਬਣਨ ਜਾ ਰਹੇ ਨੇ। ਕੁਲਦੀਪ ਸਿੰਘ ਢਾਲੀਵਾਲ ਮੰਤਰੀ ਬਣਨ ਜਾ ਰਹੇ ਨੇ। ਲਾਲਜੀਤ ਸਿੰਘ ਭੁੱਲਰ ਮੰਤਰੀ ਬਣਨ ਜਾ ਰਹੇ ਨੇ। ਬ੍ਰਹਮ ਸ਼ੰਕਰ ਜਿੰਪਾ ਮੰਤਰੀ ਬਣਨ ਜਾ ਰਹੇ ਨੇ। ਤਾਂ ਜਿੰਨੇ ਵੀ ਕਿਆਸ ਸੀ ਇੱਕ ਪਾਸੇ ਰੱਖ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ, ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਸੀ ਕਿ 10 ਦੇ 10 ਵਿਧਾਇਕ ਜਿਹੜੇ ਪਿਛਲੀ ਵਾਰ ਚੁਣ ਕੇ ਆਏ ਸੀ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਲੋਕਾਂ ਨੇ, ਇਸ ਕਰਕੇ ਮੰਤਰੀ ਬਣਾ ਦਿੱਤਾ ਜਾਏਗਾ। ਉਸ ਤੋਂ ਬਾਅਦ ਜਿਹੜੇ ਵੱਡੇ ਧੁਰੰਧਰਾਂ ਨੂੰ ਹਰਾ ਕੇ ਪਹੁੰਚੇ ਸੀ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਜਾਏਗਾ। ਤਾਂ ਇਸ ਤਰੀਕੇ ਨਾਲ ਕੋਈ ਵੀ ਸਥਿਤੀ ਬਣਦੀ ਹੋਈ ਨਜ਼ਰ ਨਹੀਂ ਆਈ ਹੈ ਔਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਖਿਰ ਕੀ ਕੁਝ ਸਥਿਤੀ ਇਸ ਸਮੇਂ ਬਣ ਰਹੀ ਹੈ। ਮੈਂ ਦੁਬਾਰਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਇਸ ਸਮੇਂ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ। ਵਿਨੇਸ਼, ਤੇ ਜਿੰਨੀਆਂ ਵੀ ਕਿਆਸਰਾਈਆਂ ਲੱਗ ਰਹੀਆਂ ਸੀ ਉਹ ਸਾਰੀਆਂ ਇੱਕ ਪਾਸੇ ਰਹਿ ਗਈਆਂ ਔਰ ਕੁਝ ਵੱਖਰਾ ਹੀ ਆਮ ਆਦਮੀ ਪਾਰਟੀ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜੇ 10 ਵਿਧਾਇਕ ਦੁਬਾਰਾ ਵੀ ਪਹੁੰਚੇ ਨੇ ਵਿਧਾਨ ਸਭਾ, ਉਹਨਾਂ ਦੇ ਵਿੱਚੋਂ ਸਿਰਫ 2 ਨੇ ਜਿਨ੍ਹਾਂ ਨੂੰ ਮੰਤਰੀ ਦਾ ਅਹੁਦਾ ਮਿਲ ਰਿਹਾ। ਗੌਰਵ, ਇਹ ਆਪਾਂ ਪਹਿਲਾਂ ਵੀ ਚਰਚਾ ਕਰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਤੇ ਨਵੇਂ ਐਕਸਪੈਰੀਮੈਂਟ ਇਹਨਾਂ ਦੇ ਵਿੱਚ ਹੁੰਦੇ ਹੈ ਤੇ ਇਸ ਕਰਕੇ ਜਿਸ ਤਰ੍ਹਾਂ ਕਿ ਹਰ ਜਗ੍ਹਾ ਤੇ ਨਾਮ ਚੱਲ ਰਿਹਾ ਸੀਗਾ ਕਿ ਅਮਨ ਅਰੋੜਾ ਹੋ ਸਕਦੇ ਆ ਕਿਉਂਕਿ ਹਿੰਦੂ ਫੇਸ ਹੈ, ਸਟਰੋਂਗ ਫੇਸ ਹੈ, ਦੂਸਰੀ ਵਾਰੀ ਜਿੱਤ ਕੇ ਆਏ ਹੈ, ਸਭ ਤੋਂ ਤਕੜੇ ਮਾਰਜਨ ਤੇ ਜਿੱਤੇ ਹੈ, ਪਰ ਰਿਜ਼ਲਟ ਕੀ ਸਾਹਮਣੇ ਆਇਆ? ਅਮਨ ਅਰੋੜਾ ਦਾ ਨਾਮ ਸਾਹਮਣੇ ਨਹੀਂ ਆਇਆ। ਠੀਕ ਹੈ, ਇਸ ਤੋਂ ਇਲਾਵਾ ਹਰਪਾਲ ਚੀਮਾ ਦਾ ਨਾਮ ਚੱਲ ਰਿਹਾ ਸੀ, ਉਹ ਸਾਹਮਣੇ ਆ ਗਿਆ। ਸਰਬਜੀਤ ਕੌਰ ਮਾਨੂਕੇ ਦਾ ਨਾਮ ਸਾਹਮਣੇ ਚੱਲ ਰਿਹਾ ਸੀਗਾ ਬਟ ਉਹ ਨਹੀਂ ਆਇਆ। ਔਰ ਡਾਕਟਰ ਬਲਜੀਤ ਕੌਰ, ਦੇਖੋ ਇਹ ਪਹਿਲੀ ਵਾਰੀ ਜਿੱਤ ਕੇ ਆਏ ਆ ਮਲੋਟ ਸੀਟ ਤੋਂ, ਰਿਜ਼ਰਵ ਸੀਟ ਹੈ ਜਿਹੜੀ ਉੱਥੋਂ ਜਿੱਤ ਕੇ ਆਏ ਆ, ਉਹਨਾਂ ਦਾ ਨਾਮ ਆ ਗਿਆ। ਗੁਰਮੀਤ ਸਿੰਘ ਮੀਥੇਰ ਤੇ ਹਰਜੋਤ ਸਿੰਘ ਬੈਂਸ, ਇਹਨਾਂ ਦੋਨਾਂ ਬਾਰੇ ਜ਼ਰੂਰ ਕਿਆਸ ਲਾਈਆਂ ਲੱਗਦੀਆਂ ਸੀਗੀਆਂ ਕਿਉਂਕਿ ਮੀਥੇਰ ਤੇ ਹਰਜੋਤ ਬੈਂਸ, ਜਿੱਥੋਂ ਤੱਕ ਮੇਰੇ ਕੋਲ ਖਬਰ ਆ ਰਹੀ ਹੈ ਹਰਜੋਤ ਬੈਂਸ ਹੋ ਸਕਦਾ ਇਸ ਕੈਬਨਿਟ ਦਾ ਯੰਗੈਸਟ ਮਿਨਿਸਟਰ ਹੋਣ। 31 ਸਾਲਾਂ ਦੇ ਆ ਹਰਜੋਤ ਬੈਂਸ। ਤੇ ਦੂਸਰਾ ਇਹ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਦੇ ਬਹੁਤ ਕਲੋਜ਼ ਮੰਨੇ ਜਾਂਦੇ ਹੈ ਦਿੱਲੀ ਕੈਂਪ ਦੇ ਰਾਹੀਂ, ਕਿਉਂਕਿ ਕਾਫੀ ਸਾਲਾਂ ਤੋਂ ਸ਼ੁਰੂ ਤੋਂ ਜਦੋਂ ਅੰਦੋਲਨ ਤੋਂ ਪਾਰਟੀ ਨਿਕਲੀ ਆ ਉਦੋਂ ਤੋਂ ਇਹ ਜੁੜੇ ਹੋਏ ਆ ਆਮ ਆਦਮੀ ਪਾਰਟੀ ਦੇ ਨਾਲ ਤੇ ਇਹਨਾਂ ਦਾ ਨਾਲ ਮੰਤਰੀ ਦੇ ਲਈ ਫਾਈਨਲ ਹੋ ਰਿਹਾ। ਦੂਸਰਾ ਇਹ ਕਾਰਨ ਇਹ ਵੀ ਹੈ, ਜਿਹੜੀ ਪਾਰਟੀ ਦੇ ਅੰਦਰੂਨੀ ਬੰਦਿਆਂ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਹਰਜੋਤ ਬੈਂਸ ਅਨੰਦਪੁਰ ਸਾਹਿਬ ਸੀਟ ਤੋਂ ਜਿੱਤੇ ਹੈ। ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈ ਉਹ ਹਿਮਾਚਲ ਨੂੰ ਟੱਚ ਕਰਦੀ ਹੈ ਤੇ ਅੱਗੇ ਹਿਮਾਚਲ ਲਈ ਚੋਣਾਂ ਲੜਨੀ ਹੈ ਆਮ ਆਦਮੀ ਪਾਰਟੀ ਨੇ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਵੀ ਇਸੇ ਸਾਲ ਹਿਮਾਚਲ ਵਿੱਚ ਵੀ ਚੋਣਾਂ ਹੋਣੀ ਹੈ ਤੇ ਉਹ ਇਹੋ ਜਿਹੇ ਫੇਸਿਸ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਆ ਜਿਹੜੇ ਅੱਗੇ ਜਾ ਕੇ ਹਿਮਾਚਲ ਵਿੱਚ ਵੀ ਕੈਂਪੇਨ ਕਰ ਸਕਣ, ਕਿਉਂਕਿ ਨੰਗਲ ਏਰੀਆ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਤੇ ਉਹ ਏਰੀਆ ਜਿਹੜਾ ਹੈਗਾ ਅਨੰਦਪੁਰ ਸਾਹਿਬ ਸੀਟ ਦਾ ਹਿੱਸਾ ਹੈ ਤੇ ਇਸ ਕਰਕੇ ਇਹ ਜਿਹੜੇ ਨਾਮ ਹੈ ਫਾਈਨਲ ਹੋਏ ਆ। ਔਰ ਜਿੱਥੋਂ ਦਾ ਗੱਲ ਕਰੀਏ ਲਾਲਜੀਤ ਸਿੰਘ ਭੁੱਲਰ ਮਾਝਾ ਖੇਤਰ ਤੋਂ ਆਏ ਹੈ ਤੇ ਇਸ ਤੋਂ ਇਲਾਵਾ ਲਾਲਚੰਦ ਕਟਾਰੂ ਚੱਕ, ਇਹਨਾਂ ਦਾ ਕਿਤੇ ਜ਼ਿਕਰ ਵੀ ਹੈ ਨਹੀਂ ਸੀਗਾ ਪਰ ਫਿਰ ਵੀ ਇਹਨਾਂ ਦਾ ਜਿਹੜਾ ਹੈ ਪਾਰਟੀ ਨੇ ਇਹਨਾਂ ਨੂੰ ਇੰਪੋਰਟੈਂਸ ਦਿੱਤੀ ਤੇ ਕੈਬਨਿਟ ਵਿੱਚ ਲੈ ਕੇ ਆ ਰਹੇ ਹੈ। ਔਰ ਹਰਭਜਨ ਸਿੰਘ ਈਟੀਓ
ਇਹਨਾਂ ਦਾ ਵੀ ਨਾਮ ਪਹਿਲਾਂ ਚਰਚਾ ਵਿੱਚ ਹੈ ਨਹੀਂ ਸੀਗਾ, ਪਰ ਹੁਣ ਸਾਹਮਣੇ ਆਇਆ ਵੀ ਇਹ ਸ਼ਪਥ ਲੈ ਰਿਹਾ। ਹਾਂ, ਵਿਜੇ ਸਿੰਗਲਾ ਦਾ ਨਾਮ ਜ਼ਰੂਰ ਚਰਚਾ ਵਿੱਚ ਆਇਆ ਸੀਗਾ, ਕਿਉਂਕਿ ਮਾਨਸਾ ਜਿਹੜਾ ਜ਼ਿਲ੍ਹਾ ਆਮ ਆਦਮੀ ਪਾਰਟੀ ਤੋਂ ਸ਼ੁਰੂ ਤੋਂ ਸਟਰੋਂਗ ਬੈਲਟ ਮੰਨੀ ਜਾਂਦੀ ਹੈ, ਸਟਰੋਂਗ ਹੋਲਡ ਹੈ ਉਸ ਏਰੀਏ ਵਿੱਚ। ਤੇ ਇਸ ਤੋਂ ਇਲਾਵਾ ਜਦੋਂ ਵਿਜੇ ਸਿੰਗਲਾ ਨੇ ਸਿੱਧੂ ਮੂਸੇਵਾਲਾ ਜੈਸੇ, ਜਿਹਨੂੰ ਕਹਿ ਸਕਦੇ ਹਾਂ ਵੀ ਆਪਾਂ ਬਹੁਤ ਮਾਸਿਸ ਵਿੱਚ ਬਹੁਤ ਪਾਪੂਲਰ ਹੈ ਐਜ਼ ਏ ਸਿੰਗਰ, ਉਹਨਾਂ ਨੂੰ ਇੱਕ ਤਗੜੇ ਮਾਰਜਨ ਤੇ ਹਰਾਇਆ, ਤਾਂ ਉਦੋਂ ਚਰਚਾ ਚੱਲ ਰਹੀ ਸੀਗੀ ਕਿ ਉਹਨਾਂ ਦਾ ਨਾਮ ਆ ਸਕਦਾ ਹੈ। ਔਰ ਦੂਸਰੀ ਗੱਲ ਇਹ ਹੈ ਕਿ ਡਾਕਟਰ ਵਿਜੇ ਸਿੰਗਲਾ ਇੱਕ ਹਿੰਦੂ ਚਿਹਰਾ ਹੈ ਉਸ ਬੈਲਟ ਵਿੱਚ। ਜੇ ਆਪਾਂ ਦੇਖੀਏ ਤਾਂ ਮਾਨਸਾ ਬਠਿੰਡਾ ਉਸ ਸਾਈਡ ਕਾਫੀ ਸਾਰਾ ਸ਼ਹਿਰੀ ਜਿਹੜੀ ਪਾਪੂਲੇਸ਼ਨ ਹੈ ਉਹ ਹਿੰਦੂ ਪਾਪੂਲੇਸ਼ਨ ਹੈ, ਤੇ ਇਸ ਕਰਕੇ ਹਿੰਦੂ ਵੋਟਰਾਂ ਨੇ ਕਾਫੀ ਜਿਹੜਾ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ, ਭਰਵੀਂ ਗਿਣਤੀ ਵਿੱਚ ਵੋਟਾਂ ਪਾਈਆਂ। ਇਸ ਕਰਕੇ ਉਹਨਾਂ ਦਾ ਨਾਮ ਹਿੰਦੂ ਚਿਹਰੇ ਦੇ ਤੌਰ ਤੇ ਡਾਕਟਰ ਵਿਜੇ ਸਿੰਗਲਾ ਦਾ ਨਾਮ ਸਾਹਮਣੇ ਆਇਆ। ਜੀ ਗੌਰਵ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਸਾਡੇ ਨਾਲ ਰਹੋ ਇਸ ਵੱਡੀ ਖਬਰ ਦੇ ਉੱਤੇ। ਨਿਊਜ਼ 18 ਪੰਜਾਬ ਬਣਿਆ ਹੋਇਆ ਇੱਕ ਕਰਕੇ, ਕਿਉਂਕਿ ਇੱਥੇ ਵੀ ਸਮਝਣ ਦੀ ਕੋਸ਼ਿਸ਼ ਹੋਏਗੀ ਕਿ ਕਿਹੜੇ ਗਣਿਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ ਇਹ 10 ਨਾਮ ਫਾਈਨਲ ਕੀਤੇ ਨੇ। ਜਿਵੇਂ ਵਿਨੇਸ਼ ਜ਼ਿਕਰ ਕਰ ਰਹੇ ਨੇ ਕਿ ਅਗਲਾ ਟਾਰਗੇਟ ਜੋ ਹੋਏਗਾ ਆਮ ਆਦਮੀ ਪਾਰਟੀ ਦਾ ਉਹ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਜੋ ਇਸੇ ਸਾਲ ਦੇ ਆਖਿਰ ਦੇ ਵਿੱਚ ਹੋਣੀਆਂ ਨੇ, ਤਾਂ ਇਸ ਕਰਕੇ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਗਿਆ ਹੈ। ਔਰ ਹਰਜੋਤ ਬੈਂਸ ਦਾ ਹਲਕਾ ਅਨੰਦਪੁਰ ਸਾਹਿਬ ਹੈ, ਅਨੰਦਪੁਰ ਸਾਹਿਬ ਬਿਲਕੁਲ ਹਿਮਾਚਲ ਦੇ ਬਾਰਡਰ ਦੇ ਉੱਤੇ ਚਲਾ ਗਿਆ, ਇਸ ਕਰਕੇ ਵੀ ਸ਼ਾਇਦ ਧਿਆਨ ਦੇ ਵਿੱਚ ਰੱਖਿਆ ਗਿਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਤੇ ਉਸ ਤੋਂ ਬਾਅਦ ਮੈਂ ਜ਼ਿਕਰ ਕਰਾਂ ਕਿ ਮਾਝੇ ਮਾਲਵੇ ਦੁਆਬੇ ਦੇ ਵਿੱਚ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹਨੂੰ ਵੀ ਧਿਆਨ ਦੇ ਵਿੱਚ ਰੱਖਿਆ ਗਿਆ ਹੈ। ਜਿਵੇਂ ਜ਼ਿਕਰ ਕਰ ਰਹੇ ਸੀ ਵਿਨੇਸ਼ ਕੀ, ਕਿਉਂਕਿ ਜਿਹੜੀ ਬਰਨਾਲਾ ਹੋਵੇ, ਸੰਗਰੂਰ ਹੋਵੇ, ਪੂਰਾ ਇਲਾਕਾ ਜਿਹੜਾ ਹੈਗਾ ਇੱਥੇ ਜ਼ਬਰਦਸਤ ਪਰਫਾਰਮ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਵੀ ਕੀਤਾ, 2022 ਦੇ ਵਿੱਚ ਵੀ ਕੀਤਾ। ਤਾਂ ਬਰਨਾਲਾ ਜ਼ਿਲ੍ਹੇ ਦੇ ਵਿੱਚੋਂ ਤਾਂ ਸਿੱਧਾ ਇੱਕ ਮੀਤ ਹੇਰ ਆ ਗਏ। 3 ਸੀਟਾਂ ਨੇ, 3 ਸੀਟਾਂ ਦੀਆਂ 3 ਸੀਟਾਂ ਆਮ ਆਦਮੀ ਪਾਰਟੀ ਕੋਲ 2017 ਦੇ ਵਿੱਚ ਵੀ ਸੀ, 2022 ਦੇ ਵਿੱਚ ਵੀ ਨੇ, ਔਰ 2022 ਦੇ ਵਿੱਚ ਦੂਜੀ ਵਾਰ ਜਿੱਤੇ ਮੀਤ ਹੇਰ ਨੂੰ ਕੈਬਨਿਟ ਰੈਂਕ ਦਿੱਤਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹਾ ਉਸ ਤਰੀਕੇ ਨਾਲ ਕਵਰ ਕੀਤਾ ਗਿਆ। ਉਸ ਤੋਂ ਬਾਅਦ ਅਸੀਂ ਜ਼ਿਕਰ ਕਰੀਏ ਕਿ ਜਿਹੜਾ ਮਾਨਸਾ ਜ਼ਿਲ੍ਹਾ ਆਉਂਦਾ ਹੈ, ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਪਰਫਾਰਮੈਂਸ ਬੜੀ ਜ਼ਬਰਦਸਤ 2017 ਔਰ 2022 ਦੇ ਵਿੱਚ ਰਹੀ ਹੈ। 22 ਦੇ ਵਿੱਚ ਤਾਂ ਖੈਰ ਪੂਰਾ ਮਾਲਵਾ ਹੀ 2-3 ਸੀਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਆਮ ਆਦਮੀ ਪਾਰਟੀ ਦੇ ਕੋਲ ਨੇ, ਔਰ ਪੂਰਾ ਜਿਹੜਾ ਜ਼ਿਲ੍ਹਾ ਹੈ ਮਾਨਸਾ, ਚਾਹੇ ਉਹ ਬਟਲਾਡਾ ਹੋਵੇ, ਸਰਦੂਲਗੜ੍ਹ ਹੋਵੇ, ਮਾਨਸਾ ਹੋਵੇ, ਇੱਥੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। 2017 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਮਾਨਸੇ ਦੀ ਸੀਟ ਜਿੱਤੀ ਸੀ ਜਿੱਥੇ ਨਾਜਰ ਸਿੰਘ ਮਾਨਸ਼ਾਹੀਆ ਜਿੱਤੇ ਸਨ, ਤੇ ਇਸ ਵਾਰ ਡਾਕਟਰ ਵਿਜੇ ਸਿੰਗਲਾ ਜਿੱਤੇ ਨੇ। ਔਰ ਖਾਸ ਇਹ ਵੀ ਕਿਉਂਕਿ ਜਿਵੇਂ ਵਿਨੇਸ਼ ਵੀ ਜ਼ਿਕਰ ਕਰ ਰਹੇ ਸਨ ਕਿ ਜ਼ਬਰਦਸਤ ਟੱਕਰ ਇਸ ਵਾਰ ਆਮੋ ਸਾਹਮਣੇ ਦੀ ਸੀ। ਸਿੱਧੂ ਮੂਸੇਵਾਲਾ ਇੱਕ ਵੱਡਾ ਚੈਲੰਜ ਜ਼ਰੂਰ ਆਮ ਆਦਮੀ ਪਾਰਟੀ ਦੇ ਲਈ ਸੀ, ਪਰ ਸਿੱਧੂ ਮੂਸੇਵਾਲਾ ਨੂੰ ਇੱਕ ਵੱਡੀ ਲੀਡ ਦੇ ਨਾਲ ਡਾਕਟਰ ਵਿਜੇ ਸਿੰਗਲਾ ਨੇ ਹਰਾ ਦਿੱਤਾ। ਖੈਰ ਉਹਨਾਂ ਨੂੰ ਹੁਣ ਸਿੱਧੂ ਮੂਸੇਵਾਲਾ ਨੂੰ ਹਰਾਉਣ ਦਾ ਇਨਾਮ ਮਿਲਿਆ ਜਾਂ ਉਸ ਇਲਾਕੇ ਨੂੰ ਰਿਪਰੈਜ਼ੈਂਟੇਸ਼ਨ ਦੇਣ ਦੀ ਗੱਲ ਹੈ, ਇਸ ਕਰਕੇ ਵਿਜੇ ਸਿੰਗਲਾ ਨੂੰ ਮੰਤਰੀ ਬਣਾਇਆ ਗਿਆ ਹੈ ਜਾਂ ਮੰਤਰੀ ਬਣਾਇਆ ਜਾ ਰਿਹਾ ਹੈ। ਤਾਂ ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ ਇੱਕ ਮਾਨਸਾ ਤੋਂ, ਇੱਕ ਬਰਨਾਲਾ ਤੋਂ ਜ਼ਰੂਰ ਮੰਤਰੀ ਮਿਲ ਰਹੇ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸੰਗਰੂਰ ਦੀ, ਮੈਂ ਇਸ ਕਰਕੇ 3 ਜ਼ਿਲ੍ਹਿਆਂ ਦਾ ਜ਼ਿਕਰ ਕਰ ਰਿਹਾ ਕਿ ਸਭ ਤੋਂ ਜ਼ਬਰਦਸਤ ਪਰਫਾਰਮੈਂਸ ਵਾਲੇ ਜ਼ਿਲ੍ਹੇ ਨੇ ਸੰਗਰੂਰ, ਬਰਨਾਲਾ, ਮਾਨਸਾ। ਔਰ ਜੇ ਆਪਾਂ ਸੰਗਰੂਰ ਆਈਏ ਤਾਂ ਸੰਗਰੂਰ ਤੋਂ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਨੇ, ਧੂਰੀ ਵਿਧਾਨ ਸਭਾ ਹਲਕੇ ਤੋਂ ਤਾਂ ਸਿੱਧਾ ਸੀਐਮ ਦਾ ਉਹ ਜ਼ਿਲ੍ਹਾ ਬਣ ਗਿਆ। ਖੈਰ ਉੱਥੋਂ ਹਰਪਾਲ ਚੀਮਾ ਨੂੰ ਵੀ ਮੌਕਾ ਮਿਲ ਗਿਆ, ਦੜਬਾ ਤੋਂ ਉਹ ਚੋਣ ਜਿੱਤ ਕੇ ਪਹੁੰਚੇ ਨੇ, ਤੇ ਲੱਗ ਰਿਹਾ ਕਿ ਸ਼ਾਇਦ ਇਸ ਕਰਕੇ ਹੀ ਅਮਨ ਅਰੋੜਾ ਨੂੰ ਮੌਕਾ ਨਹੀਂ ਮਿਲ ਰਿਹਾ, ਕਿਉਂਕਿ ਉਸ ਜ਼ਿਲ੍ਹੇ ਦੇ ਵਿੱਚ ਹੀ ਬਹੁਤ ਸਾਰੇ ਮੰਤਰੀ ਸ਼ਾਇਦ ਹੋ ਜਾਣੇ ਸੀ, ਇਸ ਕਰਕੇ ਸ਼ਾਇਦ ਮੌਕਾ ਨਹੀਂ ਮਿਲ ਰਿਹਾ। ਖੈਰ ਜਿਹੜਿਆਂ ਨੂੰ ਮੌਕਾ ਮਿਲਿਆ ਉਹਨਾਂ ਦੇ ਵਿੱਚ ਇੱਕ ਮਾਝੇ ਤੋਂ ਭੋਆ ਤੋਂ ਜਿੱਤ ਕੇ ਆਏ ਨੇ ਲਾਲਚੰਦ ਕਟਾਰੂ ਚੱਕ, ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਲੋਕਾਂ ਨੇ ਜਿਤਾਇਆ, ਤੇ ਇਸ ਵਾਰ ਉਹਨਾਂ ਨੂੰ ਮੰਤਰੀ ਵੀ ਬਣਾਇਆ ਜਾ ਰਿਹਾ। ਪਠਾਨਕੋਟ ਜ਼ਿਲ੍ਹੇ ਦਾ ਉਹ ਹਿੱਸਾ ਹੈਗਾ ਹੈ। ਤੇ ਹਰਜੋਤ ਬੈਂਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਮਾਲਵਾ ਤਾਂ ਕਿਉਂਕਿ ਜ਼ਿਆਦਾ ਮੰਤਰੀ ਤਾਂ ਦੇਣੇ ਪੈਣੇ ਹੀ ਸੀ, 66 ਸੀਟਾਂ ਨੇ, ਇਸ ਕਰਕੇ ਮਾਲਵੇ ਨੂੰ ਰਿਪਰੈਜ਼ੈਂਟੇਸ਼ਨ ਤਾਂ ਦੇਣੀ ਪੈਣੀ ਹੈ। ਆਮ ਆਦਮੀ ਪਾਰਟੀ ਇਹ ਬਾਖੂਬੀ ਸਮਝਦੀ ਹੈ। ਖੈਰ ਆਮ ਆਦਮੀ ਪਾਰਟੀ ਨੇ ਮਾਲਵੇ ਤੋਂ ਕਈ ਚਿਹਰੇ ਦਿੱਤੇ ਨੇ। ਮੈਂ ਇੱਕ ਵਾਰ ਦੁਬਾਰਾ ਰੁਕ ਕਰਦੇ ਹਾਂ ਵਿਨੇਸ਼ ਦਾ। ਵਿਨੇਸ਼, ਕਿਹੜੇ ਗਣਿਤ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਹੈ? ਕਿਉਂਕਿ ਇੱਕ ਮਾਝਾ ਮਾਲਵਾ ਦੁਆਬਾ ਵੀ ਹੁੰਦਾ ਹੈ, ਇੱਕ ਹਿੰਦੂ ਚਿਹਰਾ, ਦਲਿਤ ਫੈਕਟਰ, ਜੱਟ ਸਿੱਖ ਭਾਈਚਾਰਾ, ਹਰ ਭਾਈਚਾਰੇ ਨੂੰ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਦੇਖੋ ਗੌਰਵ, ਇਹ ਗੱਲ ਤੁਹਾਡੀ ਸਹੀ ਹੈ। ਦੇਖੋ ਜੇ ਆਪਾਂ ਪਹਿਲਾਂ ਏਰੀਆ ਵਾਈਜ਼ ਗੱਲ ਕਰੀਏ ਤਾਂ ਮਾਲਵਾ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ, ਦੇਖੋ ਡਾਕਟਰ ਬਲਜੀਤ ਕੌਰ ਮੁਕਤਸਰ ਜ਼ਿਲ੍ਹੇ ਦੇ ਮਲੋਟ ਤੋਂ ਨੇ, ਬਿਲਕੁਲ ਸਾਊਥ ਮਾਲਵਾ, ਠੀਕ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮਾਨਸਾ ਮਾਲਵਾ ਸੀਟ ਤੋਂ ਡਾਕਟਰ ਵਿਜੇ ਸਿੰਗਲਾ, ਠੀਕ ਹੈ ਜੀ। ਫਿਰ ਹਰਪਾਲ ਸਿੰਘ ਚੀਮਾ ਸੰਗਰੂਰ ਤੋਂ, ਇਹ ਵੀ ਮਾਲਵਾ। ਮੀਤ ਹੇਅਰ ਬਰਨਾਲਾ ਤੋਂ, ਇਹ ਵੀ ਮਾਲਵਾ, ਠੀਕ। ਇਹ ਸਾਰਾ ਹੋ ਗਿਆ ਮਾਲਵਾ ਦੇ। ਭਗਵੰਤ ਮਾਨ ਖੁਦ ਮਾਲਵਾ ਤੋਂ। ਫਿਰ ਆਪਾਂ ਗੱਲ ਕਰਦੇ ਹਾਂ ਗੌਰਵ ਆਪਣਾ, ਜੇ ਗੱਲ ਕਰੀਏ ਦੁਆਬਾ ਖੇਤਰ ਦੀ, ਦੁਆਬਾ ਖੇਤਰ ਤੋਂ ਇਹਨੇ ਡਾਕਟਰ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ, ਇਹ ਹੁਸ਼ਿਆਰਪੁਰ ਤੋਂ ਨੇ,
ਇਹ ਇਹਨਾਂ ਦਾ ਸਿਰਫ ਇੱਕ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਦੁਆਬਾ ਖੇਤਰ ਦੀ ਹੈਗੀ ਹੈ, ਕਿਉਂਕਿ ਦੁਆਬਾ ਖੇਤਰ 'ਚੋਂ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਪੋਜੀਸ਼ਨ ਡਾਊਨ ਰਹੀ ਹੈ, ਕਿਉਂਕਿ ਜਿਹੜਾ ਕਪੂਰਥਲਾ ਜ਼ਿਲ੍ਹਾ ਉੱਥੋਂ ਇੱਕ ਵੀ ਸੀਟ ਨਹੀਂ ਹੈਗੀ, ਇੱਕ ਵੀ ਐਮਐਲਏ ਹੈ ਨਹੀਂਗਾ, ਤਾਂ ਰਿਪਰੈਜ਼ੈਂਟੇਸ਼ਨ ਮਿਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਅੱਛਾ, ਉਸ ਤੋਂ ਇਲਾਵਾ ਫਿਰ ਆਪਾਂ ਗੱਲ ਕਰੀਏ ਮਾਝਾ ਖੇਤਰ ਦੀ। ਮਾਝਾ ਖੇਤਰ ਤੋਂ ਆ ਜੇ ਭੋਆ ਤੋਂ ਡਾਕਟਰ ਸ਼੍ਰੀ ਲਾਲਚੰਦ ਕਟਾਰੂ ਚੱਕ ਇਹ ਐਮਐਲਏ ਹੈਗੇ ਹੈ। ਇਸ ਤੋਂ ਇਲਾਵਾ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਇਹ ਐਮਐਲਏ ਹੈਗੇ ਹੈ। ਇਹ ਹੋ ਗਿਆ ਆਪਣਾ ਇਹਨਾਂ ਦਾ ਜਿਹੜਾ ਮਾਝਾ ਖੇਤਰ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਜਿਹਨੂੰ ਆਪਾਂ ਪੁਆਧ ਵੀ ਕਹਿ ਦਿੰਦੇ ਆ ਜਾਂ ਮਾਲਵਾ ਦਾ ਹਿੱਸਾ ਲਗਾ ਲਓ, ਤੇ ਇੱਥੋਂ ਹਰਜੋਤ ਸਿੰਘ ਬੈਂਸ ਐਮਐਲਏ ਹੋ ਗਏ। ਤੇ ਜੇ ਗੌਰਵ ਹੁਣ ਜੇ ਆਪਾਂ ਫੈਕਟਰ ਵਾਈਜ਼ ਗੱਲ ਕਰੀਏ ਤਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ, ਜੇ ਤੁਸੀਂ ਦੇਖੋ ਹਰਪਾਲ ਸਿੰਘ ਚੀਮਾ ਦਲਿਤ ਹੋ ਗਏ, ਡਾਕਟਰ ਬਲਜੀਤ ਕੌਰ ਦਲਿਤ ਹੋ ਗਏ, ਡਾਕਟਰ ਹਰਭਜਨ ਸਿੰਘ ਈਟੀਓ ਦਲਿਤ ਹੋ ਗਏ, ਇਹ ਸਾਰਿਆਂ ਨੂੰ ਭੋਆ ਸੀਟ ਤੋਂ ਲਾਲਚੰਦ ਕਟਾਰੂ ਚੱਕ ਹੈ ਉਹ ਦਲਿਤ ਹੋ ਗਏ। ਇਹ ਸਾਰੀਆਂ ਰਿਪਰੈਜ਼ੈਂਟੇਸ਼ਨ ਦਿੱਤੀਆਂ। ਮਤਲਬ ਆਪਾਂ ਦੇਖੀਏ ਤਾਂ 5 ਫੇਸਿਸ ਹੈ ਜਿਹੜੇ ਦਲਿਤ ਫੇਸਿਸ ਹੈ। 10 ਦੀ ਕੈਬਨਿਟ ਵਿੱਚੋਂ 50% ਤਾਂ ਦਲਿਤ ਫੇਸਿਸ ਹੋ ਗਏ। ਵੀ ਆਮ ਆਦਮੀ ਪਾਰਟੀ ਨੇ, ਕਿਉਂਕਿ ਜਿਹੜੇ ਦਲਿਤ ਵੋਟ ਬੈਂਕ ਆ, ਭਾਵੇਂ ਆਪਾਂ 2017 ਵਿੱਚ ਦੇਖੀਏ ਭਾਵੇਂ 2022 ਵਿੱਚ ਦੇਖੀਏ, ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਫੀ ਆਪਦਾ ਭਰੋਸਾ ਕਾਇਮ ਕੀਤਾ ਸੀਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਕਾਸਟ ਸੈਕਟਰ ਦੀ ਜੇ ਗੱਲ ਕਰੀਏ, ਗੁਰਮੀਤ ਸਿੰਘ ਮੀਤ ਹੋਏ, ਕੁਲਦੀਪ ਸਿੰਘ ਧਾਲੀਵਾਲ ਹੋਏ, ਲਾਲਜੀਤ ਸਿੰਘ ਭੁੱਲਰ ਹੋਏ ਤੇ ਹਰਜੋਤ ਸਿੰਘ ਬੈਂਸ ਹੋਏ, ਇਹ ਜੱਟ ਫੇਸਿਸ ਹੋ ਗਏ ਆਮ ਆਦਮੀ ਪਾਰਟੀ ਦੇ, ਜਿਹੜੇ ਜੱਟ ਸਿੱਖ ਫੇਸਿਸ ਹੋ ਗਏ, ਅਪਰ ਕਾਸਟ ਹੋ ਗਏ। ਡਾਕਟਰ ਵਿਜੇ ਸਿੰਘਲਾ ਹਿੰਦੂ ਫੇਸ ਹੋ ਗਏ ਤੇ ਬ੍ਰਹਮ ਸ਼ੰਕਰ ਚਿੰਪਾ ਇਹ ਵੀ ਹਿੰਦੂ ਫੇਸਿਸ ਹੋ ਗਏ। ਤੇ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਨਾਲ ਮੈਂਡੇਟ ਮਿਲਿਆ, ਵੀ ਮਾਲਵੇ ਤੋਂ ਸਭ ਤੋਂ ਤਗੜਾ ਮੈਂਡੇਟ ਮਿਲਿਆ ਸੀਗਾ, ਤੇ ਦਲਿਤ ਭਾਈਚਾਰੇ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਸੀ, ਤੇ ਉਹਨਾਂ ਨੇ ਸਭ ਤੋਂ ਵੱਧ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਦਿੱਤੀ ਵੀ ਹੈ। ਜੀ ਗੌਰਵ। ਠੀਕ ਹੈ, ਇੱਕ ਇੱਕ ਕਰਕੇ ਦੁਬਾਰਾ ਅਸੀਂ ਨਾਮ ਦੱਸ ਰਹੇ ਹਾਂ, ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਉਣਗੇ। ਮੈਂ ਕੋਸ਼ਿਸ਼ ਕਰਦਾ ਕਿ ਗ੍ਰਾਫਿਕਸ ਦੇ ਜ਼ਰੀਏ ਵੀ ਤੁਹਾਡੇ ਤੱਕ ਪਹੁੰਚਾ ਸਕੇ ਕਿ ਕਿਸ ਨੂੰ ਕੈਬਨਿਟ ਦਾ ਰੈਂਕ ਦਿੱਤਾ ਗਿਆ ਹੈ। ਵੱਡੀ ਖਬਰ ਹੈ ਇਸ ਸਮੇਂ ਦੀ, ਔਰ ਨਿਊਜ਼ 18 ਪੰਜਾਬ ਦੇ ਉੱਤੇ ਐਕਸਕਲੂਸਿਵ 10 ਮੰਤਰੀ ਜਿਹੜੇ ਸਹੁੰ ਚੁੱਕਣ ਜਾ ਰਹੇ ਨੇ ਕੱਲ, ਉਹਨਾਂ ਦਾ ਨਾਮ ਅਸੀਂ ਤੁਹਾਨੂੰ ਦੱਸ ਰਹੇ ਹਾਂ। ਸਵੇਰੇ 11 ਵਜੇ ਸਹੁੰ ਚੁੱਕਣਗੇ। ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਹਰਪਾਲ ਚੀਮਾ ਦਾ। ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ ਤੋਂ ਚੋਣ ਜਿੱਤ ਕੇ ਪਹੁੰਚੇ ਨੇ। ਇਹ ਮਾਝੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਉਸ ਤੋਂ ਬਾਅਦ ਮੈਂ ਮਾਝੇ ਦਾ ਹੀ ਜ਼ਿਕਰ ਕਰਾਂ ਤਾਂ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਜਿੱਤ ਕੇ ਪਹੁੰਚੇ ਨੇ, ਉਹਨਾਂ ਨੂੰ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਜਾ ਰਹੀ ਹੈ। ਔਰ ਉਸ ਤੋਂ ਬਾਅਦ ਲਾਲਜੀਤ ਸਿੰਘ ਇਹ ਪੱਟੀ ਤੋਂ ਚੋਣ ਮੈਦਾਨ ਦੇ ਵਿੱਚ ਜਿੱਤ ਹਾਸਲ ਕਰਕੇ ਪਹੁੰਚੇ ਨੇ। ਲਾਲਚੰਦ ਕਟਾਰੂ ਚੱਕ ਭੋਆ ਤੋਂ ਜਿੱਤ ਹਾਸਲ ਕਰਕੇ ਪਹੁੰਚੇ ਨੇ, ਤਾਂ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾ ਰਹੀ ਹੈ। ਤਾਂ 4 ਮੰਤਰੀ ਜੋ ਇਸ ਸਮੇਂ ਨਜ਼ਰ ਆ ਰਹੇ 4 ਮੰਤਰੀ ਮਾਝੇ ਚੋਂ। ਤੇ ਉਸ ਤੋਂ ਬਾਅਦ ਡਾਕਟਰ ਬਲਜੀਤ ਕੌਰ, ਇਹਨਾਂ ਨੂੰ ਮਲੋਟ ਤੋਂ ਚੋਣ ਜਿੱਤੀ ਔਰ ਇਹਨਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ। ਡਾਕਟਰ ਵਿਜੇ ਸਿੰਘਲਾ, ਮੀਤ ਹੇਅਰ, ਹਰਜੋਤ ਬੈਂਸ, ਹਰਪਾਲ ਚੀਮਾ, ਇਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਨ੍ਹਾਂ ਨੂੰ ਰਿਪਰੈਜ਼ੈਂਟੇਸ਼ਨ ਮਾਲਵੇ ਨੂੰ ਰਿਪਰੈਜ਼ੈਂਟ ਕਰਨਗੇ। ਉਹਨਾਂ ਨੂੰ ਮਾਲਵੇ ਤੋਂ ਮੰਤਰੀ ਬਣਾਇਆ ਜਾ ਰਿਹਾ ਹੈ। ਯਾਨੀ ਕਿ ਮਾਲਵੇ ਤੋਂ ਮੈਂ ਜ਼ਿਕਰ ਕਰਾਂ ਤਾਂ ਕਰੀਬ 5 ਮੰਤਰੀ ਨੇ। ਬਲਜੀਤ ਕੌਰ, ਡਾਕਟਰ ਵਿਜੇ, ਮੀਤ ਹੇਅਰ, ਉਸ ਤੋਂ ਬਾਅਦ ਹਰਜੋਤ ਬੈਂਸ ਤੇ ਹਰਪਾਲ ਚੀਮਾ, ਇਹਨਾਂ ਨੂੰ ਜਿਨ੍ਹਾਂ ਨੂੰ ਮੌਕਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਬ੍ਰਹਮ ਸ਼ੰਕਰ ਜਿੰਪਾ ਇਹ ਦੁਆਬੇ ਨੂੰ ਰਿਪਰੈਜ਼ੈਂਟ ਕਰਨਗੇ ਔਰ ਇਹਨਾਂ ਨੂੰ ਮੌਕਾ ਦਿੱਤਾ ਗਿਆ ਹੈ, ਮੰਤਰੀ ਬਣਾਇਆ ਗਿਆ ਹੈ। ਪਰ ਬਹੁਤ ਖਾਸ ਔਰ ਦਿਲਚਸਪ ਸਮੀਕਰਨ ਲਾਜ਼ਮੀ ਤੌਰ ਤੇ ਨਜ਼ਰ ਆਉਂਦੇ ਨੇ, ਕਿਉਂਕਿ ਬਹੁਤ ਸਾਰੇ ਵੱਡੇ ਨਾਮ ਸੀ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਸੀ ਕਿ ਇਹਨਾਂ ਨੂੰ ਤਾਂ ਮੰਤਰੀ ਪੱਕਾ ਬਣਾਇਆ ਜਾਵੇਗਾ। ਖੈਰ, ਉਹਨਾਂ ਦਾ ਨਾਮ ਮੰਤਰੀ ਦੀ ਲਿਸਟ ਦੇ ਵਿੱਚ ਨਹੀਂ ਹੈ। ਹੁਣ ਤੱਕ ਜਿਹੜੇ ਸਾਡੇ ਕੋਲ ਨਾਮ ਪਹੁੰਚੇ ਨੇ, ਇੱਕ ਨਾਮ ਹੈ ਕੁਲਤਾਰ ਸੰਧਵਾਂ ਦਾ, ਜਿਨ੍ਹਾਂ ਨੂੰ ਸਪੀਕਰ ਬਣਾਇਆ ਜਾ ਰਿਹਾ ਹੈ। ਉਸ ਤੋਂ ਬਾਅਦ 10 ਨਾਮ ਨੇ ਮੰਤਰੀਆਂ ਦੇ, ਜਿਨ੍ਹਾਂ ਨੂੰ ਮੰਤਰੀ ਦਾ ਅਹੁਦਾ ਸੰਭਾਲਿਆ ਜਾ ਰਿਹਾ ਜਾਂ ਸਹੁੰ ਚੁਕਵਾਈ ਜਾਏਗੀ। ਔਰ ਇਹਨਾਂ ਦੇ ਵਿੱਚ ਕੁਝ ਸਰਪ੍ਰਾਈਜ਼ਿੰਗ ਨਾਮ ਜ਼ਰੂਰ ਨੇ ਕਿ ਜਿਨ੍ਹਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਸੀ, ਉਹਨਾਂ ਦਾ ਨਾਮ ਜ਼ਰੂਰ ਇੱਥੇ ਸਾਹਮਣੇ ਆ ਰਿਹਾ ਹੈ। ਮੈਂ ਵਿਨੇਸ਼ ਦਾ ਇੱਕ ਵਾਰ ਫਿਰ ਤੋਂ ਰੁਕ ਕਰਦਾ। ਵਿਨੇਸ਼ ਸਾਡੇ ਸਹਿਯੋਗੀ ਪੂਰੀ ਜਾਣਕਾਰੀ ਲਗਾਤਾਰ ਸਾਡੇ ਤੱਕ ਪਹੁੰਚਾ ਰਹੇ ਨੇ। ਵਿਨੇਸ਼, ਲਗਾਤਾਰ ਆਪਾਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਸਾਰੀਆਂ ਕਿਆਸਰਾਈਆਂ ਨੂੰ ਤਾਂ ਇੱਕ ਪਾਸੇ ਛੱਡ ਦਿੱਤਾ ਆਮ ਆਦਮੀ ਪਾਰਟੀ ਨੇ, ਪਰ ਜਿਹੜੇ ਵੱਡੇ ਨਾਮ ਨੇ ਆਮ ਆਦਮੀ ਪਾਰਟੀ ਦੇ ਦੁਬਾਰਾ ਜਿਹੜੇ ਚੁਣ ਕੇ ਪਹੁੰਚੇ ਨੇ ਵਿਧਾਨ ਸਭਾ, ਜਿਨ੍ਹਾਂ ਦੇ ਵਿੱਚ ਅਮਨ ਅਰੋੜਾ ਨੇ, ਜਿਨ੍ਹਾਂ ਦੇ ਵਿੱਚ ਬਲਜਿੰਦਰ ਕੌਰ ਨੇ, ਜਿਨ੍ਹਾਂ ਦੇ ਵਿੱਚ ਸਰਬਜੀਤ ਕੌਰ ਮਾਣੂਕੇ ਹੈਗੇ ਨੇ, ਪ੍ਰਿੰਸੀਪਲ ਬੁੱਧਰਾਮ ਹੈਗੇ ਨੇ, ਉਹਨਾਂ ਦੇ ਵਿੱਚ ਮਨਜੀਤ ਸਿੰਘ ਬਲਾਸਪੁਰ ਹੈਗੇ ਨੇ, ਜਾਂ ਫਿਰ ਆਪਾਂ ਦੁਆਬੇ ਨੂੰ ਕਹੀਏ ਤਾਂ ਗੜਸ਼ੰਕਰ ਤੋਂ ਜੈ ਕਿਸ਼ਨ ਸਿੰਘ ਰੋੜੀ ਹੈਗੇ ਨੇ। ਇਹਨਾਂ ਨੂੰ 8 ਨਾਵਾਂ ਨੂੰ ਸਾਈਡ ਕਰਨ ਦੀ ਵਜ੍ਹਾ ਕਿ ਇੱਕ ਰਾਏ ਨਹੀਂ ਬਣ ਪਾ ਰਹੀ ਸੀ ਪਾਰਟੀ ਦੇ ਅੰਦਰ, ਇਸ ਕਰਕੇ ਇਸ ਤਰ੍ਹਾਂ ਦਾ ਕੋਈ ਫੈਸਲਾ ਲਿਆ ਗਿਆ। ਗੌਰਵ, ਦੇਖੋ, ਪਾਰਟੀ ਨੂੰ ਜਦੋਂ ਐਡਾ ਤਗੜਾ ਮੈਂਡੇਟ ਮਿਲਿਆ ਹੋਵੇ ਤੇ ਉਦੋਂ ਜਿਹਨੂੰ ਆਪਾਂ ਕਹਿੰਦੇ ਆ ਆਮ ਸਹਿਮਤੀ ਬਣਾਉਣਾ ਜਾਂ ਕੰਸੈਂਸਸ ਬਣਾਉਣਾ ਔਖਾ ਤਾਂ ਹੁੰਦਾ ਹੀ ਹੈ।
ਸੁਭਾਵਿਕ ਜੀ ਗੱਲ ਹੈ। ਕੈਪਟਨ ਅਮਰਿੰਦਰ ਨੂੰ 77 MLA ਆਏ ਸੀਗੇ ਤੇ ਉਹ ਆਪਾਂ ਦੇਖਿਆ ਸੀਗਾ ਕਿ ਲਾਸਟ ਮੂਮੈਂਟ ਤੱਕ ਉਹ ਨਾਰਾਜ਼ ਹੀ ਚੱਲ ਰਹੇ ਸੀਗੇ। ਤੇ ਜਦੋਂ ਕੈਬਨਿਟ ਦਾ ਮਾਮਲਾ ਹੁੰਦਾ, ਭਾਵੇਂ ਬੰਦਾ ਪਹਿਲੀ ਵਾਰੀ ਜਿੱਤ ਗਿਆ ਹੋਵੇ ਜਾਂ ਦੂਜੀ ਵਾਰੀ ਜਿੱਤ ਗਿਆ ਹੋਵੇ, ਹਰੇਕ ਕਿਸੇ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਸਰਕਾਰ ਬਣੀਏ ਤਾਂ ਅਸੀਂ ਕੈਬਨਿਟ ਬਰਥ ਜ਼ਰੂਰ ਲਈਏ। ਜੇ ਹੁਣ MLA ਬਣ ਗਏ ਤੇ MLA ਤੋਂ ਬਾਅਦ ਮੰਤਰੀ ਵੀ ਬਣੀਏ, ਤੇ ਇਸ ਕਰਕੇ ਕੰਸੈਂਸਸ ਬਣਾਉਣ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਕਾਫੀ ਦਿੱਕਤ ਆਈ ਹੈ। ਇਸ 'ਚ ਕੋਈ ਦੋ ਰਾਏ ਨਹੀਂ ਹੈ। ਹਾਂ, ਪਰ ਇਹ ਹੈ ਕਿ ਓਵਰਆਲ ਜੇ ਆਪਾਂ ਸਮੀਕਰਨ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀਗਾ ਵੀ ਮਾਲਵੇ ਨੇ ਆਮ ਆਦਮੀ ਪਾਰਟੀ ਦੀ ਜੇ ਦੇਖੀਏ 69 ਸੀਟਾਂ ਮਾਲਵੇ ਵਿੱਚ, 69 ਤੋਂ 66 ਸੀਟਾਂ ਸਿਰਫ ਮਾਲਵੇ ਨਹੀਂ ਦੇਤੀਆਂ ਆਮ ਆਦਮੀ ਪਾਰਟੀ ਨੂੰ। ਯਾਨੀ ਕਿ ਸਰਕਾਰ ਬਣਾਉਣ ਲਈ 59 ਸੀਟਾਂ ਚਾਹੀਦੀਆਂ ਹੁੰਦੀਆਂ, ਉਸ ਤੋਂ ਵੀ 6-7 ਸੀਟਾਂ ਵੱਧ ਆਮ ਆਦਮੀ ਪਾਰਟੀ ਨੂੰ ਦੇਤੀਆਂ ਤੇ ਮਾਲਵੇ ਦੀ ਇੱਕ ਤਗੜੀ ਰਿਪਰੈਜ਼ੈਂਟੇਸ਼ਨ ਬਣਦੀ ਸੀਗੀ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕੀਤੀ, ਜਦੋਂ ਆਪਾਂ ਜੇ ਕਾਸਟ ਫੈਕਟਰ ਦੀ ਗੱਲ ਕਰੀਏ, ਹਾਲਾਂਕਿ ਇਸ ਵਾਰ ਸਮੀਕਰਨ ਇਹੋ ਜਿਹੇ ਰਹੇ ਕਾਸਟ ਫੈਕਟਰ ਕਿਤੇ ਐਗਜ਼ਿਸਟ ਹੀ ਨਹੀਂ ਕੀਤਾ, ਕਿਉਂਕਿ ਭਾਵੇਂ ਦਲਿਤ ਕਾਸਟ ਹੋਵੇ, ਭਾਵੇਂ ਜੱਟ ਸਿੱਖ ਹੋਣ, ਭਾਵੇਂ ਹਿੰਦੂ ਹੋਣ, ਸਾਰਿਆਂ ਨੇ ਭਰ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕਿਉਂਕਿ ਸਾਰੇ ਫੈਕਟਰ ਫੇਲ ਹੋ ਗਏ ਸੀ। ਇੱਕ ਬਦਲਾਵ ਦੀ ਵੇਵ ਚੱਲ ਰਹੀ ਸੀਗੀ ਤੇ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਸਾਹਮਣੇ ਦੇਖਣ ਨੂੰ ਮਿਲਿਆ ਸੀਗਾ। ਤੇ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਇਹ ਸਾਰੇ ਫੈਕਟਰ ਮੱਦੇਨਜ਼ਰ ਰੱਖ ਕੇ ਹੀ ਕੁਝ ਨਵੇਂ ਆਪਦੇ ਜਿਹੜੇ ਫੇਸਿਸ ਨੂੰ ਮੌਕਾ ਦਿੱਤਾ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਉਹ ਫਰਦਰ ਇਨ ਫਿਊਚਰ ਲਈ ਤਿਆਰ ਹੋ ਜਾਣ। ਜਿਵੇਂ ਆਪਾਂ ਅਮੀਤ ਹੇਅਰ ਦੀ ਗੱਲ ਕੀਤੀ, ਡਾਕਟਰ ਬਲਜੀਤ ਕੌਰ ਦੀ ਗੱਲ ਕੀਤੀ ਤੇ ਹਰਜੋਤ ਬੈਂਸ ਦੀ ਗੱਲ ਕੀਤੀ, ਇਹ ਕਾਫੀ ਯੰਗ ਫੇਸਿਸ ਹੈ ਵੀ ਜੇ ਅਗਲੇ 5-10 ਸਾਲਾਂ ਤੱਕ ਪਾਰਟੀ ਇਹਨਾਂ ਨੂੰ ਪੂਰਾ ਐਕਸਪੀਰੀਅੰਸ ਦੇ ਦਿੰਦੀ ਹੈ ਤੇ ਆਉਣ ਵਾਲੇ 20-25 ਸਾਲ ਤੱਕ ਇਹ ਪਾਰਟੀ ਲਈ, ਸਰਕਾਰ ਲਈ ਕੰਮ ਕਰ ਸਕਦੇ ਆ। ਸ਼ਾਇਦ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਆ ਤੇ ਹਰਪਾਲ ਚੀਮਾ ਜਿਹੜੇ ਕਿ LOP ਰਹੇ ਹੈ ਤੇ ਜੇ ਉਹ ਇੱਕ ਉਸ ਚੀਜ਼ ਦਾ ਵੀ ਆਪਾਂ ਖਿਆਲ ਰੱਖੀਏ ਵੀ LOP ਦਾ ਅਹੁਦਾ ਹੈ ਤੇ LOP ਦੇ ਅਹੁਦੇ ਤੋਂ ਬਾਅਦ ਉਹਨਾਂ ਨੂੰ ਕੈਬਨਿਟ 'ਚ ਨਾ ਲੈਣਾ ਤਾਂ ਇੱਕ ਉਹਨਾਂ ਦੇ ਅਹੁਦੇ ਨਾਲ ਵੀ ਨਾ ਇਨਸਾਫੀ ਹੋ ਜਾਂਦੀ, ਜਿਨ੍ਹਾਂ ਨੇ LOP ਦਾ ਅਹੁਦਾ ਇੰਨੇ ਲੰਬੇ ਸਾਲ ਤੱਕ ਨਿਭਾਇਆ। ਇਸ ਤੋਂ ਬਾਅਦ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਜਿਹੜੀ ਕੈਬਨਿਟ ਬਰਥ ਹੈ ਉਹ ਪੱਕੀ ਕੀਤੀ ਗਈ ਹੈ। ਤੇ ਕਿਆਸਰਾਂ ਇਹ ਵੀ ਸੀਗੀਆਂ ਕਿ ਇੱਕ SC ਭਾਈਚਾਰੇ 'ਚੋਂ ਡਿਪਟੀ CM ਵੀ ਹੋ ਸਕਦਾ ਹੈ। ਹਾਲਾਂਕਿ ਇਸ ਸੰਬੰਧੀ ਹਜੇ ਕੋਈ ਆਫੀਸ਼ੀਅਲੀ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ ਹੈ ਪਾਰਟੀ ਵੱਲੋਂ, ਬਸ ਇਹ ਜ਼ਰੂਰ ਕਿਹਾ ਗਿਆ ਹੈ ਕਿ 10 ਜਿਹੜੇ ਮੰਤਰੀ ਸਹੁੰ ਲੈਣਗੇ ਉਹ ਮੰਤਰੀਆਂ ਤੋਂ ਬਾਅਦ ਵੀ ਕੋਈ ਡਿਪਟੀ CM ਹੋ ਸਕਦਾ ਜਾਂ ਵੱਖਰਾ ਕੋਈ ਡਿਪਟੀ CM ਹੋਵੇਗਾ। ਇਸ ਲਈ ਆਪਾਂ ਨੂੰ ਗੌਰਵ ਕੱਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਠੀਕ ਹੈ, ਮੈਂ ਇੱਕ ਹੋਰ ਤੁਹਾਡੇ ਕੋਲ ਪੁਆਇੰਟ ਤੇ ਵਾਪਸ ਆਵਾਂਗਾ, ਪਰ ਇੱਕ ਵਾਰ ਫਿਰ ਤੋਂ ਦੁਬਾਰਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕੌਣ-ਕੌਣ ਮੰਤਰੀ ਬਣਨ ਜਾ ਰਿਹਾ ਹੈ। ਸਭ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਦਾ ਨਾਮ ਹੈ ਜੋ ਦਿੜਬਾ ਤੋਂ ਵਿਧਾਇਕ ਚੁਣ ਕੇ ਆਏ ਨੇ। ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ LOP ਦੀ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਨੂੰ ਨਿਭਾਇਆ ਗਿਆ ਜਦੋਂ ਸੁਖਪਾਲ ਖਹਿਰਾ ਨੂੰ ਹਟਾ ਕੇ ਹਰਪਾਲ ਚੀਮਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਤਾਂ ਉਹਨਾਂ ਨੂੰ ਹੁਣ ਕੈਬਨਿਟ ਦਾ ਰੈਂਕ ਵੀ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਡਾਕਟਰ ਬਲਜੀਤ ਕੌਰ ਇਹ ਮਲੋਟ ਤੋਂ ਵਿਧਾਨ ਸਭਾ ਚੋਣ ਪਹੁੰਚੇ ਨੇ ਔਰ ਰੁਪਿੰਦਰ ਰੂਬੀ ਨੂੰ ਹਰਾ ਕੇ ਪਹੁੰਚੇ ਨੇ। ਕਾਂਗਰਸ ਦੇ ਵਿੱਚ ਚਲੇ ਗਏ ਸੀ ਰੁਪਿੰਦਰ ਰੂਬੀ ਮਲੋਟ ਵਿਧਾਨ ਸਭਾ ਹਲਕੇ ਦੇ ਵਿੱਚ ਔਰ ਇਸ ਵਾਰ ਚੋਣ ਜਿੱਤ ਕੇ ਮਲੋਟ ਤੋਂ ਪਹੁੰਚੇ ਨੇ। ਉਸ ਤੋਂ ਬਾਅਦ ਹਰਭਜਨ ਸਿੰਘ ETO ਇਹ ਜੰਡਿਆਲਾ ਤੋਂ ਇਹ ਡੈਨੀ ਨੂੰ ਜੋ ਕਾਰਜਕਾਰੀ ਪ੍ਰਧਾਨ ਕਾਂਗਰਸ ਦੇ ਸਨ ਉਹਨਾਂ ਨੂੰ ਹਰਾ ਕੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ। ਇਹ ਸੀਟ ਮਾਝੇ ਦੇ ਵਿੱਚ ਕਾਊਂਟ ਹੁੰਦੀ ਹੈ ਕਿਉਂਕਿ ਮਾਝਾ, ਮਾਲਵਾ, ਦੁਆਬਾ ਤਿੰਨੇ ਖੇਤਰਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਂਦਾ ਜਦੋਂ ਇਸ ਤਰੀਕੇ ਦੇ ਕੋਈ ਡਿਸੀਜਨ ਲਏ ਜਾਂਦੇ ਨੇ। ਤਾਂ ਹਰਭਜਨ ਸਿੰਘ ETO ਜੰਡਿਆਲਾ ਤੋਂ ਜਿੱਤ ਕੇ ਪਹੁੰਚੇ ਨੇ। ਡਾਕਟਰ ਵਿਜੇ ਸਿੰਗਲਾ ਮਾਨਸਾ ਤੋਂ ਜਿੱਤ ਕੇ ਪਹੁੰਚੇ ਨੇ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਨੂੰ ਹਰਾਇਆ ਇਹਨਾਂ ਨੇ ਤੇ ਲਾਲਚੰਦ ਕਟਾਰੂ ਜਾ ਕੇ ਭੋਆ ਵਿਧਾਨ ਸਭਾ ਹਲਕਾ ਤੋਂ ਜਿੱਤੇ ਨੇ। ਔਰ ਉਸ ਤੋਂ ਬਾਅਦ ਗੁਰਮੀਤ ਸਿੰਘ ਮੀਥੇਰ ਇਹ ਬਰਨਾਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ, ਜਿੱਤ ਹਾਸਲ ਕੀਤੀ, ਦੂਜੀ ਵਾਰ ਵਿਧਾਇਕ ਬਣੇ ਨੇ ਤੇ ਹੁਣ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ। ਕੁਲਦੀਪ ਸਿੰਘ ਧਾਲੀਵਾਲ ਇਹ ਅਜਨਾਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ, ਜਿੱਤ ਹਾਸਲ ਕੀਤੀ ਤੇ ਇੱਕ ਵਾਰ ਹੁਣ ਕੈਬਨਿਟ ਦਾ ਰੈਂਕ ਵੀ ਮਿਲਣ ਜਾ ਰਿਹਾ ਹੈ। ਤੇ ਲਾਲਜੀਤ ਸਿੰਘ ਭੁੱਲਰ ਇਹ ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਪਹੁੰਚੇ ਨੇ ਚੋਣ ਮੈਦਾਨ ਤੋਂ ਸਿੱਧਾ ਵਿਧਾਨ ਸਭਾ ਔਰ ਪਹਿਲੀ ਵਾਰ ਪਹੁੰਚੇ ਨੇ ਵਿਧਾਨ ਸਭਾ ਤੇ ਇਹਨਾਂ ਨੂੰ ਕੈਬਨਿਟ ਦਾ ਰੈਂਕ ਵੀ ਮਿਲ ਰਿਹਾ ਹੈ। ਤੇ ਬ੍ਰਹਮ ਸ਼ੰਕਰ ਜਿੰਪਾ ਹੁਸ਼ਿਆਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਜਿਹੜੇ ਸਨ ਸੁੰਦਰ ਸ਼ਾਮ ਅਰੋੜਾ ਉਹਨਾਂ ਨੂੰ ਹਰਾ ਕੇ ਚੋਣ ਮੈਦਾਨ ਦੇ ਵਿੱਚ ਪਹੁੰਚੇ ਨੇ ਵਿਧਾਨ ਸਭਾ ਤੇ ਇਹਨਾਂ ਨੂੰ ਹੁਣ ਕੈਬਨਿਟ ਦਾ ਰੈਂਕ ਵੀ ਮਿਲ ਰਿਹਾ ਹੈ। ਹਰਜੋਤ ਬੈਂਸ ਇਹ ਅਨੰਦਪੁਰ ਸਾਹਿਬ ਤੋਂ ਚੋਣ ਜਿੱਤੇ ਨੇ, ਇਹਨਾਂ ਨੇ ਸਪੀਕਰ ਰਾਣਾ KP ਨੂੰ ਹਰਾਇਆ ਔਰ ਇੱਕ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹਰਜੋਤ ਬੈਂਸ ਨੇ ਤੇ ਉਸ ਤੋਂ ਬਾਅਦ ਇਹ ਹੁਣ ਵਿਧਾਨ ਸਭਾ 'ਚ ਪਹੁੰਚੇ ਨੇ ਤੇ ਕੈਬਨਿਟ ਦਾ ਰੈਂਕ ਇਹਨਾਂ ਨੂੰ ਮਿਲਣ ਜਾ ਰਿਹਾ ਹੈ। ਤੇ ਹੁਣ ਦੇਖਿਆ ਜਾਵੇ ਤਾਂ ਜਿਹੜੇ ਤਜਰਬੇ ਦੀ ਆਪਾਂ ਗੱਲ ਕਰੀਏ ਤਾਂ ਹਰਪਾਲ ਚੀਮਾ ਤਜਰਬੇਕਾਰ ਕਿਉਂਕਿ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਦਾ ਵੀ ਤਜਰਬਾ ਹੈ ਔਰ ਉਮਰ ਦੇ ਹਿਸਾਬ ਦੇ ਨਾਲ ਵੀ ਉਹਨਾਂ ਦੇ ਕੋਲ ਖਾਸਾ ਤਜਰਬਾ ਕਿਹਾ ਜਾ ਸਕਦਾ ਹੈ। ਮੀਥੇਰ ਨੌਜਵਾਨ ਆਗੂ ਨੇ ਪਰ ਮੀਥੇਰ ਹੁਣ ਦੂਜੀ ਵਾਰ ਪਹੁੰਚੇ ਨੇ, ਇਸ ਕਰਕੇ ਵਿਧਾਨ ਸਭਾ ਵਾਲਾ ਤਜਰਬਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੇ ਕੋਲ ਹੈ ਕਿ ਕਿਸ ਤਰੀਕੇ ਨਾਲ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਚੱਲਦੀਆਂ ਨੇ। ਉਸ ਤੋਂ ਬਾਅਦ ਗੱਲ ਕਰੀਏ ਤਾਂ ਇੱਕੋ ਮਹਿਲਾ ਚਿਹਰਾ ਰੱਖਿਆ ਗਿਆ ਹੈ ਪੂਰੀ ਕੈਬਨਿਟ ਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਇਹ ਕਿਆਸ ਲੱਗ ਰਹੇ ਸਨ ਕਿ ਬਹੁਤ ਸਾਰੇ ਨਾਮ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਹੈ, ਜਿਨ੍ਹਾਂ ਦੇ ਵਿੱਚ ਸਰਬਜੀਤ ਕੌਰ ਮਾਣੂਕੇ ਔਰ ਬਲਜਿੰਦਰ ਕੌਰ ਦਾ ਨਾਮ ਤਕਰੀਬਨ ਤੈਅ ਨਜ਼ਰ ਆ ਰਿਹਾ ਸੀ ਪਰ ਗੱਲ ਉਹਨਾਂ ਦੀ ਨਹੀਂ ਬਣੀ ਹੈ। ਫਿਲਹਾਲ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਰਿਹਾ। ਉਸ ਤੋਂ ਬਾਅਦ ਜੀਵਨਜੋਤ ਕੌਰ ਦਾ ਨਾਮ ਖੂਬ ਚਰਚਾ ਦੇ ਵਿੱਚ ਸੀ ਕਿ ਉਹਨਾਂ ਨੇ ਸਿੱਧੂ ਤੇ ਮਜੀਠੀਆ ਦੋਵਾਂ ਨੂੰ ਮਾਤ ਦਿੱਤੀ ਹੈ, ਇਸ ਕਰਕੇ
ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ, ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ, ਪਰ ਉਹਨਾਂ ਦਾ ਨੰਬਰ ਵੀ ਨਹੀਂ ਲੱਗਿਆ। ਉਸ ਤੋਂ ਬਾਅਦ ਅਮਨਦੀਪ ਕੌਰ ਅਰੋੜਾ ਦਾ ਬਹੁਤ ਜ਼ਿਕਰ ਸੀ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ, ਜੋ ਮੋਗਾ ਤੋਂ ਜਿੱਤੇ ਨੇ, ਮਾਲਵਿਕਾ ਸੂਦ ਨੂੰ ਹਰਾ ਕੇ। ਉਹ ਚੋਣ ਮੈਦਾਨ ਦੇ ਵਿੱਚ ਮਾਲਵਿਕਾ ਸੂਦ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਨੇ, ਤਾਂ ਉਹਨਾਂ ਦਾ ਨਾਮ ਵੀ ਨਹੀਂ ਹੈ। ਉਸ ਤੋਂ ਬਾਅਦ ਅਸੀਂ ਜ਼ਿਕਰ ਕਰੀਏ ਤਾਂ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਖੂਬ ਚਰਚਾ ਦੇ ਵਿੱਚ ਸੀ ਕਿ ਉਹਨਾਂ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਕੈਬਨਿਟ ਦੇ ਵਿੱਚ ਜ਼ਰੂਰ ਸੌਂਪੀ ਜਾ ਸਕਦੀ ਹੈ, ਪਰ ਫਿਲਹਾਲ ਉਹਨਾਂ ਦਾ ਵੀ ਨਾਮ ਇਸ ਦੇ ਵਿੱਚ ਨਹੀਂ ਹੈ। 10 ਮੰਤਰੀ ਹੀ ਬਣਾਏ ਗਏ ਨੇ, ਹਾਲਾਂਕਿ 17 ਮੰਤਰੀ ਬਣ ਸਕਦੇ ਨੇ ਟੋਟਲ, ਪਰ ਉਹਨਾਂ ਦੇ ਵਿੱਚੋਂ ਕੁਝ ਰੈਂਕ ਜਿਹੜੇ ਕੈਬਨਿਟ ਵਾਲੇ ਖਾਲੀ ਰੱਖੇ ਜਾ ਰਹੇ ਨੇ ਭਗਵੰਤ ਮਾਨ ਮੁੱਖ ਮੰਤਰੀ ਦੇ ਵੱਲੋਂ। ਤਾਂ ਇਹ ਇਸ ਕਰਕੇ ਵੀ ਹੁੰਦਾ ਹੈ ਕਿ ਜਿਹੜੇ ਨਾਰਾਜ਼ ਹੋ ਜਾਂਦੇ ਨੇ ਜਾਂ ਫਿਰ ਖਾਲੀ ਰੈਂਕ ਦੇ ਨਾਲ ਵੀ ਕਈਆਂ ਨੂੰ ਜ਼ਰੂਰ ਸਾਂਤਵਨਾ ਦਿੱਤੀ ਜਾਂਦੀ ਹੈ ਕਿ ਕਈ ਰੈਂਕ ਖਾਲੀ ਨੇ ਤੇ ਜਲਦ ਅਸੀਂ ਕੈਬਨਿਟ ਦਾ ਵਿਸਥਾਰ ਕਰਾਂਗੇ ਤੇ ਤੁਹਾਨੂੰ ਉਸ ਦੇ ਵਿੱਚ ਮੌਕਾ ਜ਼ਰੂਰ ਮਿਲੇਗਾ। ਖੈਰ ਇੱਕ ਵੱਖਰਾ ਤਾਂ ਕਦਮ ਜ਼ਰੂਰ ਆਮ ਆਦਮੀ ਪਾਰਟੀ ਦਾ ਨਜ਼ਰ ਆ ਰਿਹਾ ਹੈ, ਕਿਉਂਕਿ ਮਾਝੇ ਦੇ ਵਿੱਚੋਂ 4 ਮੰਤਰੀ ਚੁਣੇ ਗਏ ਨੇ, ਦੁਆਬੇ ਦੇ ਵਿੱਚੋਂ 1 ਮੰਤਰੀ ਲਿਆ ਗਿਆ ਹੈ, ਜਦਕਿ ਮਾਲਵੇ ਦੇ ਵਿੱਚੋਂ 3 ਮੰਤਰੀ ਲਏ ਗਏ ਨੇ। ਔਰ ਮਾਲਵੇ ਦਾ ਵੀ ਅਸੀਂ ਜ਼ਿਕਰ ਕਰੀਏ ਤਾਂ ਮਾਲਵੇ ਚੋਂ 5 ਮੰਤਰੀ ਲਏ ਗਏ ਨੇ, ਮੈਂ ਮਾਫੀ ਚਾਹੂੰਗਾ। ਔਰ ਮਾਲਵੇ ਦੇ ਵਿੱਚ ਕਿਉਂਕਿ ਭਗਵੰਤ ਮਾਨ ਵੀ ਉੱਥੇ ਹੀ ਆਉਂਦੇ ਨੇ, ਖੁਦ ਮਾਲਵੇ ਨੂੰ ਰਿਪਰੈਜ਼ੈਂਟ ਕਰਦੇ ਨੇ, ਤਾਂ ਇੱਕ ਤਰੀਕੇ ਨਾਲ 6 ਮੰਤਰੀ ਹੋ ਗਏ। ਤਾਂ ਉਹ 6 ਨਾਮ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਇੱਕ ਨਾਮ ਹੈ ਮੀਥੇਰ ਦਾ, ਡਾਕਟਰ ਵਿਜੇ ਸਿੰਗਲਾ ਦਾ, ਡਾਕਟਰ ਬਲਜੀਤ ਕੌਰ ਦਾ। ਉਸ ਤੋਂ ਬਾਅਦ ਅਸੀਂ ਜ਼ਿਕਰ ਕਰੀਏ ਤਾਂ ਹਰਪਾਲ ਸਿੰਘ ਚੀਮਾ ਦਾ, ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ। ਔਰ ਮਾਲਵੇ ਦੇ ਵਿੱਚ ਹੀ ਪੌਦ ਵਾਲੇ ਪਾਸੇ ਆ ਜਾਂਦੇ ਹਾਂ ਜਦੋਂ ਆਪਾਂ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਇਹ ਬਿਲਕੁਲ ਦੁਆਬੇ ਦੇ ਨਾਲ ਜਾ ਕੇ ਲੱਗਦਾ ਇਲਾਕਾ ਹੈ। ਔਰ ਪੌਦ ਦੇ ਵਿੱਚੋਂ ਮਾਲਵੇ ਦੇ ਪੌਦ ਦੇ ਵਿੱਚੋਂ ਹਰਜੋਤ ਬੈਂਸ ਨੂੰ ਵੀ ਮੰਤਰੀ ਬਣਾਇਆ ਗਿਆ। ਤਾਂ ਟੋਟਲ 10 ਮੰਤਰੀ ਨੇ ਜਿਨ੍ਹਾਂ ਨੂੰ ਕੈਬਨਿਟ ਰੈਂਕ ਮਿਲਣ ਜਾ ਰਿਹਾ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੈਬਨਿਟ ਦਾ ਐਲਾਨ ਵੀ ਕਰ ਚੁੱਕੇ ਨੇ। ਉਹ 10 ਦੀਆਂ 10 ਤਸਵੀਰਾਂ ਵੀ ਅਸੀਂ ਤੁਹਾਡੀ ਟੀਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ। ਤਾਂ ਮਾਨ ਦੇ ਕੈਬਨਿਟ ਕੇ ਮੰਤਰੀ ਕਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ। ਇਸ ਵਿਚਾਲੇ ਇਹ ਵੀ ਜਾਣਕਾਰੀ ਹੈ ਕਿ ਕੁਲਤਾਰ ਸੰਧਵਾ ਉਹਨਾਂ ਨੂੰ ਸਪੀਕਰ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਹਾਲਾਂਕਿ ਸਰਬਜੀਤ ਕੌਰ ਮਾਣੂਕੇ ਦਾ ਬਹੁਤ ਜ਼ਿਕਰ ਸੀ ਕਿ ਉਹਨੂੰ ਸਪੀਕਰ ਬਣਾਇਆ ਜਾਵੇਗਾ, ਤੇ ਵੀ ਚਰਚਾਵਾਂ ਆਈਆਂ ਕਿ ਮਾਣੂਕੇ ਨੇ ਮਨਾ ਕਰ ਦਿੱਤਾ ਕਿ ਮੈਂ ਸਪੀਕਰ ਨਹੀਂ ਬਣਾਂਗੀ। ਔਰ ਸਰਬਜੀਤ ਕੌਰ ਮਾਣੂਕੇ ਨੂੰ ਫਿਲਹਾਲ ਕੈਬਨਿਟ ਰੈਂਕ ਵੀ ਨਹੀਂ ਦਿੱਤਾ ਜਾ ਰਿਹਾ। ਤਾਂ 10 ਚਿਹਰੇ ਨੇ ਜਿਨ੍ਹਾਂ ਦੇ ਵਿੱਚੋਂ 2 ਦੂਜੀ ਵਾਰ ਚੁਣੇ ਗਏ ਵਿਧਾਇਕ ਨੇ, 8 ਬਿਲਕੁਲ ਫਰੈਸ਼ ਨਵੇਂ ਚਿਹਰੇ ਜਿਹੜੇ ਪਹਿਲੀ ਵਾਰ ਵਿਧਾਨ ਸਭਾ ਪਹੁੰਚ ਰਹੇ ਨੇ, ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਕੈਬਨਿਟ ਰੈਂਕ ਵਾਲੀ। ਰੁਕ ਕਰਦੇ ਹਾਂ, ਸਾਡੇ ਸੀਨੀਅਰ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ, ਵਿਜੇਪਾਲ ਬਰਾੜ, ਮੈਂ ਉਹਨਾਂ ਦਾ ਰੁਕ ਕਰਨਾ ਹੈ। ਵਿਜੇ, ਬਹੁਤ ਸਾਰੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਇਸ ਨੂੰ ਬਣਾਇਆ ਜਾ ਸਕਦਾ, ਉਸ ਨੂੰ ਬਣਾਇਆ ਜਾ ਸਕਦਾ ਹੈ, ਜਾਂ ਫਿਰ ਜਿਹੜੇ ਮੌਜੂਦਾ ਵਿਧਾਇਕ ਦੁਬਾਰਾ ਚੁਣ ਕੇ ਆਏ ਨੇ ਉਹਨਾਂ ਦਾ ਨੰਬਰ ਤਾਂ ਤਕਰੀਬਨ ਪੱਕਾ ਹੈ, ਪਰ ਸਭ ਕਿਆਸਰਾਈਆਂ ਇੱਕ ਤਰੀਕੇ ਨਾਲ ਧਰੀਆਂ ਧਰਾਈਆਂ ਰਹਿ ਗਈਆਂ। ਔਰ ਆਮ ਆਦਮੀ ਪਾਰਟੀ ਆ ਕਹੀਏ ਕਿ ਸੀਐਮ ਦਾ ਡਿਸੀਜਨ ਕੁਝ ਵੱਖਰਾ ਹੀ ਨਜ਼ਰ ਆ ਰਿਹਾ ਹੈ। ਬਿਲਕੁਲ ਗੌਰਵ, ਦੇਖੋ ਇਹ ਇੱਕ ਬੜੀ ਹੈਰਾਨੀਜਨਕ ਸੂਚੀ ਹੈ। ਯਾਨੀ ਪੰਜਾਬ ਦੇ ਲੋਕਾਂ ਨੇ ਜਿਹੜੇ ਇਸ ਵੇਲੇ ਨਿਊਜ਼ 18 ਪੰਜਾਬ ਦੇਖ ਰਹੇ ਨੇ, ਇੱਕ ਚੀਜ਼ ਤੇ ਆਪਾਂ ਬੜੀ ਸਪਸ਼ਟ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇਹ ਲਿਸਟ ਦੇਖ ਕੇ ਬੜੀ ਹੈਰਾਨੀ ਹੋ ਰਹੀ ਹੋਣੀ ਹੈ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਵੱਡੇ ਨਾਮ ਇਸ ਦੇ ਵਿੱਚੋਂ ਗਾਇਬ ਨੇ, ਜਿਨ੍ਹਾਂ ਬਾਰੇ ਬਹੁਤ ਜ਼ਿਆਦਾ ਕਿਆਸ ਰਾਈਆਂ ਲੱਗ ਰਹੀਆਂ ਸੀ। ਈਵਨ ਤੁਸੀਂ ਮੈਂ ਵੀ ਆਪਾਂ ਬੈਠੇ ਡਿਸਕਸ ਕਰ ਰਹੇ ਸੀ ਕਿ ਕਿਹੜੇ ਨਾਮ ਹੋ ਸਕਦੇ ਨੇ। ਉਹ ਸਾਰੇ ਨਾਮ ਤਕਰੀਬਨ ਇਸ ਲਿਸਟ ਦੇ ਵਿੱਚ ਨਹੀਂ ਆਏ। ਇਸ ਦੀ ਜੋ ਇੱਕ ਵਜ੍ਹਾ ਆਪਾਂ ਮੰਨ ਸਕਦੇ ਹਾਂ ਕਿ ਇਸ ਦੇ ਵਿੱਚ ਭਗਵੰਤ ਮਾਨ ਦਾ ਬਹੁਤ ਵੱਡਾ ਰੋਲ ਹੈ। ਇਹ ਜਿਹੜੀ ਸੂਚੀ ਤਿਆਰ ਹੋ ਰਹੀ ਹੈ, ਇਸ ਦੇ ਵਿੱਚ ਜੇ ਇਸ ਵੇਲੇ 2 ਚੀਜ਼ਾਂ ਦਾ ਜ਼ਿਕਰ ਗੌਰਵ ਸਭ ਤੋਂ ਜ਼ਿਆਦਾ ਹੁੰਦਾ ਕਿ ਦਿੱਲੀ ਦੀ ਚੱਲੀ ਹੈ ਕਿ ਭਗਵੰਤ ਮਾਨ ਦੀ ਚੱਲੀ ਹੈ। ਸੋ ਇਸ ਸੂਚੀ ਨੂੰ ਜੇ ਆਪਾਂ ਇੱਕ ਬਤੌਰ ਜਰਨਲਿਸਟ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਸੂਚੀ ਦੇ ਵਿੱਚ ਭਗਵੰਤ ਮਾਨ ਦੀ ਚੰਗੀ ਚੱਲੀ ਲੱਗਦੀ ਹੈ, ਕਿਉਂਕਿ ਜਿਹੜੇ ਇਸ ਦੇ ਵਿੱਚੋਂ ਚਿਹਰੇ ਗਾਇਬ ਨੇ, ਜਿਹੜੇ ਨਾਮ ਨੇ, ਇਹ ਗੌਰਵ ਜੇ ਆਪਾਂ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਕੁਝ ਮਹੀਨੇ ਪਹਿਲਾਂ, ਜਦੋਂ ਭਗਵੰਤ ਮਾਨ ਇੱਕ ਤਰੀਕੇ ਨਾਲ ਇਕੱਠ ਕਰਕੇ ਆਪਣੀ ਪਾਰਟੀ ਤੇ ਪ੍ਰੈਸ਼ਰ ਪਾ ਰਹੇ ਸੀ, ਆਪਣੀ ਪਾਰਟੀ ਤੇ ਜ਼ੋਰ ਪਾ ਰਹੇ ਸੀ ਕਿ ਉਹਨਾਂ ਦਾ ਨਾਮ ਮੁੱਖ ਮੰਤਰੀ ਅਹੁਦੇ ਵਜੋਂ ਐਲਾਨਿਆ ਜਾਵੇ, ਮੁੱਖ ਮੰਤਰੀ ਉਮੀਦਵਾਰ ਵਜੋਂ ਐਲਾਨਿਆ ਜਾਵੇ, ਤਾਂ ਉਸ ਵੇਲੇ ਇਹ ਚਿਹਰੇ ਗਾਇਬ ਸੀ ਉੱਥੋਂ। ਜਿਹੜੇ ਚਿਹਰੇ ਅੱਜ ਕੈਬਨਿਟ ਦੀ ਲਿਸਟ ਦੇ ਵਿੱਚ ਨਹੀਂ ਆਏ, ਹਾਲਾਂਕਿ ਨਾਮ ਵੱਡੇ ਨੇ ਕਿਉਂਕਿ ਪਾਰਟੀ ਦੇ ਨਾਲ ਪਿਛਲੇ ਸਮੇਂ ਤੋਂ ਜੁੜੇ ਰਹੇ ਨੇ, ਚਾਹੇ ਅਮਨ ਅਰੋੜਾ ਹੋਣ, ਚਾਹੇ ਬਲਜਿੰਦਰ ਕੌਰ ਹੋਣ, ਸਰਬਜੀਤ ਕੌਰ ਮਾਣੂਕੇ ਹੋਣ। ਕੁਲਤਾਰ ਸੰਧਵਾ ਨੇ ਜ਼ਰੂਰ ਕੀਤੀ ਸੀ ਸਪੋਰਟ, ਔਰ ਕੁਲਤਾਰ ਸੰਧਵਾ ਬਾਰੇ ਇਹ ਵੀ ਚਰਚਾ ਕਿ ਹੋ ਸਕਦਾ ਉਹਨਾਂ ਨੂੰ ਸਪੀਕਰ ਬਣਾ ਦਿੱਤਾ ਜਾਵੇ। ਇਸ ਚੀਜ਼ ਦੀਆਂ ਚਰਚਾਵਾਂ ਆ ਰਹੀਆਂ ਨੇ, ਕਿਉਂਕਿ ਜਿਵੇਂ ਪਹਿਲਾਂ ਮਹਿਲਾ ਸਪੀਕਰ ਦੇ ਨਾਮ ਦਾ ਜ਼ਿਕਰ ਸੀ, ਉਹ ਵੀ ਸ਼ਾਇਦ ਹੁਣ ਨਹੀਂ ਹੋਏਗਾ, ਔਰ ਕੁਲਤਾਰ ਸੰਧਵਾ ਦੇ ਨਾਮ ਦੇ ਜ਼ਿਆਦਾ ਚਾਂਸ ਨੇ ਕਿ ਉਹਨਾਂ ਨੂੰ ਸਪੀਕਰ ਬਣਾਇਆ ਜਾ ਸਕਦਾ। ਇਹ ਚਰਚਾਵਾਂ ਨੇ, ਪਰ ਇਹ ਜਿਹੜੀ ਕੈਬਨਿਟ ਦੀ ਸੂਚੀ ਹੈ ਇਹ ਤੇ ਕਨਫਰਮ ਹੈ, ਆਪਣੇ ਸਾਹਮਣੇ ਹੈ। ਇਸ ਨੂੰ ਦੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ, ਜਿਵੇਂ ਡਾਕਟਰ ਬਲਜੀਤ ਕੌਰ ਨੂੰ ਲਿਆ, ਉਹਨਾਂ ਨੇ ਮਲੋਟ ਤੋਂ ਜਿੱਤ ਕੇ ਆਏ ਨੇ, ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ ਤੋਂ ਜਿੱਤ ਕੇ ਆਏ ਨੇ, ਡਾਕਟਰ ਵਿਜੇ ਸਿੰਗਲਾ ਮਾਨਸਾ ਤੋਂ ਨੇ, ਲਾਲਚੰਦ ਕਟਾਰੂ ਚੱਕ ਭੋਆ ਤੋਂ ਨੇ,
ਹਰਜੋਤ ਬੈਂਸ ਆਨੰਦਪੁਰ ਸਾਹਿਬ ਤੋਂ ਨੇ ਔਰ ਬ੍ਰਹਮ ਸ਼ੰਕਰ ਜਿਹੜੇ ਜਿੰਪਾ ਇਹ ਹੁਸ਼ਿਆਰਪੁਰ ਤੋਂ ਨੇ, ਲਾਲਜੀਤ ਭੁੱਲਰ ਪੱਟੀ ਤੋਂ ਨੇ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਕੈਰੋਂ ਨੂੰ ਹਰਾਇਆ, ਕੁਲਦੀਪ ਸਿੰਘ ਢਾਲੀਵਾਲ ਅਜਨਾਲਾ ਤੋਂ ਨੇ ਔਰ ਗੁਰਮੀਤ ਸਿੰਘ ਮੀਤੇਰ ਬਰਨਾਲਾ ਤੋਂ ਨੇ। ਇੱਕ ਚੀਜ਼ ਗੌਰਵ ਇਸ ਦੇ ਵਿੱਚ ਬੜੀ ਇੰਪੋਰਟੈਂਟ ਹੈ ਕਿ ਇਹ ਜਿਹੜੇ ਸਾਰੇ ਚਿਹਰੇ ਨੇ ਇਹ ਪੁਰਾਣੇ ਸਮੇਂ ਤੋਂ ਮਤਲਬ ਪਹਿਲੇ ਦਿਨ ਤੋਂ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਸ਼ੁਰੂ ਤੋਂ ਇਹਨਾਂ ਨੇ ਪਾਰਟੀ ਦੇ ਲਈ ਕੰਮ ਕੀਤਾ। ਭਾਵੇਂ ਇਹਨਾਂ ਨੂੰ ਪਿਛਲੀਆਂ ਚੋਣਾਂ 'ਚ ਸਫਲਤਾ ਨਹੀਂ ਮਿਲ ਸਕੀ, ਜਿਹੜੇ ਵਿਧਾਇਕ ਸੀ, ਕਿਉਂਕਿ ਆਮ ਆਦਮੀ ਪਾਰਟੀ ਗੌਰਵ ਇਹ ਸੋਚਦੀ ਹੈ ਕਿ ਜਿਹੜੇ ਵਿਧਾਇਕ ਸੀ ਜਾਂ ਜਿਹੜੇ ਜਿੱਤ ਕੇ ਆ ਗਏ ਉਹ ਤੇ ਆਪਣੇ ਤਰੀਕੇ ਨਾਲ ਵਿਚਰਦੇ ਰਹੇ, ਉਹਨਾਂ ਲਈ ਤੇ ਵਿਚਰਨਾ ਸੌਖਾ ਸੀ ਕਿਉਂਕਿ ਕੁਝ ਵਿਧਾਇਕ ਬਣ ਗਏ ਸੀ, ਉਸ ਚੋਂ ਕਈਆਂ ਨੇ ਆਪਣੇ ਵੱਖੋ ਵੱਖਰੇ ਰਾਹ ਅਖਤਿਆਰ ਕਰ ਲਏ ਭਾਵੇਂ, ਪਰ MLA-ਸ਼ਿਪ ਤੇ ਉਹਨਾਂ ਕੋਲ ਸੀਗੀ। ਪਰ ਪਾਰਟੀ ਇਹ ਸੋਚਦੀ ਹੈ, ਇਹ ਲਿਸਟ ਬਣਾਉਣ ਵੇਲੇ ਇਸ ਚੀਜ਼ ਤੇ ਜ਼ਿਆਦਾ ਫੋਕਸ ਕੀਤਾ ਗਿਆ ਕਿ ਜਿਹੜੇ ਵਿਧਾਇਕ ਵੀ ਨਹੀਂ ਸੀ, ਜਿਨ੍ਹਾਂ ਕੋਲੇ ਛੋਟੇ-ਮੋਟੇ ਅਹੁਦੇ ਸੀ ਪਰ ਪਾਰਟੀ ਦੇ ਨਾਲ ਜੁੜੇ ਰਹੇ, ਪਾਰਟੀ ਦੇ ਲਈ ਕੰਮ ਕੀਤਾ ਤੇ ਅੱਜ ਜੇ ਉਹ ਜਿੱਤ ਕੇ ਆਏ ਨੇ ਤਾਂ ਉਹਨਾਂ ਚਿਹਰਿਆਂ ਨੂੰ ਆਨਰ ਕਰਨਾ ਬਣਦਾ ਹੈ ਔਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇਣੀ ਬਣਦੀ ਹੈ। ਸੋ ਇਸ ਕਰਕੇ ਗੌਰਵ ਮਾਝੇ ਦੁਆਬੇ ਨੂੰ ਪੂਰੀ ਨੁਮਾਇੰਦਗੀ ਜਿਹੜੀ ਹੈ ਇਸ ਸੂਚੀ ਦੇ ਵਿੱਚ ਦਿੱਤੀ ਗਈ ਹੈ ਕਿਉਂਕਿ ਮਾਲਵੇ ਲਈ ਤੇ ਸਭ ਤੋਂ ਵੱਡੀ ਅਚੀਵਮੈਂਟ ਇਹੀ ਹੋਗੀ ਕਿ ਉਹਨਾਂ ਦਾ ਮੁੱਖ ਮੰਤਰੀ ਬਣ ਗਿਆ। ਭਗਵੰਤ ਮਾਨ ਦਾ ਚਿਹਰਾ ਸੰਗਰੂਰ ਤੋਂ ਆਉਂਦੇ ਨੇ, ਮਾਲਵੇ ਤੋਂ ਤਾਂ ਮੁੱਖ ਮੰਤਰੀ ਉਹਨਾਂ ਦਾ ਆ ਗਿਆ। ਸੋ ਇਸ ਕਰਕੇ ਜਿਹੜੇ ਆਪਾਂ ਬਾਕੀ ਜੇ ਦੇਖੀਏ, ਇੱਕ ਦਿੜਬਾ ਸੀਟ ਮਾਲਵੇ ਦੀ ਹੈ, ਇੱਕ ਮਲੋਟ ਸੀਟ ਮਾਲਵੇ ਦੀ ਹੈ, ਪਰ ਜੰਡਿਆਲਾ ਦੇਖੋ ਉਧਰਲੇ ਪਾਸੇ ਆ ਗਈ, ਫਿਰ ਮਾਲਵੇ ਤੋਂ 5 ਹੋ ਗਏ, 5 ਮੰਤਰੀ ਹੋ ਗਏ, 6ਵੇਂ ਭਗਵੰਤ ਮਾਨ ਖੁਦ। ਸੋ ਇਸ ਚੀਜ਼ ਦੇ ਵਿੱਚ ਗੌਰਵ ਇਹ ਵਿਚਾਰਿਆ ਗਿਆ ਹੈ ਕਿ ਜਿਹੜੇ ਲੋਕ ਪਾਰਟੀ ਦੇ ਨਾਲ ਜੁੜੇ ਰਹੇ ਨੇ, ਜਿਨ੍ਹਾਂ ਦੇ ਕੋਲ ਉਸ ਵੇਲੇ ਅਹੁਦੇ ਨਹੀਂ ਸੀ ਪਰ ਪਾਰਟੀ ਦੇ ਨਾਲ ਜੁੜੇ ਰਹੇ, ਹਰਜੋਤ ਬੈਂਸ ਹੋਣ ਜਾਂ ਲਾਲਚੰਦ ਕਟਾਰੂ ਚੱਕ ਹੋਣ ਜਾਂ ਵਿਜੇ ਸਿੰਗਲਾ ਹੋਣ, ਪਹਿਲਾਂ ਵੀ ਲੜੇ ਨੇ ਔਰ ਇਹਨਾਂ ਦੀ ਮਤਲਬ ਪਾਰਟੀ ਨੇ ਜੇ ਆਪਾਂ ਦੇਖਿਆ ਜਾਵੇ ਦੂਜੇ ਸ਼ਬਦਾਂ 'ਚ ਤਾਂ ਉਹਨਾਂ ਨੇ ਸਮਝਿਆ ਕਿ ਇਹਨਾਂ ਦੀ ਪਾਰਟੀ ਨੂੰ ਦੇਣ ਵੱਡੀ ਹੈ। ਸੋ ਇਸ ਕਰਕੇ ਇਹਨਾਂ ਚਿਹਰਿਆਂ ਨੂੰ ਅੱਜ ਰੈਕੋਗਨਾਈਜ਼ ਕਰਨਾ ਬਣਦਾ ਹੈ ਔਰ ਇਹੀ ਵਜ੍ਹਾ ਹੈ ਕਿ ਇਹ ਜਿਹੜੇ ਨਵੇਂ ਚਿਹਰੇ ਨੇ ਉਹ ਇਸ ਕੈਬਨਿਟ ਦਾ ਹਿੱਸਾ ਬਣੇ ਨੇ। ਅੱਛਾ, ਇੱਕ ਹੋਰ ਬਹੁਤ ਇੰਟਰਸਟਿੰਗ ਹੈ ਇਸ ਦੇ ਵਿੱਚ ਫੈਕਟ, ਵਿਜੇ, ਵੱਡੇ ਸ਼ਹਿਰ ਜਿਹੜੇ ਪੰਜਾਬ ਦੇ ਨੇ ਜਿੱਥੇ ਕਈ ਸੀਟਾਂ ਨੇ ਉੱਥੋਂ ਕੋਈ ਵੀ ਮੰਤਰੀ ਨਹੀਂ ਹੈ, ਨਾ ਪਟਿਆਲੇ ਤੋਂ, ਨਾ ਲੁਧਿਆਣੇ ਤੋਂ, ਨਾ ਜਲੰਧਰ ਤੋਂ, ਨਾ ਅੰਮ੍ਰਿਤਸਰ ਤੋਂ। ਜਿਹੜੀਆਂ ਅੰਮ੍ਰਿਤਸਰ ਦੀਆਂ ਅੰਦਰ ਦੀਆਂ ਸੀਟਾਂ ਨੇ, ਮੈਂ ਉਸ ਦਾ ਜ਼ਿਕਰ ਕਰ ਰਿਹਾ ਜਿਵੇਂ ਅੰਮ੍ਰਿਤਸਰ ਸੈਂਟਰਲ, ਸਾਊਥ ਜਾਂ ਇਸ ਤਰੀਕੇ ਦੀ ਕੋਈ ਸੀਟ ਹੈ। ਅੱਛਾ, ਉਸ ਤੋਂ ਬਾਅਦ ਲੁਧਿਆਣੇ ਦੀਆਂ ਜਿਹੜੀਆਂ ਸੀਟਾਂ ਨੇ ਉੱਥੇ ਕੋਈ ਮੰਤਰੀ ਨਹੀਂ ਹੋਏਗਾ। ਪਟਿਆਲੇ ਦੀ ਸੀਟ ਹੋਵੇ, ਪਟਿਆਲਾ ਦਿਹਾਤੀ ਹੋਵੇ, ਉੱਥੇ ਨਹੀਂ ਹੋਏਗਾ। ਅੱਛਾ, ਬਠਿੰਡਾ ਵੱਡਾ ਸ਼ਹਿਰ ਹੈ, ਉੱਥੋਂ ਕੋਈ ਮੰਤਰੀ ਨਹੀਂ ਹੋਏਗਾ। ਤੇ ਇਹ ਵੀ ਕੁਝ ਵੱਖਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਗੌਰਵ ਦੇਖੋ 2-3 ਕ੍ਰਾਈਟੇਰੀਆ ਨੇ ਜਿਸ ਤੇ ਆਪਾਂ ਵੀ ਚਰਚਾ ਕਰ ਰਹੇ ਸੀ, ਆਪਾਂ ਆਫ ਕੈਮਰਾ ਵੀ ਇਸ ਤੇ ਚਰਚਾ ਕਰਦੇ ਰਹੇ ਹਾਂ। 2-3 ਕ੍ਰਾਈਟੇਰੀਆ ਸੀ ਪਾਰਟੀ ਦੇ ਸਾਹਮਣੇ ਵਿਚਾਰਨ ਵਾਲੇ। ਪਹਿਲਾ ਕ੍ਰਾਈਟੇਰੀਆ ਸੀ ਕਿ ਜਿਹੜੇ 10 ਵਿਧਾਇਕ ਦੂਜੀ ਵਾਰੀ ਜਿੱਤ ਕੇ ਜੇ ਸੈਕੰਡ ਟਾਈਮ ਜਿੱਤ ਕੇ ਆਏ ਆ ਉਹਨਾਂ 10 ਵਿਧਾਇਕਾਂ ਨੂੰ ਕੈਬਨਿਟ 'ਚ ਲਿਆ ਜਾਵੇਗਾ। ਇਹ ਚਰਚਾਵਾਂ ਸੀ, ਮੀਡੀਆ ਦੇ ਵਿੱਚ ਵੀ ਸੀ, ਸਿਆਸੀ ਸਭਾ ਦੇ ਵਿੱਚ ਵੀ ਸੀ। ਦੂਜਾ ਕ੍ਰਾਈਟੇਰੀਆ ਇਹ ਸੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਵੱਡੀਆਂ ਸੀਟਾਂ ਤੋਂ ਜਿੱਤ ਕੇ ਆਏ ਸੀ, ਜਿਨ੍ਹਾਂ ਨੇ ਵੱਡੇ ਚਿਹਰਿਆਂ ਨੂੰ ਹਰਾਇਆ ਸੀ। ਜੇ ਪਾਰਟੀ ਇਹਨਾਂ ਦੋਨਾਂ ਕ੍ਰਾਈਟੇਰੀਆ ਤੇ ਚੱਲਦੀ ਤਾਂ ਫਿਰ ਹੋਰ ਕਿਸੇ ਦਾ ਤਾਂ ਗੌਰਵ ਨੰਬਰ ਹੀ ਨਹੀਂ ਆਉਣਾ ਸੀ। ਫਿਰ ਬਹੁਤ ਸਾਰੇ ਐਸੇ ਚਿਹਰੇ ਸੀ, ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਵੀ ਬਹੁਤ ਸਾਰੇ ਵਿਅਕਤੀਆਂ ਨੇ ਪਾਰਟੀ ਦੇ ਲਈ ਕੰਮ ਕੀਤਾ, ਪੁਰਾਣੇ ਜੁੜੇ ਰਹੇ, ਕਿਉਂਕਿ ਪਾਰਟੀ ਇਹ ਮੰਨਦੀ ਹੈ ਕਿ ਜਿਨ੍ਹਾਂ ਨੇ ਸਾਡੇ ਲਈ ਬਿਨਾਂ ਪਾਵਰ ਤੋਂ ਵੀ ਸਾਡੇ ਨਾਲ ਜੁਟੇ ਰਹੇ ਆ, ਬਿਨਾਂ ਪਾਵਰ ਤੋਂ ਵੀ ਦੂਸਰੀਆਂ ਪਾਰਟੀਆਂ ਦੇ ਨਾਲ ਉਹਨਾਂ ਨੇ ਜਿਹੜਾ ਹੈ ਚੈਲੰਜ ਲਿਆ, ਉਹਨਾਂ ਨਾਲ ਚੁਣੌਤੀਆਂ ਦੇ ਵਿੱਚੋਂ ਨਿਕਲ ਕੇ ਆਏ। ਸੋ ਉਹਨਾਂ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਦੇਣੀ ਹੈ ਜਿਹੜੀ ਉਹ ਬਣਦੀ ਹੈ। ਇਹ ਚੀਜ਼ਾਂ ਪਾਰਟੀ ਨੇ ਸੋਚੀਆਂ ਔਰ ਇਸ ਕਰਕੇ ਇਹਨਾਂ ਚਿਹਰਿਆਂ ਨੂੰ ਲਿਆਂਦਾ। ਜਿਹੜੇ ਵੱਡੇ ਚਿਹਰਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਹਾਂ, ਬੜੀ ਜਿਵੇਂ ਮੈਂ ਵਾਰ-ਵਾਰ ਕਹਿ ਰਿਹਾ ਕਿ ਬੜੀ ਹੈਰਾਨੀਜਨਕ ਹੈ ਜਿਹੜੇ ਹੇਠਲੇ ਲੈਵਲ ਤੇ ਲੋਕ ਸੋਚ ਰਹੇ ਨੇ ਜਾਂ ਸਮਰਥਕ ਸੋਚ ਕੇ ਬੈਠੇ ਸੀ ਕਿ ਇਹਨਾਂ ਨੇ ਤਾਂ ਬਣ ਹੀ ਜਾਣਾ ਹੈ। ਚਾਹੇ ਗੁਰਮੀਤ ਖੁੱਡੀਆਂ ਦਾ ਨਾਮ ਹੋਵੇ, ਚਾਹੇ ਜਿਹੜੇ ਅੰਮ੍ਰਿਤਸਰ ਤੋਂ ਜਿੱਤੇ ਨੇ ਜੀਵਨਜੋਤ ਕੌਰ ਉਹਨਾਂ ਦਾ ਨਾਮ ਹੋਵੇ, ਚਾਹੇ ਗੋਲਡੀ ਕੰਬੋਜ ਦਾ ਨਾਮ ਹੋਵੇ, ਜਾਂ ਫਿਰ ਪਟਿਆਲੇ ਤੋਂ ਜਿਹੜੇ ਅਜੀਤਪਾਲ ਕੋਹਲੀ ਜਿੱਤੇ ਨੇ ਉਹਨਾਂ ਦਾ ਨਾਮ ਹੋਵੇ। ਇਸ ਤਰੀਕੇ ਨਾਲ ਜਿੰਨੀਆਂ ਵੱਡੀਆਂ ਸੀਟਾਂ ਨੇ ਉੱਥੋਂ ਦੇ ਨਾਮ ਦਾ ਜ਼ਿਕਰ ਜਿਹੜਾ ਹੈ ਉਹ ਸਿਰਫ ਇਸ ਲਈ ਹੋ ਰਿਹਾ ਸੀ ਕਿ ਇਹਨਾਂ ਨੇ ਵੱਡੇ ਚਿਹਰਿਆਂ ਨੂੰ ਹਰਾਇਆ ਹੈ। ਪਰ ਪਾਰਟੀ ਇਸ ਕ੍ਰਾਈਟੇਰੀਆ ਤੇ ਗੌਰਵ ਨਹੀਂ ਚੱਲੀ, ਉਹਨਾਂ ਨੇ ਇਸ ਚੀਜ਼ ਨੂੰ ਕੰਸੀਡਰ ਹੀ ਨਹੀਂ ਕੀਤਾ ਕਿਉਂਕਿ ਪਾਰਟੀ ਇਹ ਮੰਨ ਕੇ ਚੱਲਦੀ ਹੈ ਕਿ ਜੇ ਵੱਡੇ ਚਿਹਰਿਆਂ ਨੂੰ ਹਰਾਇਆ ਵੀ ਗਿਆ ਤਾਂ ਵੱਡੇ ਚਿਹਰਿਆਂ ਨੂੰ ਉਹਨਾਂ ਚਿਹਰਿਆਂ ਨੇ ਨਹੀਂ ਹਰਾਇਆ। ਵੱਡੇ ਚਿਹਰਿਆਂ ਨੂੰ ਹਰਾਇਆ ਪਾਰਟੀ ਦੇ ਸਿੰਬਲ ਨੇ, ਪਾਰਟੀ ਦੇ ਨਾਮ ਨੇ। ਲੋਕਾਂ ਨੇ ਵੋਟ ਜਿਹੜੀ ਆ ਉਹ ਬਦਲਾਵ ਨੂੰ ਤੇ ਆਮ ਆਦਮੀ ਪਾਰਟੀ ਦੇ ਸਿੰਬਲ ਨੂੰ ਯਾਨੀ ਕਿ ਝਾੜੂ ਨੂੰ ਪਾਈ ਹੈ, ਉਹਨਾਂ ਨੇ ਵੋਟ ਚਿਹਰਿਆਂ ਨੂੰ ਨਹੀਂ ਪਾਈ। ਸੋ ਇਸ ਕਰਕੇ ਪਾਰਟੀ ਨੇ ਉਸ ਤਰੀਕੇ ਨਾਲ ਉਹਨਾਂ ਚਿਹਰਿਆਂ ਨੂੰ ਕੈਬਨਿਟ ਦੇ ਲਈ ਅਹਿਮੀਅਤ ਨਹੀਂ ਦਿੱਤੀ ਕਿ ਜੇ ਚਿਹਰੇ ਆਪਣੇ ਦਮ ਤੇ ਜਿੱਤ ਕੇ ਆਏ ਹੁੰਦੇ ਫਿਰ ਚਿਹਰਿਆਂ ਨੂੰ ਹੋ ਸਕਦਾ ਸੀ ਅਹਿਮੀਅਤ ਮਿਲਦੀ। ਪਰ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਚਿਹਰਿਆਂ ਨੇ ਨਹੀਂ, ਇਹ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਜਾਂ ਭਗਵੰਤ ਮਾਨ ਦੇ ਨਾਮ ਤੇ ਜਾਂ ਬਦਲਾਵ ਦੇ ਨਾਮ ਤੇ ਜਾਂ ਸਿੰਬਲ ਦੇ ਨਾਮ ਤੇ ਇਹ ਚੀਜ਼ਾਂ ਨੇ ਜਿਨ੍ਹਾਂ ਨੇ ਪਾਰਟੀ ਨੂੰ ਬੂਸਟ ਦਿੱਤਾ ਔਰ ਜਿਹਦੇ ਸਿਰ ਤੇ ਪਾਰਟੀ ਜਿੱਤ ਕੇ ਆਈ ਹੈ।
ਔਰ ਇਸੇ ਕਰਕੇ ਕੈਬਨਿਟ ਦੇ ਵਿੱਚ ਗੌਰਵ ਉਹ ਲੋਕ ਇਨਕਲੂਡ ਕੀਤੇ ਗਏ ਨੇ, ਉਹ ਚਿਹਰੇ ਇਨਕਲੂਡ ਕੀਤੇ ਗਏ ਨੇ ਜਿਨ੍ਹਾਂ ਨੂੰ ਪਾਰਟੀ ਸਮਝਦੀ ਹੈ ਕਿ ਇਹਨਾਂ ਨੇ ਵਾਕਈ ਪਾਰਟੀ ਦੇ ਨਾਲ ਪਿਛਲੇ ਸਮੇਂ ਤੋਂ ਇਮਾਨਦਾਰੀ ਨਿਭਾਈ ਹੈ, ਜੁੜ ਕੇ ਰਹੇ ਨੇ ਔਰ ਇਸੇ ਕਰਕੇ ਇਹਨਾਂ ਨੂੰ ਜਿਹੜਾ ਹੈ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਗਈ। ਔਰ ਇੱਕ ਗੱਲ ਗੌਰਵ ਹੋਰ, ਕਿਉਂਕਿ ਜਦੋਂ ਥੋੜਾ ਜਿਹਾ ਟਾਈਮ ਪੈ ਜਾਂਦਾ ਕਈ ਵਾਰੀ ਚੀਜ਼ਾਂ ਆਊਟ ਹੋ ਜਾਂਦੀਆਂ ਜਾਂ ਚੀਜ਼ਾਂ ਭੁੱਲ ਜਾਂਦੇ, ਆਪਾਂ ਵੀ ਉਹਨਾਂ ਚੀਜ਼ਾਂ ਨੂੰ ਦੁਬਾਰਾ ਵਾਪਸ ਜਾ ਕੇ ਡਿਸਕਸ ਨਹੀਂ ਕਰਦੇ। ਤੁਹਾਨੂੰ ਯਾਦ ਹੋਣਾ ਜਦੋਂ ਹਲੇ 5-6 ਮਹੀਨੇ ਇਲੈਕਸ਼ਨ ਦੇ ਵਿੱਚ ਪਏ ਸੀ, ਜਿਸ ਦਿਨ ਪਹਿਲੀ ਲਿਸਟ ਗੌਰਵ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਹੈ 10 MLAs ਦੀ, ਆਪਾਂ ਵੀ ਜ਼ਿਕਰ ਕਰਦੇ ਰਹੇ ਹਾਂ ਉਸ ਦਿਨ ਆਫਿਸ 'ਚ ਬੈਠੇ ਕਿ ਇਹ ਲਿਸਟ ਪਾਰਟੀ ਨੂੰ ਫਟਾਫਟ ਇਸ ਲਈ ਜਾਰੀ ਕਰਨੀ ਪਈ ਕਿ ਬਾਕੀ ਵੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਨਾ ਚਲੇ ਜਾਣ। ਐਸੀਆਂ ਚਰਚਾਵਾਂ ਹੁੰਦੀਆਂ ਸੀ ਉਦੋਂ ਉਹਨਾਂ ਦੀਆਂ। ਸੋ ਮੈਨੂੰ ਲੱਗਦਾ ਅੱਜ ਉਸੇ ਚੀਜ਼ ਦਾ, ਕਿਉਂਕਿ ਉਸ ਵੇਲੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ, ਉਹ ਰੁਕ ਤੇ ਗਏ, ਪਰ ਉਸ ਵੇਲੇ ਦਾ ਜੋ ਸਰਕਮਸਟੈਂਸਿਸ ਸੀ ਜਾਂ ਉਸ ਵੇਲੇ ਦੇ ਘਟਨਾਕ੍ਰਮ ਸੀ, ਉਹਦਾ ਖਮਿਆਜ਼ਾ ਸ਼ਾਇਦ ਅੱਜ ਦੀ ਸੂਚੀ ਦੇ ਵਿੱਚ ਦੇਖਿਆ ਜਾ ਸਕਦਾ ਹੈ। ਠੀਕ ਹੈ, ਤਾਂ ਇੱਕ ਵੱਡੀ ਖਬਰ ਤਾਂ ਜ਼ਰੂਰ ਹੈ। ਸ਼ੁਕਰੀਆ ਵਿਜੇ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਹਾਡੇ ਨਾਲ ਹੋਰ ਵੀ ਅੱਗੇ ਗੱਲਬਾਤ ਕਰਦੇ ਰਹਾਂਗੇ। ਫਿਲਹਾਲ ਦੇ ਲਈ ਧੰਨਵਾਦ। ਔਰ ਵੱਡੀ ਖਬਰ ਇਸ ਸਮੇਂ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ, ਇੱਕ ਇੱਕ ਕਰਕੇ ਚਿਹਰੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇੱਕ ਦਿਨ ਪਹਿਲਾਂ ਹੀ ਇਹਨਾਂ ਚਿਹਰਿਆਂ ਦੇ ਵੱਲੋਂ ਸਹੁੰ ਚੁੱਕੀ ਗਈ ਹੈ ਵਿਧਾਇਕ ਤੇ ਅਹੁਦੇ ਦੀ, ਤੇ ਹੁਣ ਇੱਕ ਦਿਨ ਬਾਅਦ ਯਾਨੀ ਕਿ ਸ਼ਨੀਵਾਰ ਨੂੰ ਇਹਨਾਂ ਦੇ ਵੱਲੋਂ ਸਹੁੰ ਚੁੱਕੀ ਜਾਣੀ ਹੈ ਕੈਬਨਿਟ ਰੈਂਕ ਦੀ। ਖੈਰ ਪਹਿਲਾਂ ਤਾਂ ਟਿਕਟ ਚਾਹੀਦੀ ਹੁੰਦੀ ਹੈ ਸਿਆਸੀ ਪਾਰਟੀਆਂ ਦੇ ਵਿੱਚ, ਤੇ ਉਸ ਤੋਂ ਬਾਅਦ ਜਿੱਤਣ ਦੀ ਕਵਾਇਦ ਹੁੰਦੀ ਹੈ, ਤੇ ਜਿੱਤ ਗਏ ਤਾਂ ਸਰਕਾਰ ਬਣ ਰਹੀ ਹੈ, ਤਾਂ ਫਿਰ ਮੰਤਰੀ ਵਾਲੀ ਕੁਰਸੀ ਦੇ ਉੱਤੇ ਵੀ ਨਜ਼ਰ ਲਾਜ਼ਮੀ ਤੌਰ ਤੇ ਸਭ ਦੀ ਹੁੰਦੀ ਹੈ। ਹੁਣ ਜਿਹੜੇ ਸੀਨੀਅਰ ਪਿਛਲੀ ਵਾਰ ਜਿੱਤੇ ਸੀ, ਇਸ ਵਾਰ ਵੀ ਜਿੱਤ ਕੇ ਪਹੁੰਚੇ ਨੇ ਵਿਧਾਨ ਸਭਾ, ਉਹਨਾਂ ਨੂੰ ਨਹੀਂ ਮੰਤਰੀ ਬਣਾਇਆ ਜਾ ਰਿਹਾ, ਤਾਂ ਹੁਣ ਉਹ ਕਿਵੇਂ ਰਿਐਕਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਵੀ ਕਿਸੇ ਤਰੀਕੇ ਨਾਲ ਪਾਰਟੀ ਦੇ ਸਾਹਮਣੇ ਆਪਣੀ ਮੰਗ ਰੱਖੀ ਜਾਂਦੀ ਹੈ ਜਾਂ ਨਹੀਂ ਰੱਖੀ ਜਾਂਦੀ ਹੈ। ਆਖਿਰ ਕੀ ਵਜ੍ਹਾ ਹੈ ਕਿ ਜਿਹੜੇ ਸੀਨੀਅਰ ਚਿਹਰੇ ਸੀ ਉਹਨਾਂ ਨੂੰ ਨਹੀਂ ਬਣਾਇਆ ਗਿਆ, ਮੰਤਰੀ ਵਾਲੀ ਲਿਸਟ ਦੇ ਵਿੱਚ ਨਹੀਂ ਰੱਖਿਆ ਗਿਆ, ਤਾਂ ਇਹ ਵੱਡਾ ਸਵਾਲ ਤਾਂ ਜ਼ਰੂਰ ਹੈ। ਖੈਰ 8 ਤੇ 10 ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਮੈਂ ਇੱਕ ਇੱਕ ਕਰਕੇ ਗ੍ਰਾਫਿਕਸ ਦੇ ਜ਼ਰੀਏ ਵੀ ਬਾਅਦ 'ਚ ਦਿਖਾਵਾਂਗਾ, ਪਰ ਇਹ ਖੁਦ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਤਸਵੀਰ ਸ਼ੇਅਰ ਕੀਤੀ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ। ਲਿਖਿਆ ਗਿਆ ਹੈ ਸਰਦਾਰ ਭਗਵੰਤ ਮਾਨ ਅਨਾਉਂਸਸ ਹਿਸ ਕੈਬਨਿਟ ਮਿਨਿਸਟਰਸ। ਤਾਂ 10 ਤਸਵੀਰਾਂ ਦੇ ਨਾਲ ਇਹ ਦੱਸਿਆ ਗਿਆ ਕਿ ਕੌਣ ਕਿੱਥੋਂ ਵਿਧਾਇਕ ਚੁਣ ਕੇ ਪਹੁੰਚੀ ਹੈ ਤੇ ਕਿਸ ਨੂੰ ਅਸੀਂ ਮੰਤਰੀ ਬਣਾਉਣ ਜਾ ਰਹੇ ਹਾਂ। ਕੱਲ 11 ਵਜੇ ਸ਼ਨੀਵਾਰ ਦਾ ਦਿਨ ਸਵੇਰੇ 11 ਵਜੇ 10 ਮੰਤਰੀ ਸਹੁੰ ਚੁੱਕਣ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 5 ਨੇ ਮਾਲਵੇ ਚੋਂ, 5 ਮੰਤਰੀ ਮਾਲਵੇ ਦੇ ਵਿੱਚੋਂ ਨੇ ਔਰ ਇੱਕ ਦੁਆਬੇ ਚੋਂ, ਜਦਕਿ 4 ਮਾਝੇ ਦੇ ਵਿੱਚੋਂ ਨੇ। ਮਾਝੇ ਦੇ ਵਿੱਚ 25 ਸੀਟਾਂ ਨੇ, 16 ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਔਰ ਮਾਝੇ ਤੋਂ ਜੇਕਰ ਦੇਖਿਆ ਜਾਵੇ ਤਾਂ ਕੈਬਨਿਟ ਦੇ ਵਿੱਚ ਪਹਿਲਾਂ ਵੀ ਰਿਪਰੈਜ਼ੈਂਟੇਸ਼ਨ ਤਕੜੀ ਮਿਲਦੀ ਰਹੀ ਹੈ, ਕਿਉਂਕਿ ਤੁਸੀਂ ਦੇਖੋ ਜਦੋਂ ਚੰਨੀ ਸਰਕਾਰ ਸੀ ਉਸ ਸਮੇਂ ਵੀ ਕਈ ਮੰਤਰੀ ਸਨ, ਜਿਨ੍ਹਾਂ ਦੇ ਵਿੱਚੋਂ OP ਸੋਨੀ, ਰਾਜਕੁਮਾਰ ਵੇਰਕਾ, ਸੁਖ ਸਰਕਾਰੀਆ, ਤ੍ਰਿਪਤ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਇਹ ਉਹ ਸਾਰੇ ਨਾਮ ਨੇ ਜੋ ਕੈਬਨਿਟ ਰੈਂਕ ਜਿਨ੍ਹਾਂ ਦੇ ਕੋਲ ਵੇਰਕਾ, ਇਹ 5 ਤੋਂ 6 ਮੰਤਰੀ ਰਹੇ ਨੇ। ਅੱਛਾ, ਦੁਆਬੇ ਨੂੰ ਰਿਪਰੈਜ਼ੈਂਟੇਸ਼ਨ ਕਿੰਨੀ ਮਿਲਦੀ ਹੈ, ਕਿਉਂਕਿ ਦੁਆਬੇ ਦੇ ਵਿੱਚ ਸੀਟਾਂ ਤਾਂ ਘਟੀਆਂ ਨੇ, ਹਾਲਾਂਕਿ ਪਿਛਲੀ ਵਾਰ ਨਾਲੋਂ ਵਧੀਆ ਨੇ, ਪਰ ਜੇ ਮਾਲਵੇ ਔਰ ਮਾਝੇ ਨੂੰ ਦੇਖਿਆ ਜਾਵੇ ਤਾਂ ਦੁਆਬੇ ਦੇ ਵਿੱਚ ਪਰਫਾਰਮੈਂਸ ਦੋਵਾਂ ਦੇ ਕੰਪੈਰੀਟਿਵਲੀ ਆਮ ਆਦਮੀ ਪਾਰਟੀ ਦੀ ਥੋੜੀ ਜਿਹੀ ਡਾਊਨ ਜ਼ਰੂਰ ਰਹੀ ਹੈ। 23 ਸੀਟਾਂ ਚੋਂ 9 ਹੀ ਮਿਲੀਆਂ ਉੱਥੇ ਔਰ 10 ਸੀਟਾਂ ਮਿਲੀਆਂ ਨੇ ਦੁਆਬੇ ਦੇ ਵਿੱਚੋਂ, ਤਾਂ ਉੱਥੋਂ ਇੱਕ ਮੰਤਰੀ ਫਿਲਹਾਲ ਬਣਾਇਆ ਜਾ ਰਿਹਾ ਔਰ ਉਹ ਮੰਤਰੀ ਹੋਣਗੇ ਜਿਹੜੇ ਹੁਸ਼ਿਆਰਪੁਰ ਤੋਂ ਜਿੱਤ ਕੇ ਚੋਣ ਪਹੁੰਚੇ ਨੇ ਵਿਧਾਨ ਸਭਾ। ਤਾਂ 10 ਚਿਹਰੇ ਕਿਹੜੇ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੇ ਇੱਕ ਇੱਕ ਕਰਕੇ, ਤੁਹਾਡੇ ਹਲਕੇ ਦੇ ਵਿਧਾਇਕ ਮੰਤਰੀ ਬਣ ਰਹੇ ਨੇ ਜਾਂ ਨਹੀਂ, ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਰਿਹਾ ਹੈ। ਮੈਂ ਵੀ ਤੁਹਾਨੂੰ ਬੋਲ ਕੇ ਦੱਸਾਂਗਾ ਕਿ ਆਖਿਰ ਕਿਹੜੇ-ਕਿਹੜੇ ਮੰਤਰੀ ਬਣਾਏ ਜਾ ਰਹੇ ਨੇ। ਮੈਂ ਸ਼ੁਰੂਆਤ ਕਰਦਾ ਹਾਂ ਕਿਉਂਕਿ ਚੰਡੀਗੜ੍ਹ ਵਾਲੇ ਪਾਸੇ ਤੋਂ ਚੰਡੀਗੜ੍ਹ ਆਉਣਾ ਚਾਹੁੰਦਾ ਹਰ ਕੋਈ ਕੈਬਨਿਟ ਵਾਲੀ ਗੱਡੀ ਦੇ ਵਿੱਚ ਬੈਠ ਕੇ, ਤਾਂ ਜੇ ਚੰਡੀਗੜ੍ਹ ਵਾਲੇ ਪਾਸੇ ਤੋਂ ਦੇਖੀਏ ਤਾਂ ਕੁਲਵੰਤ ਸਿੰਘ ਮੋਹਾਲੀ ਤੋਂ ਬਹੁਤ ਸਾਰਾ ਜ਼ਿਕਰ ਹੋ ਰਿਹਾ ਸੀ, ਬਹੁਤ ਨਾਮ ਸੀ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ, ਨਹੀਂ ਮਿਲਿਆ ਮੌਕਾ। ਉਸ ਤੋਂ ਬਾਅਦ ਜੇ ਅਸੀਂ ਖਰੜ ਦਾ ਜ਼ਿਕਰ ਕਰੀਏ ਤਾਂ ਖਰੜ ਅਨਮੋਲ ਗਗਨ ਮਾਨ ਦਾ ਵੀ ਜ਼ਿਕਰ ਸੀ ਕਿ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ, ਪਰ ਮੌਕਾ ਨਹੀਂ ਮਿਲਿਆ। ਉਸ ਤੋਂ ਬਾਅਦ ਰੋਪੜ ਦਿਨੇਸ਼ ਚੱਡਾ, ਮੌਕਾ ਨਹੀਂ ਮਿਲਿਆ। ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਹਰਾ ਦਿੱਤਾ, ਉਹਨਾਂ ਦੇ ਜੱਦੀ ਹਲਕੇ ਦੇ ਵਿੱਚ ਬਹੁਤ ਚਰਚਾਵਾਂ ਸਨ ਕਿ ਉਹਨਾਂ ਨੂੰ ਮੌਕਾ ਮਿਲ ਸਕਦਾ ਹੈ, ਪਰ ਮੌਕਾ ਕੈਬਨਿਟ ਰੈਂਕ ਦੇ ਵਿੱਚ ਉਹਨਾਂ ਨੂੰ ਨਹੀਂ ਮਿਲਿਆ। ਤੇ ਰੋਪੜ ਦੀ ਇੱਕ ਹੋਰ ਸੀਟ ਹੈ ਅਨੰਦਪੁਰ ਸਾਹਿਬ, ਉਸ ਸੀਟ ਦੇ ਉੱਤੋਂ ਹਰਜੋਤ ਬੈਂਸ ਜਿੱਤ ਕੇ ਆਏ ਨੇ। ਖਾਸ ਇਹ ਵੀ ਹੈ ਕਿ ਹਰਜੋਤ ਬੈਂਸ ਨੇ ਆਪਣੀ ਸੀਟ ਬਦਲੀ ਹੈ। ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਕੀਤੇ, ਜੋ ਦੁਬਾਰਾ 2022 ਦੇ ਵਿੱਚ ਖੜੇ ਹੋਏ, ਤਾਂ ਇੱਕ ਜਾਂ ਦੋ ਉਮੀਦਵਾਰ ਨੇ ਜਿਨ੍ਹਾਂ ਦੀ ਸੀਟ ਚੇਂਜ ਕੀਤੀ ਗਈ ਹੈ। ਇੱਕ ਨੇ ਹਰਜੋਤ ਬੈਂਸ ਤੇ ਦੂਜੇ ਨੇ ਭਗਵੰਤ ਮਾਨ। ਭਗਵੰਤ ਮਾਨ ਪਿਛਲੀ ਵਾਰ ਜਲਾਲਾਬਾਦ ਤੋਂ ਲੜੇ ਸੀ, ਇਸ ਵਾਰ ਉਹਨਾਂ ਨੂੰ ਧੂਰੀ ਤੋਂ ਉਤਾਰਿਆ ਗਿਆ, ਜਿੱਤ ਗਏ। ਔਰ ਹਰਜੋਤ ਬੈਂਸ ਪਿਛਲੀ ਵਾਰ ਸਾਹਨੇਵਾਲ ਤੋਂ ਲੜੇ ਸੀ, ਹਾਰ ਗਏ ਸੀ। ਇਸ ਵਾਰ ਅਨੰਦਪੁਰ ਸਾਹਿਬ ਤੋਂ ਲੜੇ, ਜਿੱਤੇ ਤੇ ਹੁਣ ਕੈਬਨਿਟ ਮੰਤਰੀ ਵੀ ਬਣ ਰਹੇ ਨੇ। ਉਸ ਤੋਂ ਬਾਅਦ ਆਪਾਂ ਅੱਗੇ ਵਧੀਏ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ 3 ਸੀਟਾਂ ਨੇ, ਤਿੰਨੋਂ ਸੀਟਾਂ ਆਈਆਂ ਆਮ ਆਦਮੀ ਪਾਰਟੀ ਦੇ ਕੋਲ ਤੇ ਕੋਈ ਵੀ ਮੰਤਰੀ ਉੱਥੇ ਨਹੀਂ ਬਣ ਰਿਹਾ ਹੈ।
ਪਟਿਆਲੇ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਚਾਹੇ ਪਟਿਆਲਾ ਹੋਵੇ, ਪਟਿਆਲਾ ਦਿਹਾਤੀ ਹੋਵੇ, ਕਿਉਂਕਿ ਪਟਿਆਲਾ ਸ਼ਹਿਰੀ ਸੀਟ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਜੀਤਪਾਲ ਸਿੰਘ ਕੋਹਲੀ ਨੇ ਹਰਾਇਆ ਪਰ ਮੰਤਰੀ ਦਾ ਅਹੁਦਾ ਨਹੀਂ ਮਿਲਿਆ। ਰਾਜਪੁਰਾ ਸੀਟ ਹੋਵੇ, ਇੱਧਰ ਡੇਰਾਬੱਸੀ ਮੌਲੀ ਦੇ ਵਿੱਚ ਆਉਂਦੀ ਹੈ, ਮੈਂ ਉਸ ਦਾ ਜ਼ਿਕਰ ਕਰ ਲਵਾਂ, ਮੰਤਰੀ ਨਹੀਂ ਬਣ ਰਹੇ। ਉਸ ਤੋਂ ਬਾਅਦ ਘਨੌਰ ਸਨੌਰ ਦੋਵੇਂ ਸੀਟਾਂ ਆਈਆਂ ਨੇ। ਅੱਛਾ, ਜਿਹੜੀ ਨਾਭਾ ਸੀਟ ਆਈ ਹੈ ਪਟਿਆਲੇ ਦੀਆਂ ਪੈਂਦੀਆਂ ਨੇ ਸਾਰੀਆਂ ਸੀਟਾਂ ਤੇ ਪਟਿਆਲੇ ਦੇ। ਮੈਂ ਸਾਰੇ ਇਸ ਮਾਲਵੇ ਦਾ ਜ਼ਿਕਰ ਕਰ ਰਿਹਾ ਕਿ ਕਿੱਥੇ ਜਾ ਕੇ ਆਖਿਰ ਜਿਹੜਾ ਮੌਕਾ ਮਿਲ ਰਿਹਾ ਹੈ। ਔਰ ਜੋ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਮਾਲਵੇ ਦੇ ਵਿੱਚ ਵੀ ਖਾਸ ਤੌਰ ਤੇ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਔਰ ਮਾਨਸਾ ਜ਼ਿਲ੍ਹਾ ਹੈ ਔਰ ਬਰਨਾਲਾ ਜ਼ਿਲ੍ਹਾ ਹੈ, ਇੱਥੇ ਬੜੀ ਜ਼ਬਰਦਸਤ ਪਕੜ ਆਮ ਆਦਮੀ ਪਾਰਟੀ ਦੀ ਰਹੀ ਹੈ। ਪਕੜ ਕਹੋ ਜਾਂ ਕਹੋ ਕਿ ਵੋਟਰਾਂ ਦਾ ਭਰੋਸਾ ਬਹੁਤ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ। ਇੱਕ ਤਾਂ ਸੰਗਰੂਰ ਤੋਂ 2 ਵਾਰ ਲਗਾਤਾਰ ਲੋਕਾਂ ਨੇ MP ਬਣਾ ਦਿੱਤਾ ਭਗਵੰਤ ਮਾਨ ਨੂੰ। ਉਸ ਤੋਂ ਬਾਅਦ ਸੰਗਰੂਰ ਦੀਆਂ ਸਾਰੀਆਂ ਸੀਟਾਂ, ਮਾਨਸਾ ਬਰਨਾਲੇ ਦੀਆਂ ਸਾਰੀਆਂ ਸੀਟਾਂ ਇਸ ਵਾਰ ਜਿੱਤੀਆਂ ਨੇ। ਔਰ ਮਾਨਸਾ ਬਰਨਾਲਾ ਤਾਂ 2017 ਦੇ ਵਿੱਚ ਵੀ ਜ਼ਬਰਦਸਤ ਪਰਫਾਰਮੈਂਸ ਸੀ। ਇਸ ਕਰਕੇ ਇਸੇ ਜਿਹੜੇ 3 ਜ਼ਿਲ੍ਹੇ ਨੇ ਉੱਥੋਂ ਹੀ ਜ਼ਿਆਦਾ ਮੰਤਰੀ ਬਣਦੇ ਨਜ਼ਰ ਆ ਰਹੇ ਨੇ, ਕਿਉਂਕਿ ਮਾਨਸਾ ਤੋਂ ਡਾਕਟਰ ਵਿਜੇ ਸਿੰਗਲਾ, ਉਸ ਤੋਂ ਬਾਅਦ ਬਰਨਾਲਾ ਤੋਂ ਮੀਤ ਹੇਅਰ, ਔਰ ਤੁਸੀਂ ਸੰਗਰੂਰ ਵਾਲੇ ਪਾਸੇ ਆਓ ਤਾਂ ਉੱਥੇ ਹਰਪਾਲ ਚੀਮਾ, ਔਰ ਸੰਗਰੂਰ ਤੋਂ ਹੀ ਭਗਵੰਤ ਮਾਨ ਆਉਂਦੇ ਨੇ। ਸੰਗਰੂਰ ਦੀ ਧੂਰੀ ਸੀਟ ਤੋਂ ਤੇ ਹਰਪਾਲ ਚੀਮਾ ਸੰਗਰੂਰ ਜ਼ਿਲ੍ਹੇ ਦੀ ਦਿਰਬਾ ਸੀਟ ਤੋਂ। ਤਾਂ 4 ਮੰਤਰੀ ਤਾਂ ਇਹ 3 ਜ਼ਿਲ੍ਹਿਆਂ ਦੇ ਵਿੱਚੋਂ ਹੋ ਗਏ। ਭਗਵੰਤ ਮਾਨ ਸਣੇ 11 ਮੰਤਰੀ ਹੋ ਗਏ, ਤਾਂ 4 ਮੰਤਰੀ ਇਹ ਹੋ ਗਏ। 1 ਮੰਤਰੀ ਜਿਹੜੇ ਮਲੋਟ ਤੋਂ, ਮੁਕਤਸਰ ਜ਼ਿਲ੍ਹੇ ਦੇ ਵਿੱਚ ਮਲੋਟ ਪੈਂਦਾ ਹੈ, ਮਲੋਟ ਤੋਂ ਰੁਪਿੰਦਰ ਰੂਬੀ ਉੱਥੇ ਹਾਰੇ, ਜੋ ਆਮ ਆਦਮੀ ਪਾਰਟੀ ਦੀ ਟਿਕਟ ਤੇ 2017 ਦੇ ਵਿੱਚ ਬਠਿੰਡਾ ਦਿਹਾਤੀ ਤੋਂ ਜਿੱਤੇ ਸਨ। ਉਹਨਾਂ ਨੇ ਛੱਡੀ ਪਾਰਟੀ, ਮਲੋਟ ਵਾਲਾ ਪਾਸੇ ਰੁਕ ਕੀਤਾ ਤੇ ਇਸ ਵਾਰ ਹਾਰ ਗਏ ਔਰ ਆਮ ਆਦਮੀ ਪਾਰਟੀ ਨੇ ਉੱਥੇ ਜਿੱਤ ਹਾਸਲ ਕੀਤੀ ਹੈ। ਔਰ ਮਲੋਟ ਤੋਂ ਡਾਕਟਰ ਬਲਜੀਤ ਕੌਰ। ਤਾਂ ਇਹ ਜਿਹੜੇ ਨਵੇਂ ਮੰਤਰੀ ਬਣ ਰਹੇ ਨੇ ਉਹਨਾਂ ਦੇ ਵਿੱਚ ਚੌਥਾ ਨਾਮ ਤੇ 5ਵਾਂ ਮਾਲਵੇ ਦੇ ਵਿੱਚੋਂ ਨਾਮ ਹੈ, ਬਿਲਕੁਲ ਪੁਆਧ ਵਾਲੇ ਪਾਸੇ ਆ ਜਾਓ, ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅਨੰਦਪੁਰ ਸਾਹਿਬ ਦਾ। 5ਵੇਂ ਮੰਤਰੀ ਹਰਜੋਤ ਬੈਂਸ ਅਨੰਦਪੁਰ ਸਾਹਿਬ ਤੋਂ ਚੋਣ ਜਿੱਤ ਕੇ ਮੈਦਾਨ ਦੇ ਵਿੱਚ ਉਤਰੇ ਨੇ। ਉਸ ਤੋਂ ਬਾਅਦ ਆਪਾਂ ਰੁਕ ਕਰ ਲਈਏ ਦੁਆਬੇ ਦਾ। ਤਾਂ ਦੁਆਬੇ ਦੇ ਵਿੱਚ ਪਰਫਾਰਮੈਂਸ ਦਾ ਆਪਾਂ ਜ਼ਿਕਰ ਕਰਦੇ ਹਾਂ ਤਾਂ ਹੁਸ਼ਿਆਰਪੁਰ ਦੀਆਂ ਸਾਰੀਆਂ ਸੀਟਾਂ ਆਈਆਂ ਨੇ, ਸਿਰਫ 1 ਸੀਟ ਨੂੰ ਛੱਡ ਕੇ, ਉਹ ਸੀਟ ਹੈ ਮੁਕੇਰੀਆਂ। ਬਾਕੀ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ। ਇਸ ਕਰਕੇ ਸ਼ਾਇਦ ਹੁਸ਼ਿਆਰਪੁਰ ਨੂੰ ਦੁਆਬੇ ਦੇ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ ਕਿ ਜੇ ਦੁਆਬੇ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੇਣੀ ਹੈ ਤਾਂ ਫਿਰ ਤੁਸੀਂ ਹੁਸ਼ਿਆਰਪੁਰ ਨੂੰ ਦੇਵੋ, ਜਿਹੜੇ ਜਿੱਥੇ ਸਭ ਤੋਂ ਜ਼ਿਆਦਾ ਫੋਕਸ ਰਿਹਾ ਲੋਕਾਂ ਦਾ ਆਮ ਆਦਮੀ ਪਾਰਟੀ ਵਾਲੇ ਪਾਸੇ। ਇੱਕ ਜੰਗੀ ਲਾਲ ਮਹਾਜਨ ਦੇ ਕੋਲ, BJP ਦੇ ਕੋਲ ਸੀਟ ਚਲੀ ਗਈ ਮੁਕੇਰੀਆਂ ਵਾਲੀ। ਪਰ ਜੇ ਮੈਂ ਦੁਆਬੇ ਦੇ ਬਾਕੀ ਜ਼ਿਲ੍ਹੇ ਦੇਖਾਂ, ਉਹ ਚਾਹੇ ਨਵਾਂ ਸ਼ਹਿਰ ਹੋਵੇ ਜਾਂ ਫਿਰ ਤੁਸੀਂ ਜਲੰਧਰ ਦੇਖੋ ਜਾਂ ਕਪੂਰਥਲਾ ਦੇਖੋ, ਤਾਂ ਇੱਥੇ ਪਰਫਾਰਮੈਂਸ ਉਸ ਤਰੀਕੇ ਦੀ ਨਹੀਂ ਰਹੀ ਹੈ ਜਿਵੇਂ ਬਾਕੀ ਥਾਵਾਂ ਤੇ ਰਹੀ। ਇਨਫੈਕਟ ਕਪੂਰਥਲਾ ਦੇ ਵਿੱਚ ਤਾਂ ਕੋਈ ਵੀ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਨਹੀਂ ਆਈ। ਤਾਂ ਪਰਫਾਰਮੈਂਸ ਐਜ਼ ਕੰਪੇਅਰ ਟੂ ਜੇ ਆਪਾਂ ਤੁਲਨਾ ਕਰੀਏ ਤਾਂ ਮਾਝੇ ਔਰ ਮਾਲਵੇ ਦੇ ਵਿੱਚ ਤਾਂ ਦੁਆਬੇ ਦੇ ਵਿੱਚ ਜ਼ਬਰਦਸਤ ਪਰਫਾਰਮੈਂਸ ਰਹੀ ਹੈ। ਦੁਆਬੇ ਦੇ ਵਿੱਚ ਉਨੀ ਪਰਫਾਰਮੈਂਸ ਜ਼ਬਰਦਸਤ ਨਹੀਂ ਰਹੀ ਜਿੰਨੀ ਮਾਲਵੇ ਔਰ ਮਾਝੇ ਦੇ ਵਿੱਚ ਰਹੀ ਹੈ। ਉਸ ਤੋਂ ਬਾਅਦ ਆਪਾਂ ਮਾਝੇ ਦਾ ਰੁਖ ਕਰਦੇ ਹਾਂ। ਮਾਝੇ ਦੇ ਵਿੱਚ ਵੀ ਬਹੁਤ ਇੰਟਰਸਟਿੰਗ ਹੈ ਕਿ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਹੜੇ ਵੱਡੇ ਸ਼ਹਿਰ ਨੇ ਪੰਜਾਬ ਦੇ, ਉੱਥੋਂ ਮੰਤਰੀ ਕੋਈ ਨਾ ਕੋਈ ਬਣਦਾ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਇੱਥੋਂ ਸਮੇਂ-ਸਮੇਂ ਤੇ ਮੰਤਰੀ ਕੋਈ ਨਾ ਕੋਈ ਮਿਲਦਾ ਰਿਹਾ, ਬਣਦੇ ਰਹੇ ਨੇ। ਮੈਂ ਮਾਝੇ ਦਾ ਜ਼ਿਕਰ ਕਰਾਂ ਤਾਂ ਇੱਕ ਅਜਨਾਲਾ ਤੋਂ ਜਿਹੜੇ ਵਿਧਾਇਕ ਚੁਣ ਕੇ ਆਏ ਉਹਨਾਂ ਨੂੰ ਮਿਲਿਆ ਰੈਂਕ ਕੈਬਨਿਟ ਵਾਲਾ। ਉਸ ਤੋਂ ਬਾਅਦ ਜੰਡਿਆਲਾ ਤੋਂ ਜਿਹੜੇ ਜਿੱਤ ਕੇ ਆਏ ਹਰਭਜਨ ਸਿੰਘ ETO, ਉਹਨਾਂ ਨੂੰ ਕੈਬਨਿਟ ਵਾਲਾ ਰੈਂਕ ਮਿਲਿਆ। ਅੱਛਾ, ਭੋਆ ਤੋਂ ਜਿਹੜੇ ਜਿੱਤ ਕੇ ਆਏ ਨੇ ਪਠਾਨਕੋਟ ਵਾਲੇ ਪਾਸੇ ਚਲੇ ਗਏ, ਉੱਥੋਂ ਕੈਬਨਿਟ ਰੈਂਕ ਮਿਲਿਆ। ਤਾਂ ਇਹ ਜਿਹੜੀਆਂ 4 ਸੀਟਾਂ ਨੇ ਉਧਰ ਆਮ ਆਦਮੀ ਪਾਰਟੀ ਨੇ ਉੱਥੇ ਕੈਬਨਿਟ ਰੈਂਕ ਦਿੱਤੇ ਨੇ। ਖੈਰ ਇੱਕ ਇਹ ਵੀ ਇੰਟਰਸਟਿੰਗ ਹੈ ਜੋ ਵਿਨੇਸ਼ ਵੀ ਥੋੜੀ ਦੇਰ ਪਹਿਲਾਂ ਜ਼ਿਕਰ ਕਰ ਰਹੇ ਸਨ ਕਿ ਫੋਕਸ ਇਹ ਵੀ ਰੱਖਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਜਿਹੜੀਆਂ ਹਿਮਾਚਲ ਦੇ ਨਾਲ ਲੱਗਦੀਆਂ ਸੀਟਾਂ ਨੇ, ਕਿ ਇਸ ਦਾ ਕੋਈ ਅਸਰ ਪੈ ਸਕਦਾ ਕਿ ਜਿਹੜੀਆਂ ਹਿਮਾਚਲ ਦੇ ਨਾਲ ਲੱਗਦੀਆਂ ਸੀਟਾਂ ਨੇ ਜੇਕਰ ਉਹਨਾਂ ਦੇ ਵਿੱਚ ਮੰਤਰੀ ਬਣਾ ਦਿੱਤੇ ਜਾਂਦੇ ਨੇ ਤਾਂ ਉਸ ਦਾ ਕੀ ਇੰਪੈਕਟ ਹੋ ਸਕਦਾ ਹੈ। ਹੁਸ਼ਿਆਰਪੁਰ ਵਾਲੀ ਸੀਟ ਦਾ ਕੀ ਇੰਪੈਕਟ ਹੋ ਸਕਦਾ ਹੈ ਜੇ ਉੱਥੇ ਮੰਤਰੀ ਬਣਾ ਦਿੱਤਾ ਗਿਆ, ਜਾਂ ਫਿਰ ਜਿਵੇਂ ਜ਼ਿਕਰ ਕਰਾਂ ਹਰਜੋਤ ਬੈਂਸ ਦਾ ਜਾਂ ਫਿਰ ਭੋਆ ਵਾਲੇ ਪਾਸੇ, ਤਾਂ ਉਸ ਦਾ ਕੀ ਜ਼ਿਕਰ ਹੋ ਸਕਦਾ ਹੈ। ਖੈਰ ਇਹ ਮਾਨ ਕੈਬਨਿਟ ਹੈ, 10 ਚਿਹਰੇ ਸਹੁੰ ਚੁੱਕਣਗੇ ਸ਼ਨੀਵਾਰ ਨੂੰ, ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ।